ਤੇ ਸੁਣਨ ਦੇ ਲਈ ਬਣੇ ਰਹੋ PTN 24 ਦੇ ਨਾਲ। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 647 705 5492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਇੱਕ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਸੀ ਹੈ। अगर ਤੁਹਾਨੂੰ पोस्ट ग्रेजुएशन वर्क परमिट ਜਾਂ स्टडी परमिट एक्सटेंशन ਜਾਂ विद इन कैनेडा स्पाउस वीज़ा एक्सटेंशन, स्टूडेंट ਜਾਂ वर्क परमिट होल्डर्स वास्ते अगर स्पाउस ओपन वर्क परमिट लगवाना चाहते हो ਜਾਂ अगर किसी भी ਕਾਰਨ ਕਰਕੇ ਤੁਸੀਂ ਕੈਨੇਡਾ 'ਚ ਆਪਣਾ ਕਾਲਜ ਚੇਂਜ ਕਰਨਾ ਚਾਹੁੰਦੇ ਹੋ, ਉਹਨਾਂ ਕਾਲਜਾਂ 'ਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਜਿਸ ਤੋਂ ਬਾਅਦ 'ਚ ਤੁਹਾਨੂੰ पोस्ट ग्रेजुएशन वर्क परमिट ਮਿਲ ਸਕੇ ਤਾਂ ਤੁਸੀਂ ਸਾਨੂੰ ਕੰਟੈਕਟ ਕਰੋ। अगर ਤੁਸੀਂ रिफ्यूजी असाइलम ਜਾਂ एडमिसिबिलिटी हेयरिंग जाना चाहते हो ਜਾਂ ਤੁਹਾਡਾ ਕੋਈ ਵੀਜ਼ਾ ਰਿਫਿਊਜ਼ ਹੋ ਚੁੱਕਾ ਆ ਤੇ ਤੁਸੀਂ ਸਾਡੇ ਲਾਇਸੈਂਸਡ ਕੰਸਲਟੈਂਟਸ ਨਾਲ ਗੱਲ ਕਰ ਸਕਦੇ ਹੋ। ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ, ਸਾਡਾ ਫੋਨ ਨੰਬਰ ਹੈ 647 633 4567, ਸਾਡੀ ਵੈਬਸਾਈਟ bramptonconsultancy.com। बस करो, कदों तक इस किराए दे छोटे ਜਿਹੇ ਘਰ ਚ ਰਵਾਂਗੇ? ਓਏ ਬਸ ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ। ਤੁਸੀਂ ਸੈਲਫ ਇੰਪਲੋਇਡ ਹੋ, ਫਰਸਟ ਮੌਰਗੇਜ, ਸੈਕੰਡ ਮੌਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੌਰਗੇਜ ਜਾਂ ਫਿਰ ਸਿਕਿਉਰ ਲਾਈਨ ਆਫ ਕ੍ਰੈਡਿਟ, ਇਕਵਿਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨਗੇ ਤੁਹਾਡੀ ਬਾਂਹ ਤਾਂ ਮੌਰਗੇਜ ਤੋਂ ਨਹੀਂ ਹੋ ਸਕਦੀ ਨਾ। ਜਾਂ ਕਾਲ ਕਰੋ 647 294 5503 647 294 5503। ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ। ਲਾਇਸੈਂਸ ਨੰਬਰ 10530 nardevsidhu.com। ਐਕਸੀਡੈਂਟ ਹੋ ਗਿਆ ਪਰ ਸਮਾਂ ਨਹੀਂ ਹੈ ICBC ਦੇ ਝਮੇਲਿਆਂ ਨੂੰ ਨਜਿੱਠਣ ਦੇ ਲਈ। ਬਸ ਜੀ ਬਲੈਕ ਐਂਡ ਵਾਈਟ ਆਟੋ ਬੋਡੀ ਐਂਡ ਪੇਂਟਸ ਵਾਲਿਆਂ ਨੂੰ 604 503 0988 ਦੇ ਉੱਤੇ ਕਰੋ ਕਾਲ। ਇਹ ICBC ਦਾ ਮਨਜ਼ੂਰਸ਼ੁਦਾ ਐਕਸਪ੍ਰੈਸ ਵੈਲੇ ਸ਼ਾਪ ਆ। ਕਟਸੀ ਕਰ ਦਿੰਦੇ ਨੇ, ਪ੍ਰਾਈਵੇਟ ਕਲੇਮਸ ਵੀ ਹੈਂਡਲ ਕਰਦੇ ਨੇ। ਕਸਟਮ ਪੇਂਟ, ਵਿੰਡਸ਼ੀਲਡ ਰਿਪਲੇਸਮੈਂਟ ਦੇ ਲਈ ਬੈਸਟ ਸਰਵਿਸ ਤੇ ਐਕਸਪਰਟ ਐਡਵਾਈਸ ਦੇ ਲਈ ਬਲੈਕ ਐਂਡ ਵਾਈਟ ਆਟੋ ਬੋਡੀ ਐਂਡ ਪੇਂਟਸ ਵਾਲਿਆਂ ਨੂੰ ਯੂਨਿਟ ਨੰਬਰ 16B 7823 ਸਟਰੀਟ ਉੱਪਰ ਪਸ਼ਮਿੰਦਰ ਜੀ ਨੂੰ ਕਰੋ ਕਾਲ 604 503 0988। वक्त बदल चुका है ते वक्त दे नाल बदल चुके ने एंटरटेनमेंट दे साधन भी। हुण केबल, सैटेलाइट या IPTV बॉक्स दी कोई जरूरत नहीं। अपना स्मार्टफोन चुको अते ऐप स्टोर या गूगल प्ले स्टोर तो आज ही डाउनलोड करो eBaba एंटरटेनमेंट ऐप। कास्ट डोंगल दी मदद नाल तुसी अपने पसंदीदा TV चैनल्स या मूवीज अपने TV ते भी देख सकते हो अते ड्राइव करदे वेले ब्लूटूथ नाल रेडियो भी सुन सकते हो। eBaba एंटरटेनमेंट ऐप एंड्रॉयड TV अते सेट टॉप बॉक्स गूगल प्ले स्टोर ते उपलब्ध हैं। सो जल्दी तो जल्दी खुद भी ये ऐप डाउनलोड करो अते अपने फैमिली फ्रेंड्स नाल भी ये जानकारी शेयर करो। eBaba एंटरटेनमेंट ऐप साफ सुथरे ढंग नाल तैयार कीते लजीज खाणिਆਂ ਦਾ ਸਵਾਦ ਲੈਣ ਲਈ ਇੱਕੋ ਹੀ ਨਾਮ ਬਾਬਾ ਢਾਬਾ, ਜਿੱਥੇ ਹੈ ਡਾਈਨ ਇਨ ਟੇਕ ਆਊਟ ਤੇ ਕੇਟਰਿੰਗ ਸੇਵਾਵਾਂ। ਹਮੇਸ਼ਾ ਯਾਦ ਰੱਖੋ ਬਾਬਾ ਢਾਬਾ ਦਾ ਨਾਮ। ਸੰਪਰਕ ਕਰੋ 905 499 4314 905 499 4314। ਉਹ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਬਲੈਕ ਐਂਡ ਵਾਈਟ ਆਟੋ ਬੋਡੀ ਐਂਡ ਪੇਂਟ ਸਰੀ ਦਾ ਇੱਕ ਮਸ਼ਹੂਰ ਤੇ ਭਰੋਸੇਯੋਗ ਨਾਮ ਹੈ, ਜਿੱਥੇ ਕਾਰਾਂ ਦਾ ਤਸੱਲੀ ਬਖਸ਼ ਬੋਡੀ ਦਾ ਕੰਮ ਕੀਤਾ ਜਾਂਦਾ ਹੈ ਤੇ ICBC ਦੇ ਝਮੇਲਿਆਂ ਦਾ ਵੀ ਸਹੀ ਤਰੀਕੇ ਨਾਲ ਕੀਤਾ ਜਾਂਦਾ ਹੈ ਨਵੇੜਾ। ਕੰਪਲੀਟ ਆਟੋ ਕਲੀਜ਼ਨ ਲਈ ਹਮੇਸ਼ਾ ਯਾਦ ਰੱਖੋ ਤੇ ਸੰਪਰਕ ਕਰੋ ਪੁਸ਼ਪਿੰਦਰ ਸਿੰਘ ਹੋਰਾਂ ਦੇ ਨਾਲ 647 720 3511 647 720 3511 ਤੇ।
पिछले 18 सालों तो मॉर्गेज ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇजेस ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ। First, second, third mortgage, home equity, business loan, debt consolidation, refinance, rent to only. Call karo Devinder Pawar nu 647-988-8731 647 988 8731। ਜੇ ਨਹੀਂ ਹੋਣਾ ਖੱਜਲ ਖੁਆਰ ਤਾਂ ਕਾਲ ਕਰੋ Devinder Pawar। ਜੇਕਰ ਇੱਕ ਵਾਰ ਇਹਨਾਂ ਤੁਹਾਡੀ ਫਾਈਲ ਵੇਖ ਕੇ ਹਾਂ ਕਹਿ ਦਿੱਤੀ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰਦੇ ਹਨ। ਲਾਇਸੈਂਸ ਨੰਬਰ 10845, ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ। ਇਮੀਗ੍ਰੇਸ਼ਨ ਸੰਬੰਧੀ ਬਿਹਤਰ ਸਲਾਹ ਤੇ ਸੇਵਾਵਾਂ ਲਈ ਹਮੇਸ਼ਾ ਯਾਦ ਰੱਖੋ ਇੱਕੋ ਨਾਂ 골ਡਨ ਐਡਵਾਈਸ ਇਮੀਗ੍ਰੇਸ਼ਨ। ਸਟੂਡੈਂਟਸ ਅਤੇ ਟਰੈਕਿੰਗ ਲਈ ਪੀਐਨਪੀ ਤੇ ਪੀਆਰ ਸੇਵਾਵਾਂ LMIA ਵੀ ਉਪਲਬਧ। ਹਰ ਕਿਸਮ ਦੀਆਂ ਇਮੀਗ੍ਰੇਸ਼ਨ ਸੇਵਾਵਾਂ ਲਈ ਸੰਪਰਕ ਕਰੋ ਵਿਸ਼ਵਜੀਤ ਸਿੰਘ ਹੋਰਾਂ ਦੇ ਨਾਲ 416 556 55 58 416 556 555 ਉੱਤੇ। PTN 24 ਤੇ ਫਤਿਹ ਮੀਡੀਆ ਨਾਲ ਜੁੜ ਚੁੱਕੇ ਸਾਰੇ ਪਰਿਵਾਰ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ 4 ਅਗਸਤ ਆ ਜੀ ਤੇ ਜੁਲਾਈ ਦਾ ਮਹੀਨਾ ਲੰਘ ਗਿਆ ਜੀ। ਸਾਲ ਜਿਹੜਾ ਅੱਧ ਤੋਂ ਉੱਪਰ ਚਲਿਆ ਗਿਆ, 8ਵਾਂ ਮਹੀਨਾ ਸ਼ੁਰੂ ਹੋ ਗਿਆ, ਪਰ ਇਸ ਸਾਲ ਦਾ ਪਤਾ ਹੀ ਨਹੀਂ ਲੱਗਾ। ਤੇ ਇਸ ਵਾਰ ਜਿਹੜਾ ਅੰਟਾਰੀਓ ਦੇ ਵਿੱਚ ਲੌਂਗ ਵੀਕਐਂਡ ਸੀਗਾ, ਤੁਸੀਂ ਕਿੱਦਾਂ ਦਾ ਮਨਾਇਆ, ਕਿੱਦਾਂ ਇੰਜੋਏ ਕੀਤਾ? ਸ਼ਾਇਦ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਜਿੱਦਾਂ ਰਾਤ ਤੁਹਾਡੀ ਵਧੀਆ ਲੰਘੀ, ਅੱਜ ਦਿਨ ਵੀ ਵਧੀਆ ਲੰਘੂਗਾ। ਸਾਰੇ ਕੰਮਾਂ ਕਾਰਾਂ ਤੇ ਚਲੇ ਗਏ ਹੋਣੇ ਆ, ਕਿਉਂਕਿ ਪਹਿਲਾ ਦਿਨ ਆ ਜਦੋਂ ਲੌਂਗ ਵੀਕਐਂਡ ਹੁੰਦਾ ਜੀ, ਬੰਦੇ ਥੱਕੇ ਵੀ ਹੁੰਦੇ ਆ, ਘੁੰਮਣ ਫਿਰਨ ਗਏ ਹੁੰਦੇ ਆ, ਤੇ ਪਹਿਲਾ ਦਿਨ ਥੋੜਾ ਜਿਹਾ ਟਾਇਰਡ ਹੁੰਦਾ, ਬੰਦੇ ਕੋਲੋਂ ਪ੍ਰੋਬਲਮ ਆਉਂਦੀ ਆ। ਤੇ ਅੱਜ ਟੈਂਪਰੇਚਰ ਜਿਹੜਾ ਬਾਹਰ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ, 20 ਟੈਂਪਰੇਚਰ ਆ ਜੀ, ਤੇ ਦੁਪਹਿਰੇ 25 ਤੱਕ ਰਹੂਗਾ, ਪਰ ਸੂਰਜ 6:12 ਤੇ ਚੜਿਆ ਤੇ 8:37 ਤੇ ਛੁਪੇਗਾ। ਅੱਜ ਹਾਲੇ ਛੋਟੇ ਵੀਰ ਜੋਤੀ ਸਿੰਘ ਮਾਨ ਹੁਣੀ ਸਟੂਡੀਓ ਦੇ ਵਿੱਚ ਨਹੀਂ ਆਏ ਤੇ ਉਹਨਾਂ ਦੀ ਐਬਸੈਂਟ ਦੇ ਵਿੱਚ ਹੀ ਨਾਲ ਆਪਣੇ ਨਾਲ ਅਰਸ਼ਦੀਪ ਹੁਣੀ ਜੁੜ ਚੁੱਕੇ ਆ। ਉਹਨਾਂ ਦਾ ਕਰਾਂਗੇ ਸਵਾਗਤ, ਉਹਨਾਂ ਦੇ ਨਾਲ ਕਰਾਂਗੇ ਗੱਲਾਂ ਬਾਤਾਂ ਮਰਿਆਦਾ ਅਨੁਸਾਰ। ਜੀ ਅਰਸ਼ਦੀਪ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਸ਼ਦੀਪ, ਖਬਰਾਂ ਕਾਫੀ ਇੰਪੋਰਟੈਂਟ ਆ ਰਹੀਆਂ ਜਿਹੜੀਆਂ, ਤੇ ਸਭ ਤੋਂ ਪਹਿਲਾਂ ਜਿਹੜਾ ਇੱਥੋਂ ਦਾ ਮੌਸਮ ਕਿੱਦਾਂ ਦਾ ਤੇ ਕਰੋਨਾ ਦੇ ਲੱਛਣ ਕਿੰਨੇ ਗਾ, ਕੇਸ ਕਿੱਦਾਂ ਆ ਇੱਥੋਂ ਬਾਰੇ? ਜੀ ਮੌਸਮ ਜਿਹੜਾ ਹੈਗਾ ਇੱਥੋਂ ਦਾ, ਮੌਨਸੂਨ ਆਈ ਹੋਈ ਹੈ ਜੀ। ਬੇਸ਼ੱਕ ਗਰਮੀ ਹੈ, ਪਰ ਬਰਸਾਤ ਜਿਹੜੀ ਉਹ 1-2 ਦਿਨ ਛੱਡ ਕੇ ਹੋ ਜਾਂਦੀ ਹੈ ਮੌਨਸੂਨ ਆਈ ਕਰਕੇ। ਇਸ ਕਰਕੇ ਟੈਂਪਰੇਚਰ ਥੱਲੇ ਚੱਲ ਰਿਹਾ, ਪਰ ਫਿਰ ਵੀ ਜਿਹੜੀ ਗਰਮੀ ਹੈ 23-24 ਡਿਗਰੀ ਤੱਕ ਟੈਂਪਰੇਚਰ ਦਾ ਜਿਹੜਾ ਉਹ ਰਹਿੰਦਾ ਹੀ ਰਹਿੰਦਾ ਹੈਗਾ। ਜੇ ਕਰੋਨਾ ਦੀ ਗੱਲ ਕਰੀਏ ਤਾਂ ਕਰੋਨਾ ਮਾਮਲੇ ਕਾਫੀ ਤੇਜ਼ੀ ਦੇ ਨਾਲ ਵੱਧ ਰਹੇ ਜੀ। ਪੰਜਾਬ ਦੇ ਵਿੱਚ 1000 ਦੇ ਲਗਭਗ ਕੇਸ ਹੋਣ ਜਿਹੜੇ ਰੋਜ਼ਾਨਾ ਉਹ ਸਾਹਮਣੇ ਆਉਣ ਲੱਗ ਗਏ ਨੇ। ਮੌਤਾਂ ਦੀ ਗਿਣਤੀ ਵੀ ਜਿਹੜੀ ਵੱਧ ਰਹੀ ਹੈ, ਇਸ ਕਰਕੇ ਲੋਕਾਂ ਨੂੰ ਲਗਾਤਾਰ ਪ੍ਰੀਕਾਸ਼ਨ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਪਹਿਲੇ ਮਾਸਕ ਦਾ ਹੀ ਹੁਣ ਤੱਕ ਸਰਕਾਰ ਜਿਹੜੀ ਉਹ 15 ਕਰੋੜ ਦੇ ਕਰੀਬ ਜੁਰਮਾਨਾ ਜਿਹੜਾ ਉਹ ਪੰਜਾਬੀਆਂ ਤੋਂ ਵਸੂਲ ਚੁੱਕੀ ਹੈ। ਇਸ ਤੋਂ ਲੱਗਦਾ ਹੈ ਕਿ ਲੋਕ ਮਾਸਕ ਪਹਿਨਣ ਨੂੰ ਲੈ ਕੇ ਗੰਭੀਰ ਨਹੀਂ ਹੈਗੇ, ਇਸ ਕਰਕੇ ਉਹਨਾਂ ਨੂੰ ਗੰਭੀਰ ਹੋਣਾ ਚਾਹੀਦਾ, ਕਿਉਂਕਿ WHO ਵੀ ਕਹਿ ਰਹੀ ਹੈ ਕਿ ਬਿਮਾਰੀ ਤੇਜ਼ੀ ਦੇ ਨਾਲ ਫੈਲ ਰਹੀ ਹੈ, ਖਾਸ ਕਰ ਭਾਰਤ ਦੇ ਵਿੱਚ। ਤਾਂ ਇਸ ਕਰਕੇ ਜਿਹੜੀ ਹੈ ਉਹ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ, ਕਿਉਂਕਿ ਭਾਰਤ 'ਚ ਰੋਜ਼ਾਨਾ 50,000 ਤੋਂ ਉੱਪਰ ਕੇਸ ਜਿਹੜੇ ਉਹ ਸਾਹਮਣੇ ਆ ਰਹੇ ਨੇ। 18.5 ਲੱਖ ਤੋਂ ਪਾਰ ਕੇਸ ਜਾ ਚੁੱਕੇ ਨੇ। ਤੇ ਇਹਨਾਂ ਹਾਲਾਤਾਂ 'ਚ ਇਹੀ ਹੈ ਕਿ ਕਰੋਨਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਜੀ। ਹਾਂ ਬਿਲਕੁਲ ਜੀ। ਭਾਰਤ ਤੇ ਬ੍ਰਾਜ਼ੀਲ ਕਹਿੰਦੇ ਲੰਮੀ ਲੜਾਈ ਲਈ ਤਿਆਰ ਰਹਿਣ। WHO ਦੀ ਰਿਪੋਰਟ ਆ ਜੀ, ਉਹਨਾਂ ਨੇ ਪਹਿਲਾਂ ਵਾਰਨਿੰਗ ਦੇ ਦਿੱਤੀ ਹੈ ਜੀ। ਜੀ ਕਿਉਂਕਿ ਭਾਰਤ ਤੇ ਬ੍ਰਾਜ਼ੀਲ ਦੇ ਵਿੱਚ ਪਾਪੂਲੇਸ਼ਨ ਬਹੁਤ ਹੈ, ਭਾਰਤ ਦੇ ਵਿੱਚ ਬਹੁਤ ਜ਼ਿਆਦਾ ਪਾਪੂਲੇਸ਼ਨ ਆ ਗਈ। ਇਸ ਕਰਕੇ WHO ਨੇ ਕਿਹਾ ਕਿ ਬੇਸ਼ੱਕ ਵੈਕਸੀਨ ਨੂੰ ਲੈ ਕੇ ਚੰਗੀਆਂ ਖਬਰਾਂ ਆ ਰਹੀਆਂ ਨੇ ਕਿ ਵੈਕਸੀਨ ਆ ਜਾਊਗੀ ਇਸ ਸਾਲ ਦੇ ਵਿੱਚ, ਪਰ ਉਹਨੂੰ ਅਵੇਲੇਬਲ ਕਰਾਉਣਾ ਲੋਕਾਂ ਲਈ ਉਹ ਇੱਕ ਵੱਡਾ ਚੈਲੰਜ ਹੈਗਾ। ਤੇ ਖਾਸ ਕਰ ਭਾਰਤ ਤੇ ਬ੍ਰਾਜ਼ੀਲ ਵਰਗੇ ਮੁਲਕਾਂ ਦੇ ਲਈ ਅਵੇਲੇਬਲ ਕਰਾਉਣਾ ਉਹ ਉਸ ਤੋਂ ਵੀ ਵੱਡਾ ਚੈਲੰਜ ਹੈ। ਇਸ ਕਰਕੇ ਉਹਨਾਂ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਵਿੱਚ ਜੋ ਹੈ ਬਹੁਤ ਤੇਜ਼ੀ ਦੇ ਨਾਲ ਕਰੋਨਾ ਵਾਇਰਸ ਜੋ ਫੈਲ ਰਿਹਾ ਹੈਗਾ। ਭਾਰਤ ਦੇ ਵਿੱਚ 18 ਲੱਖ ਤੋਂ ਕੇਸ ਪਾਰ ਨੇ, ਬ੍ਰਾਜ਼ੀਲ ਦੇ ਵਿੱਚ 23 ਲੱਖ ਤੋਂ ਕੇਸ ਪਾਰ ਨੇ। ਤਾਂ ਇਹਨਾਂ ਹਾਲਾਤਾਂ 'ਚ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੇ ਦੋਵੇਂ ਮੁਲਕ ਨੇ ਇਹਨਾਂ ਨੂੰ ਚਾਹੀਦਾ ਕਿ ਲੰਮੀ ਲੜਾਈ ਦੇ ਲਈ ਤਿਆਰ ਰਹਿਣ। ਜੇ ਵੈਕਸੀਨ ਆ ਵੀ ਜਾਵੇ ਤਾਂ ਵੀ ਇੱਥੇ ਵੈਕਸੀਨ ਪਹੁੰਚ 1 ਸਾਲ ਹਲੇ ਹੋਰ ਲੱਗ ਜਾਣਾਗਾ। ਤੇ ਉਨੇ ਸਮੇਂ 'ਚ ਕਰੋਨਾ ਨੂੰ ਕੰਟਰੋਲ ਕਰਨਾ ਜਿਹੜਾ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੋਊਗਾ ਦੋਵੇਂ ਮੁਲਕਾਂ ਦੇ ਲਈ, ਕਿਉਂਕਿ ਦੋਵੇਂ ਮੁਲਕ ਹੀ ਬਹੁਤ ਤੇਜ਼ੀ ਦੇ ਨਾਲ ਕਰੋਨਾ ਦੀ ਚਪੇਟ 'ਚ ਆ ਰਹੇ ਨੇ। ਭਾਰਤ 'ਚ 2-3 ਹਜ਼ਾਰ ਕੇਸਾਂ ਦਾ ਇਜ਼ਾਫਾ ਰੋਜ਼ ਹੋ ਰਿਹਾ ਜੀ। ਅੱਜ 50,000 ਆਏ ਤਾਂ ਕੱਲ੍ਹ ਨੂੰ 53,000, ਫਿਰ 55,000 ਇਸ ਤਰ੍ਹਾਂ ਕੇਸ ਵੱਧ ਰਹੇ ਨੇ। ਤੇ ਇਹਨਾਂ ਹਾਲਾਤਾਂ ਦੇ ਵਿੱਚ ਇਹ ਕਿ ਜੇਕਰ ਰੋਜ਼ਾਨਾ 50,000 ਤੋਂ ਉੱਪਰ ਕੇਸ ਆ ਰਹੇ ਤਾਂ ਫਿਰ ਸਾਵਧਾਨੀ ਤੇ ਲੰਮੀ ਲੜਾਈ ਲਈ ਤਿਆਰ ਰਹਿਣਾ ਤਾਂ ਉਹ
ਜ਼ਰੂਰੀ ਹੋਵੇਗਾ ਹੀ, ਪਰ ਇੱਥੇ ਪਲਾਜ਼ਮਾ ਥੈਰੇਪੀ ਜਿਹੜੀ ਹੈਗੀ ਆ, ਪਲਾਜ਼ਮਾ ਜਿਹੜਾ ਹੈ ਮਰੀਜ਼ਾਂ ਦਾ ਲਿਆ ਜਾ ਰਿਹਾ, ਲਗਾਤਾਰ ਪਲਾਜ਼ਮਾ ਦੇ ਨਾਲ ਇਲਾਜ ਕੀਤਾ ਜਾ ਰਿਹਾ ਹੈ, ਇਸ ਕਰਕੇ ਕੰਟਰੋਲ ਕਰਨ ਦੀ ਕੋਸ਼ਿਸ਼ ਜਾ ਰਹੀ ਹੈ। ਟੈਸਟਿੰਗ ਵੀ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ, 2 ਕਰੋੜ ਤੋਂ ਉੱਪਰ ਟੈਸਟ ਜਿਹੜੇ ਉਹ ਭਾਰਤ ਦੇ ਵਿੱਚ ਕੀਤੇ ਜਾ ਚੁੱਕੇ ਨੇ। ਪਰ WHO ਨੇ ਸਲਾਹ ਦਿੱਤੀ ਹੈ ਕਿ ਸਾਵਧਾਨੀਆਂ ਜ਼ਰੂਰ ਵਰਤੋ ਤੇ ਲੰਮੀ ਲੜਾਈ ਦੇ ਲਈ ਤਿਆਰ ਰਹੋ ਕਿ ਵੈਕਸੀਨ ਐਡੀ ਛੇਤੀ ਇਹਨਾਂ ਦੋਵਾਂ ਮੁਲਕਾਂ ਦੇ ਲੋਕਾਂ ਲਈ ਅਵੇਲੇਬਲ ਜਿਹੜੀ ਉਹ ਨਹੀਂ ਹੋਏਗੀ ਤੇਜ਼ੀ ਨਾਲ। ਹਾਂ ਬਿਲਕੁਲ ਜੀ, ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 905 867 2770 ਤੇ ਜਾਂ 905 405 0002 ਦੇ ਉੱਤੇ ਕਾਲ ਕਰ ਸਕਦੇ ਹੋ। ਤੁਸੀਂ WhatsApp ਤੇ ਵੀ ਕਾਲ ਕਰ ਸਕਦੇ ਹੋ, ਸਟੂਡੀਓ ਦੇ ਵਿੱਚ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਇਸ ਪ੍ਰੋਗਰਾਮ ਦੇ ਇਸ ਨੂੰ ਸਪਾਂਸਰ ਕੀਤਾ ਜੀ ਸੈਂਚੁਰੀ 21 ਨਾਲ ਕੰਮ ਕਰਦੇ ਪਵਨ ਸਦੂਰੀਆ ਹੋਣਾ ਨੇ। ਤੁਸੀਂ ਘਰ ਜਾਂ ਵੇਚਣਾ ਜਾਂ ਖਰੀਦਣਾ, ਬੜੇ ਮਲਾਪੜੇ ਸੁਭਾਅ ਦੇ ਆ ਜੀ, ਬੜੀਆਂ ਹੌਟ ਲਿਸਟਡ ਆ ਉਹਨਾਂ ਦੇ ਕੋਲ। 647 760 8070 ਤੇ ਕਾਲ ਕਰ ਸਕਦੇ ਹੋ। ਟਿਕਟਾਂ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਆਲ ਲਿੰਕ ਟਰੈਵਲ ਦੇ ਆਪਣੀ ਨੇੜਲੀ ਬ੍ਰਾਂਚ, ਤੁਸੀਂ ਤੁਹਾਡਾ ਜਿਹੜਾ ਕਰੋਨਾ ਨੈਗੇਟਿਵ ਆ ਤਾਂ ਤੁਸੀਂ ਜੇ ਇੰਡੀਆ ਵੀ ਜਾਣਾ ਚਾਹੁੰਦੇ ਹੋ ਤੇ ਬੱਲੇ ਦਸਾਂਝ ਹੋਣਾ ਦੇ ਕੋਲ ਟਿਕਟਾਂ ਅਵੇਲੇਬਲ ਆ, ਰਾਈਟ ਵੇ ਤੁਸੀਂ ਲੈ ਸਕਦੇ ਹੋ। 416 293 8700 ਤੇ ਕਾਲ ਕਰਕੇ ਤੁਸੀਂ ਇੰਡੀਆ ਜਾਣਾ ਤੇ ਜਾ ਸਕਦੇ ਹੋ। ਤਾਜ਼ੀ ਫਰੈਸ਼ ਗਰੋਸਰੀ ਵਾਸਤੇ ਏਸ਼ੀਅਨ ਫੂਡ ਦਾ ਨਾਮ ਯਾਦ ਰੱਖੋ, ਆਪਣੇ ਨੇੜਲੇ ਸਟੋਰ ਤੇ ਜਾ ਸਕਦੇ ਹੋ ਜਾਂ 416 543 7107 ਤੇ ਕਾਲ ਕਰ ਸਕਦੇ ਹੋ। ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ ਜਾਣ ਲਈ ਇੱਕ ਨਾਂ ਬੈਸਟ ਕੈਨੇਡੀਅਨ ਰਾਈਡ ਸਰਵਿਸ ਆ 514 560 13 514 5606 ਤੇ ਕਾਲ ਕਰ ਸਕਦੇ ਹੋ। 514 560 13 ਤੇ। ਅਰਸ਼ਦੀਪ ਆਪਾਂ ਗੱਲਬਾਤ ਕਰਦੇ ਹਾਂ ਜੀ। ਸੁੱਚਾ ਸਿੰਘ ਲੰਗਾ ਬੜਾ ਵਿਵਾਦਾਂ ਦੇ ਵਿੱਚ ਨਾ ਰਿਹਾ ਜੀ ਤੇ ਬੜਾ ਵੱਡਾ ਕਰਮ ਕੀਤਾ ਉਹਨੇ, ਭਾਵੇਂ ਉਹਨੂੰ ਸਰਕਾਰ ਨੇ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਆ, ਕਿਉਂਕਿ ਪਹਿਲਾਂ ਜਿਹੜੀ ਅਕਾਲੀ ਦਲ ਸੱਤਾ ਦੇ ਵਿੱਚ ਸੀਗੇ ਤੇ ਉਹਨਾਂ ਦਾ ਉਹ ਲੀਡਰ ਵੀ ਸੀਗਾ, ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਰਿਹਾ। ਮਾਝੇ ਦੇ ਵਿੱਚ ਕਾਫੀ ਨਾਂ ਹੈ ਜੀ ਉਹਦਾ, ਤੇ ਇਹੋ ਜਿਹੇ ਚਿਹਰੇ ਜਦੋਂ ਇਦਾਂ ਦੀ ਕਰਤੂਤ ਕਰਦੇ ਆ ਤੇ ਜਿਹੜਾ ਸਿਰ ਆ ਉਹ ਸ਼ਰਮ ਦੇ ਨਾਲ ਝੁਕ ਜਾਂਦਾ ਆ। ਫਿਰ ਦਬਾਅ ਪਾ ਕੇ ਉਸ ਬੀਬੀ ਦੇ ਕੋਲੋਂ ਸਾਰਾ ਜਿਹੜਾ ਕੇਸ ਆ ਉਹਦੇ ਹੱਕ ਦੇ ਵਿੱਚ ਕੁਝ ਸਾਰਾ ਕੁਝ ਤੁਸੀਂ ਵਿਸਤਾਰ ਨਾਲ ਦੱਸੋਗੇ। ਪਰ ਹੁਣ ਦੁਬਾਰਾ ਉਹਨੇ ਅੰਮ੍ਰਿਤ ਛਕਿਆ ਜੀ ਫਿਰ, ਤੇ ਉਹਨੂੰ ਕਹਿੰਦੇ ਜੀ ਅੰਮ੍ਰਿਤ ਛਕਾਇਆ ਗਿਆ 5 ਪਿਆਰਿਆਂ ਵੱਲੋਂ। ਅਸੀਂ 5 ਪਿਆਰਿਆਂ ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ, ਕਿਉਂਕਿ ਜਦੋਂ 5 ਪਿਆਰੇ ਹੁੰਦੇ ਤਾਂ ਉਹਨਾਂ ਦੇ ਵਿੱਚ ਗੁਰੂ ਆਪ ਵਰਸਦੇ ਨੇ। ਅਸੀਂ ਉਸ ਚੀਜ਼ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦੇ। ਪਰ ਇਹੋ ਜਿਹੇ ਬੰਦੇ ਜਿਹੜਾ ਇਹੋ ਜਿਹੀਆਂ ਕਰਤੂਤਾਂ ਕਰਦੇ ਆ ਤੇ ਉਹ ਦੁਬਾਰਾ ਅੰਮ੍ਰਿਤ ਛਕ ਕੇ ਉਹ ਦੁਬਾਰਾ ਪਵਿੱਤਰ ਹੋ ਜਾਂਦੇ। ਜਿਸ ਤਰ੍ਹਾਂ BJP ਆ, ਜੇ ਬਾਹਰਲੀਆਂ ਪਾਰਟੀਆਂ ਦੇ ਵਿੱਚ ਲੀਡਰ ਹੋਣ ਉਹ ਸਾਰੇ ਭ੍ਰਿਸ਼ਟ ਹੁੰਦੇ ਆ, ਸਾਰਾ ਕੁਝ ਉਹਨਾਂ ਦੇ ਇਲਜ਼ਾਮ ਲੱਗਦੇ ਆ, ਉਹਨਾਂ ਦੇ ਕੇਸ ਵੀ ਬਣਦੇ। ਜਦੋਂ BJP 'ਚ ਆ ਜਾਂਦੇ ਆ ਤਾਂ ਸਾਰੇ ਦੁੱਧ ਧੋਤੇ ਪੂਰੇ ਗੰਗਾ ਇਸ਼ਨਾਨ ਹੋ ਜਾਂਦਾ ਜੀ ਉਹਨਾਂ ਦਾ, ਸਾਰੇ ਪਵਿੱਤਰ ਹੋ ਜਾਂਦੇ ਆ। ਇਸੇ ਤਰ੍ਹਾਂ ਹੀ ਆ ਤੇ ਹੁਣ ਸੁੱਚਾ ਸਿੰਘ ਲੰਗਾ ਜਿਹੜਾ ਇਹ ਵੀ ਪਵਿੱਤਰ ਹੋ ਗਿਆ ਜੀ। ਕੀ ਆ ਪੂਰੀ ਜਾਣਕਾਰੀ? ਸੁੱਚਾ ਸਿੰਘ ਲੰਗਾ ਜਿਹੜਾ ਅਕਾਲੀ ਦਲ ਦਾ ਲੀਡਰ ਸੀ ਮਾਝੇ ਦਾ, ਉਹਦੇ ਬਾਅਦ ਉਹਨੂੰ ਅਕਾਲੀ ਦਲ ਚੋਂ ਬਾਹਰ ਕੱਢਿਆ ਗਿਆ। ਤਾਂ ਜੇ ਗੱਲ ਕਰੀਏ ਤਾਂ ਸੁੱਚਾ ਸਿੰਘ ਲੰਗਾ ਪਹਿਲੀ ਵਾਰੀ ਚਰਚਾ 'ਚ ਉਦੋਂ ਆਇਆ ਸੀ ਜਦੋਂ ਐਗਰੀਕਲਚਰ ਮਿਨਿਸਟਰ ਸੀਗਾ, ਤੇ ਐਗਰੀਕਲਚਰ ਮਿਨਿਸਟਰ ਹੁੰਦੇ ਇਹਨਾਂ ਨੇ ਇੱਕ ਘਪਲਾ ਕੀਤਾ ਜਿਹਦੇ 'ਚ ਇਹਨਾਂ ਨੂੰ 3 ਸਾਲ ਦੀ ਸਜ਼ਾ ਜਿਹੜੀ ਹੈਗੀ ਆ ਉਹ ਮੋਹਾਲੀ ਕੋਰਟ ਵੱਲੋਂ ਸੁਣਾਈ ਗਈ ਸੀ। ਇਹਦੇ ਬਾਰੇ ਇੱਕ SP ਸਲਵਿੰਦਰ ਸਿੰਘ ਸਾਰਿਆਂ ਨੂੰ ਯਾਦ ਹੋਣਾਗਾ, ਜਿਹਦੇ ਤੇ ਕਿ ਬਹੁਤ ਗੰਭੀਰ ਆਰੋਪ ਲੱਗੇ। ਜਿਹੜੇ ਪਠਾਨਕੋਟ ਅੱਤਵਾਦੀ ਹਮਲਾ ਹੋਇਆ ਸੀ ਉਹਦੇ 'ਚ ਉਹਦਾ ਨਾਂ ਚਰਚਾ 'ਚ ਰਿਹਾ। ਤਾਂ SP ਸਲਵਿੰਦਰ ਸਿੰਘ ਦੀਆਂ ਵੀ ਸੁੱਚਾ ਸਿੰਘ ਲੰਗਾ ਦੇ ਨਾਲ ਨੇੜਤਾਵਾਂ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ ਸੀ। ਤਾਂ ਇਹਦੇ ਬਾਅਦ 2016 ਦੇ ਵਿੱਚ ਇੱਕ ਬੀਬੀ ਨੇ ਆ ਕੇ ਆਰੋਪ ਲਗਾਏ, FIR ਦਰਜ ਕਰਵਾਈ ਕਿ ਸੁੱਚਾ ਸਿੰਘ ਲੰਗਾ ਨੇ ਮੇਰੇ ਨਾਲ ਜਿਹੜਾ ਕੁਕਰਮ ਕੀਤਾਗਾ। ਇੱਕ ਵੀਡੀਓ ਵੀ ਸਾਹਮਣੇ ਆਈ। ਇਹਦੇ ਬਾਅਦ ਸੀਗਾ ਕਿ ਉਹ ਕੇਸ ਅਦਾਲਤ ਦੇ ਵਿੱਚ ਚੱਲਿਆ ਤੇ ਇਹ ਵੀ ਆਖਿਆ ਗਿਆ ਕਿ ਉਹ ਬੀਬੀ ਦੀ ਪ੍ਰਾਪਰਟੀ ਵੀ ਜਿਹੜੀ ਹੈ ਸੁੱਚਾ ਸਿੰਘ ਲੰਗਾ ਵੱਲੋਂ ਨੱਪਣ ਦੀ ਕੋਸ਼ਿਸ਼ ਕੀਤੀ ਗਈ, ਲਗਭਗ ਨੱਪ ਲਈ ਗਈ। ਤਾਂ ਉਹ ਵੀ ਰੌਲਾ ਜਿਹੜਾ ਵਿੱਚ ਪੈਂਦਾ ਰਿਹਾ। ਤੇ ਇਸ ਮਾਮਲੇ ਦੇ ਵਿੱਚ ਬਾਅਦ ਚ ਬੀਬੀ ਆਪਣੇ ਜਿਹੜਾ ਬਿਆਨਾਂ ਤੋਂ ਮੁੱਕਰੀ, ਸੁੱਚਾ ਸਿੰਘ ਲੰਗਾ ਜ਼ਮਾਨਤ ਲੈਣ ਦੇ ਵਿੱਚ ਜਿਹੜਾ ਕਾਮਯਾਬ ਰਿਹਾ। ਕੇਸ ਚੱਲਦਾ ਰਹੂਗਾ ਅੱਗੇ। ਪਰ ਖਾਸ ਸਵਾਲ ਇਹ ਹੈ ਕਿ ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਨੇ ਸੁੱਚਾ ਸਿੰਘ ਲੰਗਾ ਨੂੰ ਪੰਥ ਚੋਂ ਛੇਕਣ ਦਾ ਜਿਹੜਾ ਫੈਸਲਾ ਕੀਤਾ। ਜੇ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਥ ਚੋਂ ਛੇਕਣ ਦਾ ਫੈਸਲਾ ਕੀਤਾ ਤਾਂ ਅਦਾਲਤ ਦਾ ਜਿਹੜਾ ਕਾਰਵਾਈ ਉਹ ਚੱਲਦੀ ਰਹੇ। ਪਰ 5 ਸਿੰਘ ਸਾਹਿਬਾਨਾਂ ਨੂੰ ਵੀਡੀਓ ਦੇ ਵਿੱਚ ਤੇ ਇਲਜ਼ਾਮਾਂ 'ਚ ਕੋਈ ਸੱਚਾਈ ਲੱਗੀ ਕਰਮਾਂ ਦੇ ਵਿੱਚ, ਤਾਂ ਹੀ ਪੰਥ ਦੇ ਵਿੱਚੋਂ ਛੇਕਿਆ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਵੀ ਸਨ। ਤਾਂ ਇਹਦੇ ਬਾਅਦ ਜਦੋਂ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਉਹ ਬਲਾਤਕਾਰ ਦੇ ਇਲਜ਼ਾਮਾਂ ਤੋਂ ਬਾਅਦ, ਤਾਂ ਪੰਥ ਚੋਂ ਛੇਕਣ ਤੋਂ ਬਾਅਦ ਜਦੋਂ ਸੁੱਚਾ ਸਿੰਘ ਲੰਗਾ ਜੇਲ੍ਹ ਚੋਂ ਬਾਹਰ ਆਇਆ ਤਾਂ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਇਹਨਾਂ ਨੇ ਬਹੁਤ ਤਰਲੋ ਮੱਛੀ ਹੁੰਦਿਆਂ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਭੁੱਲ ਬਖਸ਼ਾ ਕੇ ਪੰਥ 'ਚ ਵਾਪਸੀ ਕੀਤੀ ਜਾਵੇ। ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਪੱਤਰ ਵੀ ਦਿੱਤਾ ਜਿਹਦੇ 'ਚ ਇਹਨਾਂ ਨੇ ਕਿਹਾ ਕਿ ਮੈਨੂੰ ਜਿਹੜੀ ਹੈ ਸਜ਼ਾ ਲਾ ਕੇ, ਧਾਰਮਿਕ ਸਜ਼ਾ ਲਾ ਕੇ ਪੰਥ 'ਚ ਮੈਨੂੰ ਵਾਪਸ ਲਿਆਂਦਾ ਜਾਵੇ। ਮੇਰੇ ਤੇ ਜਿਹੜੇ ਇਲਜ਼ਾਮ ਸੀਗੇ ਉਹ ਝੂਠੇ ਸੀਗੇ।
ਪਰ ਪੰਜ ਸਿੰਘ ਸਾਹਿਬਾਨਾਂ ਨੇ ਉਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਜਿਹੜੀ ਅੱਗੇ ਨਹੀਂ ਵਧਾਈ। ਇਹਦੇ ਬਾਅਦ ਪੰਥਕ ਜਥੇਬੰਦੀਆਂ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂਦੀਆਂ ਰਹੀਆਂ। ਜਦੋਂ ਇਹਨਾਂ ਦੀ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੀ ਤਾਂ ਪੰਥਕ ਧਿਰਾਂ ਉੱਤੇ ਪਹੁੰਚੀਆਂ ਕਿ ਸੁੱਚਾ ਸਿੰਘ ਲੰਗਾ ਇੱਕ SGPC ਮੈਂਬਰ ਸੀ, ਅੰਮ੍ਰਿਤਧਾਰੀ ਸੀ। ਇਸ ਦੇ ਬਾਵਜੂਦ ਇਹਨਾਂ ਨੇ ਜੋ ਕਰਮ ਕੀਤਾ ਤਾਂ ਉਸ ਕਰਕੇ ਇਹਨਾਂ ਦੀ ਪੰਥ 'ਚ ਵਾਪਸੀ ਜਿਹੜੀ ਆ ਉਹ ਨਾ ਕਰਵਾਈ ਜਾਵੇ। ਪਰ ਸੁੱਚਾ ਸਿੰਘ ਲੰਗਾ ਲਗਾਤਾਰ ਕੋਸ਼ਿਸ਼ਾਂ ਕਰਦਾ ਰਿਹਾ ਕਿ ਮੈਨੂੰ ਪੰਥ 'ਚ ਜਿਹੜੀ ਵਾਪਸੀ ਮਿਲ ਜੇ। ਉਹਦੇ ਬਾਅਦ ਗੁਰਦਾਸਪੁਰ 'ਚ ਪੈਂਦਾ ਜੀ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੜੀ ਹੈ ਜਿਹੜੀ ਗੁਰਦਾਸ ਨੰਗਲ ਦੇ ਵਿੱਚ। ਉੱਥੇ ਜਿਹੜਾ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਭੁੱਲ ਬਖਸ਼ਾਈ ਗਈ ਸੁੱਚਾ ਸਿੰਘ ਲੰਗਾ ਵੱਲੋਂ, ਤੇ ਇਹਦੇ ਬਾਅਦ ਪੰਜ ਪਿਆਰਿਆਂ ਨੇ ਉਹਨੂੰ ਅੰਮ੍ਰਿਤ ਛਕਾ ਕੇ 21 ਦਿਨ ਦੀ ਤਨਖਾਹ ਲਾਈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਝਾੜੂ ਵਾਲੀ 21 ਦਿਨ ਲਾਉਣਾਗਾ, ਤੁਸੀਂ ਸਫਾਈ ਜਿਹੜੀ ਕਰਨੀ ਹੈਗੀ। ਇਹ ਮਾਮਲਾ ਜਦੋਂ ਸਾਹਮਣੇ ਆਇਆ ਤਾਂ ਪੰਥਕ ਜਥੇਬੰਦੀਆਂ ਫੇਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਨੂੰ ਮੰਗ ਪੱਤਰ ਦੇਣ ਲਈ ਪਹੁੰਚੀਆਂ। ਤਾਂ ਜਿਹੜੇ ਸਹਾਇਕ ਨੇ ਜਥੇਦਾਰ ਸਾਹਿਬ ਦੇ ਉਹਨਾਂ ਨੇ ਸਾਫ਼ ਕਿਹਾ ਮੀਡੀਆ ਦੇ ਅੱਗੇ ਆ ਕੇ ਕਿ ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਕੋਲੇ ਨਾ ਤਾਂ ਕੋਈ ਮਾਫੀਨਾਮਾ ਆਇਆਗਾ, ਕੋਈ ਬੇਨਤੀ ਆਈ ਹੈ ਸੁੱਚਾ ਸਿੰਘ ਲੰਗਾ ਦੀ, ਤੇ ਨਾ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਚੋਂ ਛੇਕਿਆ ਗਿਆ ਸੀ ਜਿਹੜਾ ਲੰਗਾ ਨੂੰ, ਉਹ ਫੈਸਲਾ ਕੋਈ ਵਾਪਸ ਲਿਆ ਗਿਆਗਾ। ਇਸ ਕਰਕੇ ਇਹ ਮਾਮਲੇ ਦੀ ਜਾਂਚ ਕੀਤੀ ਜਾਊਗੀ ਤੇ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਗੋਬਿੰਦ ਸਿੰਘ ਲੰਗੋਵਾਲ, ਉਹਨਾਂ ਨੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੇ ਜਿਹੜੇ 3 ਮੁਲਾਜ਼ਮ ਨੇ ਉਹਨਾਂ ਨੂੰ ਮੁਅੱਤਲ ਕਰ ਦਿੱਤਾਗਾ। ਹੁਣ ਮੁਲਾਜ਼ਮ ਮੁਅੱਤਲ ਹੋ ਗਏ ਨੇ। ਲੰਗਾ ਨੇ ਜਿਹੜੀ ਪੰਜ ਪਿਆਰਿਆਂ ਦੀ ਹਾਜ਼ਰੀ 'ਚ ਤਨਖਾਹ ਲਵਾ ਲਈ ਆ, ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਉਹਨਾਂ ਨੇ ਭੁੱਲ ਬਖਸ਼ਾਉਣੀ ਸੀ ਆਪਣੀ। ਉਹ ਇੱਕ ਵਿਧੀ ਵਿਧਾਨ ਇੱਕ ਰਹਿਤ ਜਿਹੜਾ ਪ੍ਰੋਸੈਸ ਸਿੱਖੀਜ਼ਮ ਦੇ ਵਿੱਚ ਸਿਧਾਂਤ ਜਿਹੜੇ ਬਣੇ ਹੋਏ ਨੇ ਉਹਦੇ ਅਨੁਸਾਰ, ਪਰ ਇਹਨਾਂ ਨੇ ਜਿਹੜਾ ਇੱਕ ਟੇਢਾ ਰਸਤਾ ਚੁਣਨ ਦੀ ਕੋਸ਼ਿਸ਼ ਕੀਤੀ ਤੇ ਲਗਾਤਾਰ ਇਹ ਤਰਲੋਮੱਛੀ ਹੋ ਰਹੇ ਨੇ ਕਿ ਪੰਥ 'ਚ ਕਿਸੇ ਤਰੀਕੇ ਨਾਲ ਮੇਰੀ ਵਾਪਸੀ ਹੋ ਜੇ। ਤਾਂ ਕੁਝ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸਾਫ਼ ਕਰਤਾ ਕਿ ਨਾ ਤਾਂ ਲੰਗਾ ਸਾਡੀ ਪਾਰਟੀ ਦਾ ਮੈਂਬਰ ਹੈ, ਅਸੀਂ ਪਾਰਟੀ 'ਚ ਇਹਨੂੰ ਬਾਹਰ ਕੱਢਿਆ ਹੋਇਆ, ਤੇ ਜੇ ਇਹ ਕਰਦਾ ਇਹਦਾ ਨਿੱਜੀ ਫੈਸਲਾ ਨਿੱਜੀ ਕਾਰਵਾਈ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੋਟਿਸ ਲੈਣ ਉਹ ਦੇਖਣ ਤੇ ਜਾਂ ਲਗਾ ਜਾਣੇ। ਤੇ ਇਸ ਕਰਕੇ ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਤੋਂ ਪੰਥਕ ਜਥੇਬੰਦੀਆਂ ਨੇ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦੇ ਦਿੱਤਾ ਗਾ। ਸ੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਇਹ ਮੁੱਦਾ ਵਿਚਾਰਨਗੇ, ਪਰ ਫਿਲਹਾਲ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹੀ ਫੈਸਲਾ ਕਿ ਸੁੱਚਾ ਸਿੰਘ ਲੰਗਾ ਜੋ ਹੈ ਉਹ ਪੰਥ ਤੋਂ ਛੇਕਿਆ ਹੋਇਆਗਾ ਤੇ ਉਹਨੇ ਕੋਈ ਅਪੀਲ ਬੇਨਤੀ ਨਹੀਂ ਕੀਤੀ ਤੇ ਨਾ ਹੀ ਪੰਜ ਸਿੰਘ ਸਾਹਿਬਾਨਾਂ ਨੇ ਇਹ ਮੁੱਦੇ ਤੇ ਕੋਈ ਵਿਚਾਰ ਕੀਤੀ ਹੈ ਜੀ। ਬਿਲਕੁਲ ਜੀ, ਜੇ ਐਡਾ ਕਰਮ ਕਰਕੇ ਤੇ ਇੰਨੀ ਈਜੀ ਜਿਹੜਾ ਉਹ ਉਹਨੂੰ ਅੰਮ੍ਰਿਤ ਛਕਾ ਕੇ ਦੁਬਾਰਾ ਲੈ ਆਉਣਾ ਠੀਕ ਹੈ ਪੰਜਾਂ ਪਿਆਰਿਆਂ ਤੇ। ਮੈਂ ਪਹਿਲੇ ਕਹਿ ਚੁੱਕਾ ਆਪਾਂ ਉੱਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ ਕਿ ਗੁਰੂ ਸਾਹਿਬ ਦਾ ਫਰਮਾਨ ਆ ਜਿੱਥੇ ਪੰਜ ਪਿਆਰੇ ਹੋਣਗੇ ਉੱਥੇ ਗੁਰੂ ਆਪ ਵਰਤੇਗਾ ਤੇ ਉਹਦੇ ਤੇ ਆਪਾਂ ਕੋਈ ਗੱਲਬਾਤ ਨਹੀਂ ਕਰ ਸਕਦੇ। ਪਰ ਸਵਾਲ ਖੜਾ ਹੋ ਜਾਂਦਾ ਜੀ, ਪੰਜਾਂ ਪਿਆਰਿਆਂ ਨੂੰ ਤੇ ਪਤਾ ਸੀ ਨਾ ਵੀ ਉਹ ਗੁਰੂ ਦੇ ਰੂਪ ਦੇ ਵਿੱਚ ਹੁੰਦੇ ਆ, ਵੀ ਇਸ ਬੰਦੇ ਨੇ ਐਡਾ ਵੱਡਾ ਕਰਮ ਕੀਤਾ ਤੇ ਇਹਨੂੰ ਅੰਮ੍ਰਿਤ ਛਕਾ ਕੇ ਉਹ ਇਸ ਚੀਜ਼ ਦਾ ਹੱਕਦਾਰ ਸੀਗਾ ਵੀ ਉਹਨੂੰ ਅੰਮ੍ਰਿਤ ਛਕਾ ਕੇ ਦੁਆਰਾ ਲਿਆਂਦਾ ਜਾਂਦਾ, ਕਿਉਂਕਿ ਇਹ ਦੋ ਮੂੰਹੇ ਸੱਪ ਆ ਜੀ, ਕਿਸੇ ਬੰਨੇ ਵੀ ਡੰਗ ਮਾਰ ਸਕਦੇ ਆ। ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਸਟੂਡੀਓ ਦੇ ਵਿੱਚ ਕਾਲ ਕਰਕੇ 905 405 0002 ਦੇ ਉੱਤੇ। ਇਸ ਦੇ ਨਾਲ ਹੀ ਮੈਂ ਦੱਸਦਾ ਜੀ, ਕੱਲ ਨੂੰ ਆਪਣੇ ਸਟੂਡੀਓ ਦੇ ਵਿੱਚ ਅੱਜ ਸੁੱਚਾ ਸਿੰਘ ਦਾ ਨਾਂ ਹੈ ਜੀ, ਕੱਲ ਨੂੰ ਸੁੱਚਾ ਸਿੰਘ ਛੋਟੇਪੁਰ 9:30 ਵਜੇ ਆਪਣੇ ਨਾਲ ਜੋੜਨਗੇ, ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੱਢ ਦਿੱਤਾ ਗਿਆ ਤੇ ਆਪਣੇ ਨਾਲ ਕੱਲ ਨੂੰ 9:30 ਵਜੇ ਤੋਂ ਲੈ ਕੇ 11 ਵਜੇ ਤੱਕ ਸੁੱਚਾ ਸਿੰਘ ਛੋਟੇਪੁਰ, ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੀ ਸਿਆਸਤ ਬਾਰੇ, ਕਿਹੜੇ ਬੰਨੇ ਮੋੜ ਕੱਟ ਰਹੀ ਆ, ਕਿਉਂਕਿ ਹੁਣ ਸਮਾਂ ਜਿਹੜਾ ਉਹ ਠੀਕ ਰਹਿ ਗਿਆ ਤੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਐਡਜਸਟ ਹੋਣਾ ਹੀ ਪੈਣਾ ਤੇ ਤਾਂ ਹੀ ਆ ਜੇ, ਕਿਉਂਕਿ ਲੀਡਰ ਆ ਉਹਨਾਂ ਨੂੰ ਕੋਈ ਨਾ ਕੋਈ ਘਰ ਚਾਹੀਦਾ ਹੁੰਦਾ ਜੀ ਆਪਣੀ ਜਗ੍ਹਾ ਬਣਾਉਣ ਵਾਸਤੇ। ਕੀ ਉਹ ਆਮ ਆਦਮੀ ਪਾਰਟੀ 'ਚ ਵਾਪਸੀ ਕਰ ਰਹੇ ਆ ਜਾਂ ਹੋਰ ਕਿਹੜੀ ਪਾਰਟੀ ਦੇ ਵਿੱਚ ਜਾ ਰਹੇ ਆ ਜਾਂ ਸੁਖਪਾਲ ਸਿੰਘ ਖਹਿਰਾ ਹੋਣਾ ਦੇ ਨਾਲ ਰਲ ਰਹੇ ਆ, ਇਹ ਸਾਰੀ ਗੱਲਬਾਤ ਹੋਊਗੀ। ਅਰਸ਼ਦੀਪ, ਹੈ ਤੁਹਾਡੇ ਕੋਲ ਕੋਈ ਮਾੜੀ ਮੋਟੀ ਅਪਡੇਟ ਜੀ ਸੁੱਚਾ ਸਿੰਘ ਛੋਟੇਪੁਰ ਬਾਰੇ, ਜਾਂ ਉਹ ਖਹਿਰੇ ਹੋਣਾ ਨਾਲ ਗਾਂਧੀ ਹੋਣਾ ਦੇ ਨਾਲ ਗੱਠਜੋੜ ਹੋ ਰਿਹਾ ਜਾਂ ਕਿਹੜੇ ਬੰਨੇ ਜਾ ਰਹੇ ਆ? ਥੋੜਾ ਕਨਸੂਆਂ ਆ ਰਹੀਆਂ ਜੀ, ਕਿਆਸਾਰਾਈਆਂ ਲਾਈਆਂ ਜਾ ਰਹੀਆਂ, ਸ਼ਾਇਦ ਅਰਵਿੰਦ ਕੇਜਰੀਵਾਲ ਉਹਦੇ ਡੋਰੇ ਦੁਆਰਾ ਪਾ ਰਿਹਾ ਆ। ਕੀ ਸੁੱਚਾ ਸਿੰਘ ਛੋਟੇਪੁਰ ਜਾਣਗੇ ਆਮ ਆਦਮੀ ਪਾਰਟੀ ਦੇ ਵਿੱਚ? ਭਗਵੰਤ ਮਾਨ ਉਹਨੂੰ ਬਰਦਾਸ਼ਤ ਕਰਨਗੇ ਜੀ? ਦੇਖੋ ਜੀ, ਸੁੱਚਾ ਸਿੰਘ ਛੋਟੇਪੁਰ ਨੂੰ ਜਦੋਂ ਇਹਨਾਂ ਨੇ ਵਿਧਾਨ ਸਭਾ ਚੋਣਾਂ ਮੌਕੇ ਬਾਹਰ ਦਾ ਰਸਤਾ ਦਿਖਾਇਆ ਸੀ ਉਹਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੇ ਭੁਗਤ ਲਿਆ। ਉਹਨਾਂ ਨੂੰ ਜੋ ਹੈ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸਰਕਾਰ ਬਣਦੀ ਜਿਹੜੀ ਉਹ 20 ਸੀਟਾਂ ਤੱਕ ਸਿਮਟ ਗਈ ਜੇ ਫੈਸਲਿਆਂ ਕਰਕੇ। ਤੇ ਉਹਦੇ ਬਾਅਦ ਲਗਾਤਾਰ ਸੁੱਚਾ ਸਿੰਘ ਛੋਟੇਪੁਰ ਤੇ ਡੋਰੇ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਕੋਈ ਪਹਿਲਾ ਮੌਕਾ ਨਹੀਂ, ਇਸ ਤੋਂ ਪਹਿਲਾਂ ਵੀ ਵਾਰ-ਵਾਰ ਲੋਕ ਸਭਾ ਚੋਣਾਂ ਮੌਕੇ ਵੀ ਉਹਨਾਂ ਤੱਕ ਪਹੁੰਚ ਬਣਾਈ, ਇੱਕ ਕਮੇਟੀ ਉਹਨਾਂ ਨੂੰ ਜਾ ਕੇ ਮਿਲਦੀ ਹੈਗੀ
ਤੇ ਹੁਣ ਜਦੋਂ ਆਪ ਦੇ ਇੰਚਾਰਜ ਲਾਏ ਜਾਂਦੇ ਨੇ ਪੰਜਾਬ ਦੇ ਜਰਨੈਲ ਸਿੰਘ, ਤਾਂ ਜਰਨੈਲ ਸਿੰਘ ਵੀ ਇਹੀ ਕਹਿੰਦੇ ਨੇ ਕਿ ਸੁੱਚਾ ਸਿੰਘ ਛੋਟੇਪੁਰ ਤੇ ਧਰਮਵੀਰ ਗਾਂਧੀ ਵਰਗੇ ਲੀਡਰਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇਹ ਤੋਂ ਸਾਫ਼ ਹੈ ਕਿ ਉਹਨਾਂ ਦੇ ਨਾਲ ਰਾਬਤਾ ਜਿਹੜਾ ਉਹ ਲਗਾਤਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸੁੱਚਾ ਸਿੰਘ ਛੋਟੇਪੁਰ ਨੇ ਹਮੇਸ਼ਾ ਉਹੀ ਤਰਕ ਦਿੱਤਾ ਕਿ ਜਿਹੜੇ ਤੁਸੀਂ ਸਟਿੰਗ ਦੀ ਗੱਲ ਕਰਦੇ ਸੀ, ਜੇ ਤੁਸੀਂ ਮੇਰੇ ਤੋਂ ਸਟਿੰਗ ਇੱਕ ਤਾਂ ਜ਼ਰੂਰ ਦਿਖਾਓ। ਉਹਨਾਂ ਨੇ 2-3 ਵਾਰ ਕਿਹਾ ਵੀ ਉਹ ਸਟਿੰਗ ਲੋਕਾਂ ਨੂੰ ਤਾਂ ਦਿਖਾਓ, ਕਿਹੜਾ ਸਟਿੰਗ ਹੈ ਜਿਹੜਾ ਤੁਸੀਂ ਮੇਰੇ ਤੇ ਕੀਤਾ ਗਾ। ਉਹਦਾ ਜਵਾਬ ਨਹੀਂ ਦਿੱਤਾ। ਤੇ ਨੰਬਰ 2 ਤੇ ਉਹ ਜਿਹੜੀ ਦਿੱਲੀ ਦੀ ਲੀਡਰਸ਼ਿਪ ਦੀ ਦਖਲਅੰਦਾਜ਼ੀ ਦੀ ਗੱਲ ਉਹ ਸੁੱਚਾ ਸਿੰਘ ਛੋਟੇਪੁਰ ਦੀ ਗੱਲ ਕਰ ਰਹੇ ਨੇ, ਜਿਸ ਕਰਕੇ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਉਹਨਾਂ ਨਾਲ ਰਾਬਤਾ ਬਣਾਇਆ ਗਿਆ, ਕਈ ਵਾਰੀ ਧਰਮਵੀਰ ਗਾਂਧੀ ਦੇ ਗਰੁੱਪ ਵੱਲੋਂ ਵੀ ਬਣਾਇਆ ਗਿਆ, ਤੇ ਅਰਵਿੰਦ ਕੇਜਰੀਵਾਲ ਦਾ ਗਰੁੱਪ ਤਾਂ ਕਈ ਵਾਰ ਰਾਬਤਾ ਉਹਨਾਂ ਤੱਕ ਜਿਹੜਾ ਬਣਾ ਚੁੱਕਿਆ ਹੈ। ਬੇਸ਼ੱਕ ਸੁੱਚਾ ਸਿੰਘ ਛੋਟੇਪੁਰ ਕਹਿੰਦੇ ਨੇ ਕਿ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ, ਪਰ ਇਹ ਚਰਚਾ ਚੱਲੀ ਹੈ ਕਿ 2-3 ਵਾਰੀ ਉਹਨਾਂ ਤੱਕ ਜਿਹੜੀ ਪਹੁੰਚ ਬਣਾਈ ਗਈ ਹੈ, ਪਰ ਫਿਲਹਾਲ ਗੱਲ ਸਿਰੇ ਨਹੀਂ ਚੜੀ। ਪਰ ਹੁਣ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਆਮ ਆਦਮੀ ਪਾਰਟੀ ਚਾਹੁੰਦੀ ਹੈ ਇਹਨਾਂ ਲੀਡਰਸ਼ਿਪ ਨੂੰ ਜਿਹੜਾ ਕਿਸੇ ਨਾ ਕਿਸੇ ਤਰੀਕੇ ਵਿੰਗੇ ਟੇਢੇ ਢੰਗ ਨਾਲ ਜੇ ਵਾਪਸ ਲਿਆਂਦਾ ਜਾਵੇ ਤਾਂ ਦੁਬਾਰਾ ਤੋਂ ਇੱਕ ਮੂਵ ਜਿਹੜੀ ਪੰਜਾਬ ਦੇ ਵਿੱਚ ਵੇਵ ਜਿਹੜੀ ਉਹ ਬਣਾਈ ਜਾ ਸਕਦੀ ਹੈ। ਬਿਲਕੁਲ ਜੀ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਕਾਲ ਕਰਕੇ ਵੀ ਕੀ ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ ਚਾਉਣੇ ਚਾਹੀਦੇ ਆ, ਕਿਉਂਕਿ ਆਪਾਂ ਜੱਜ ਤਾਂ ਨਹੀਂ, ਪਰ ਆਪਣੇ ਵਿਚਾਰ ਦੇ ਸਕਦੇ ਹੋ। ਤੇ ਨਾਲ ਹੀ ਜੇ ਮੰਨ ਲਓ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਆ, ਪਹਿਲੀ ਤਾਂ ਗੱਲ 0% ਚਾਂਸ ਹੈ, ਕਿਉਂਕਿ ਭਗਵੰਤ ਮਾਨ ਦੇ ਵੀ ਜਿਹੜਾ ਧੌਣ ਦੇ ਵਿੱਚ ਸਰੀਆ ਅੜਿਆ ਜੀ, ਉਹਨੇ ਨਹੀਂ ਆਉਣ ਦੇਣਾ। ਤੇ ਸ਼ਾਇਦ ਅਰਵਿੰਦ ਕੇਜਰੀਵਾਲ ਵੀ ਨਹੀਂ ਬਰਦਾਸ਼ਤ ਕਰਨਗੇ, ਕਿਉਂਕਿ ਕੱਦ ਬੁੱਧ ਦੇ ਵਿੱਚ ਨਵਜੋਤ ਸਿੱਧੂ ਜਿਹੜਾ ਉਹ ਅਰਵਿੰਦ ਕੇਜਰੀਵਾਲ ਤੋਂ ਥੱਲੇ ਨਹੀਂ ਹੈਗਾ, ਬਰਾਬਰ ਦੇ ਲੀਡਰ ਆ ਜੀ। ਤੇ ਇਸ ਕਰਕੇ ਸ਼ਾਇਦ ਉਹ ਵੀ ਨਹੀਂ ਚਾਹੁੰਗੇ ਵੀ ਮੈਂ ਇਹ ਆਵੇ, ਕਿਉਂਕਿ ਪ੍ਰਧਾਨ ਤੇ ਜਿਹੜਾ ਕਨਵੀਨਰ ਹੈ ਉਹ ਅਰਵਿੰਦ ਕੇਜਰੀਵਾਲ ਨੇ ਰਹਿਣਾ ਜੀ। ਇਸ ਪ੍ਰੋਗਰਾਮ ਤੇ ਇਸ ਨੂੰ ਸਪਾਂਸਰ ਕੀਤਾ ਬੀ ਟਾਊਨ ਰੈਨੋਵੇਸ਼ਨ ਨੇ। ਜੇ ਤੁਸੀਂ ਘਰ ਦੀ ਰੈਨੋਵੇਸ਼ਨ ਕਰਾਉਣੀ ਚਾਹੁੰਦੇ, ਕਿਸੇ ਵੀ ਤਰ੍ਹਾਂ ਦੀ ਬੇਸਮੈਂਟ ਬਣਾਉਣੀ, ਟਾਈਲਾਂ ਲਵਾਉਣੀਆਂ, ਸ਼ਾਵਰ ਲਵਾਉਣਾ, ਵਾਸ਼ਰੂਮ, ਕਿਸੇ ਵੀ ਤਰ੍ਹਾਂ ਦਾ, ਤੇ ਕਾਲ ਕਰ ਸਕਦੇ ਹੋ ਸਿਮਰੋਣਾ ਨੂੰ 647 741 4241 ਤੇ ਜਾਂ ਸੋਖਾਣਾ ਨੂੰ 647 760 1682 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਇਸ ਦੇ ਨਾਲ ਹੀ ਜੇ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ ਜੀ, ਬੜਾ ਪੁਰਾਣਾ ਐਕਸਪੀਰੀਅੰਸ ਹੈ ਜੀ। ਫਸਟ ਕੈਨੇਡੀਅਨ ਡਰਾਈਵਿੰਗ ਸਕੂਲ ਵਾਲੇ, ਤੁਸੀਂ ਰਿਫਿਊਜੀ ਆਏ ਹੋ, ਵਿਜ਼ਟਰ ਹੋ, ਸਟੂਡੈਂਟ ਹੋ, LMI ਲਈ ਆ, ਤੇ ਤੁਸੀਂ ਟਰੱਕ ਦੀ ਜਿਹੜਾ ਲਾਇਸੈਂਸ ਲੈਣ ਬਾਰੇ ਸੋਚ ਰਹੇ ਹੋ ਤਾਂ 905 672 7899 ਤੇ ਕਾਲ ਕਰ ਸਕਦੇ ਹੋ। ਆਪਣੇ ਨਾਲ ਕਾਲਰ ਜੁੜਿਆ ਜੀ, ਕਾਲ ਲੈ ਲਈਏ ਤਾਂ ਉਸ ਤੋਂ ਬਾਅਦ ਆਪਾਂ ਅਰਸ਼ਦੀਪ ਬਣਾ ਕੋਲੋਂ ਇਹ ਸਵਾਲ ਪੁੱਛਦੇ ਹਾਂ। ਹਾਂਜੀ ਵੀਰ ਜੀ, ਫਸਟ ਕਾਲ, ਹਾਂਜੀ 5006, ਸਵਾਗਤ ਹੈ ਜੀ ਤੁਹਾਡਾ। ਹਾਂਜੀ ਚੰਦੀ ਸਾਹਿਬ ਸਤਿ ਸ਼੍ਰੀ ਅਕਾਲ, ਤੇ ਆਪਾਂ ਛੋਟੇ ਵੀਰ ਅਰਸ਼ਵੀਰ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਗਗਨ ਸੰਧੂ ਬੋਲਦਾ। ਹਾਂਜੀ ਹਾਂਜੀ ਗਗਨ ਵੀਰ, ਸਵਾਗਤ ਹੈ ਜੀ। ਗੱਲ ਏਦਾਂ ਹੈ ਜੀ, ਸੁੱਚਾ ਸਿੰਘ ਛੋਟੇਪੁਰ ਹੋਣੀ ਤੇ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਵੀ ਜਿਹੜੇ ਆਪਾਂ ਹਲਕੇ ਨੂੰ ਬਿਲੋਂਗ ਕਰਦੇ ਹਾਂ, ਚਲੋ ਕੁਝ ਬੰਦਿਆਂ ਬਾਰੇ ਥੋੜੀ ਬਹੁਤੀ ਨੌਲੇਜ ਰੱਖੀ ਦੀ ਆ ਜੀ। ਇਹ ਤਾਂ ਬਹੁਤ ਵਧੀਆ ਬੰਦਾ ਆ, ਇਹ ਬੜੇ ਪੁਰਾਣੇ, ਚਲੋ ਮੈਂ ਇਹ ਨਹੀਂ ਕਹਿ ਸਕਦਾ, ਇਹ ਬੜੇ ਵਧੀਆ ਇਨਸਾਨ ਨੇ, ਇਹਨਾਂ ਨੇ ਬੜਾ ਕੀਤਾ, ਇਹਦੀ ਬੜੀ ਦੇਣ ਹੈ। ਪਰ ਗੱਲ ਕੀ ਆ ਕਿ ਵਸ ਨਹੀਂ ਚੱਲਣ ਦਿੱਤਾ, ਠੀਕ ਹੈ ਨਾ। ਇਹ ਆਮ ਆਦਮੀ ਪਾਰਟੀ ਦੇ ਵਿੱਚ ਵੀ ਜੇ ਰਹਿ ਜਾਂਦੇ ਜੀ, ਵੇਖੋ ਜੀ ਇਹਨਾਂ ਨੇ ਕਾਫਲਾ ਤੋਰਿਆ ਸੀਗਾ, ਕੋਈ ਸ਼ੱਕ ਨਹੀਂ ਆ, ਕਾਫਲਾ ਤੋਰਿਆ ਸੀਗਾ। ਉਹ ਕੁਝ ਜਿਹੜੇ ਬਿਲਕੁਲ ਨੇੜਲੇ ਬੰਦੇ ਹੋ ਜਾਂਦੇ ਆ ਨਾ, ਉਹ ਤੁਹਾਨੂੰ ਵੀ ਪਤਾ ਹੈ ਵੀ ਭਗਵੰਤ ਸਿੰਘ ਮਾਨ ਹੋਣਾ ਨੇ ਕਿਸੇ ਦਾ ਵਸ ਚੱਲਣ ਹੀ ਨਹੀਂ ਦਿੱਤਾ। ਉਹਨਾਂ ਨੇ ਮਤਲਬ ਇੰਨਾ ਕਿ ਜ਼ਿਆਦਾ ਅਗਲੇ ਬੰਦੇ ਨੂੰ ਇੰਨਾ ਕਿ ਜ਼ਿਆਦਾ, ਕਿਉਂਕਿ ਹੁਣ ਕੋਈ ਰੋਟੀ ਨੂੰ ਚੋਚੀ ਕਹਿਣ ਵਾਲਾ ਬੰਦਾ ਤੇ ਹੈ ਨਹੀਂ। 25 ਅਸੀਂ ਤਾਂ ਜੰਮੇ ਵੀ ਨਾ ਜਦੋਂ ਦੇ ਸੁੱਚਾ ਸਿੰਘ ਛੋਟੇਪੁਰ ਹੋਣੀ ਪੋਲੀਟਿਕਸ ਦੇ ਵਿੱਚ ਨੇ, ਤੇ ਜੇ ਇਹਨਾਂ ਨੇ ਕੁਝ ਬਣਾਉਣਾ ਹੁੰਦਾ ਨਾ ਜੀ ਜੀ, ਤੇ ਇਹ ਬੜੇ ਚਿਰ ਦਾ ਅਕਾਲੀ ਦਲ ਚੋਂ ਬਣਾ ਜਾਣ। ਜਿਹੜੇ ਇਹਨਾਂ ਦੇ ਹਾਣੀ ਨੇ, ਜਿਨ੍ਹਾਂ ਨੇ ਅੱਜ ਰੱਬ ਮੁੱਲ ਲੈ ਲਿਆ, ਮੈਂ ਤਾਂ ਸਿੱਧੀ ਗੱਲ ਕਹੂੰਗਾ ਜੀ, ਰੱਬ ਮੁੱਲ ਲੈਣ ਵਾਲੀ ਗੱਲ ਹੋ ਗਈ ਨਾ ਸੁੱਚਾ ਸਿੰਘ ਲੰਗਾਹ ਹੋਣਾ ਦੀ ਜੀ। ਤੇ ਲੰਗਾਹ ਹੋਣ ਦਾ ਪਿਛੋਕੜ ਦੇਖੋ ਨਾ, ਇਹਨਾਂ ਦਾ ਪਿਛੋਕੜ ਦੇਖੋ। ਇਹ ਅੱਜ ਵੀ ਉੱਥੇ ਸਟੈਂਡ ਕਰਦੇ ਨੇ ਸੁੱਚਾ ਸਿੰਘ ਛੋਟੇਪੁਰ ਜੀ। ਤੇ ਜਿਹੜਾ ਲੰਗਾਹ ਆ, ਲੰਗਾਹ ਨੇ ਕਿੱਥੋਂ ਕੀ ਬਣਾਇਆ, ਹਾਂਜੀ ਇੰਨਾ ਕਿ ਜ਼ਿਆਦਾ ਬਣਾ ਲਿਆ, ਜਾਂ ਚਲੋ ਜੇਲਾਂ ਕੱਟੀਆਂ ਨੇ। ਉਹ ਇੱਕ ਗੱਲ ਕਹਿ ਕੇ ਨਾ ਪੱਲਾ ਝਾੜ ਨਹੀਂ ਦਿੰਦਾ ਹੁੰਦਾ ਕਿ ਮੈਂ ਬਾਦਲ ਦੇ ਨਾਲ ਸਾਡੇ ਜੀ ਚੂਹੇ ਛੱਡੇ ਗਏ, ਫਲਾਣ ਕੀਤਾ ਗਿਆ। ਉਹਦੇ ਦੋ ਗੱਲਾਂ ਕਹਿ ਕੇ ਤੇ ਠੀਕ ਆ, ਦੇਣ ਹੈਗੀ ਅਕਾਲੀ ਦਲ ਨੂੰ, ਦੇਣ ਤੋਂ ਬਾਅਦ ਇਹ ਤਾਂ ਨਹੀਂ ਨਾ ਕਿ ਤੁਸੀਂ ਖਾ ਹੀ ਜਾਓ ਲੋਕਾਂ ਨੂੰ ਜੀ। ਜੇ ਤੁਸੀਂ ਅੱਜ ਕਿਸੇ ਚੀਜ਼ ਦੀ ਦੇਣ ਦਿੰਦੇ ਆ, ਮੰਨ ਲਓ ਕੋਈ ਵੀ ਤੁਸੀਂ ਸੇਵਾ ਸੁਸਾਇਟੀ ਜਾਂ ਕੁਝ ਵੀ ਕੰਮ ਕਰਦੇ ਆ, ਮੁੜ ਕੇ ਤੁਸੀਂ ਉਹਦੇ ਤੇ ਆਪਣਾ ਜੱਦੀ ਹੱਕ ਨਹੀਂ ਨਾ ਜਤਾ ਸਕਦੇ। ਅਕਾਲੀ ਦਲ ਜਿਹੜੀ ਪਾਰਟੀ ਆ, ਉਹ ਕਿਸੇ ਦੀ ਜੱਦੀ ਜਦਾਦ ਤੇ ਹੈ ਨਹੀਂ ਆ, ਪਰ ਇਹ ਉਹਨੂੰ ਜੱਦੀ ਜਦਾਦ ਬਣਾ ਕੇ ਬਹਿ ਗਏ। ਤੁਸੀਂ ਕਿਹਾ ਪੰਜਾਂ ਪਿਆਰਿਆਂ ਦੀ ਰਹਿਣ ਦੇ ਵਿੱਚ ਅੰਮ੍ਰਿਤ ਛਕਾਇਆ ਗਿਆ, ਕੀ ਇੱਥੋਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਰੱਬ ਮੁੱਲ ਵਿਕ ਗਿਆ। ਬਿਲਕੁਲ ਜੀ,
ਹੁਣ ਰੱਬ ਮੁੱਲ ਵੇਖਣ ਵਾਲੀ ਗੱਲ ਗਗਨਵੀਰ ਮੈਂ ਤੁਹਾਡੀ ਗੱਲ ਟੋਕਦਾ ਮਾੜੀ ਜੀ, ਕਿਉਂਕਿ ਹਮੇਸ਼ਾ ਨਾ ਕਹਿ ਦਿੰਦੇ ਵੀ ਆਪਾਂ ਥੋੜਾ ਜਿਹਾ ਕੌੜਾ ਬੋਲੀ ਦਾ, ਸੱਚ ਬੋਲੀ ਦਾ, ਤੇ ਕਹਿ ਦਿੰਦੇ ਜੀ ਤੁਸੀਂ ਅਕਾਲੀ ਦਲ ਦੇ ਵਿਰੋਧੀ ਆ, ਅਸੀਂ ਕੱਟੜਾ ਅਕਾਲੀ ਆ। ਪਰ ਜਦੋਂ ਸਾਡੇ ਗਲਤੀਆਂ ਕਰਨਾ ਉਦੋਂ ਦੁੱਖ ਬਹੁਤ ਜ਼ਿਆਦਾ ਲੱਗਦਾ, ਕਿਉਂਕਿ ਕਾਂਗਰਸ ਸਾਡੀ ਮੈਨੂੰ ਵੀਰ ਜੀ ਮਾੜੀ ਪੂਰੀ ਗੱਲ ਕਰ ਲੈਂਦੇ ਹੋ। ਜਿਹੜੀ ਕਾਂਗਰਸ ਹੈ ਨਾ ਉਹ ਸਾਡੀ ਦੁਸ਼ਮਣ ਆ। ਉਹਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ, ਇੰਨਾ ਕਤਲੇਆਮ ਕੀਤਾ ਸਾਡੀ ਕੌਮ ਦਾ, ਬਿਆਨ ਸਿੰਘ ਹੋਣਾ ਨੇ ਜਾਂ KPS ਗਿੱਲ ਨੇ, ਸਾਰਾ ਕੁਛ ਹੀ ਆ। ਉਹਨੂੰ ਤਾਂ ਅਸੀਂ ਮਾਫ ਕਰ ਹੀ ਨਹੀਂ ਸਕਦੇ। ਪਰ ਜਦੋਂ ਸਾਡੇ ਲੀਡਰ ਗਲਤੀਆਂ ਕਰਦੇ ਆ ਨਾ, ਸਾਡੇ ਬੰਦੇ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਦੇ ਆ, ਦੁੱਖ ਬਹੁਤ ਜ਼ਿਆਦਾ ਲੱਗਦਾ। ਇੱਕ ਗੀਤ ਆਇਆ ਸੀਗਾ ਸਰਦੂਲ ਸਿਕੰਦਰ ਦਾ, ਸ਼ਾਇਦ ਸੱਜਣਾ ਚਲਾਵਾ ਫੁੱਲ ਮਾਰਿਆ ਤੇ ਗੋਰੀ ਗਾਲੇ ਉੱਤੇ ਨੀਲ ਪਿਆ। ਫੁੱਲ ਦੇ ਨਾਲ ਨੀਲ ਨਹੀਂ ਪੈਂਦਾ, ਪਰ ਉਹ ਜਿਹੜਾ ਫੁੱਲ ਮਾਰਿਆ ਕਹਿੰਦੇ ਸੀ ਦੋਸਤਾਂ ਨੇ। ਉਹ ਕਹਿਣ ਦਾ ਭਾਵ ਹੈ ਵੀ ਜਦੋਂ ਸਾਡੇ ਛੁਰਾ ਮਾਰਦੇ ਨਾ ਪਿੱਠ ਦੇ ਵਿੱਚ, ਸਾਡੇ ਗਦਾਰੀ ਕਰਦੇ ਆ, ਸਾਡੇ ਕੌਮ ਦੇ ਨਾਲ ਧੋਖਾ ਕਰਦੇ ਆ, ਦੁੱਖ ਜ਼ਿਆਦਾ ਤਾਂ ਲੱਗਦਾ। ਸਾਨੂੰ ਤਾਂ ਬੋਲਣਾ ਪੈਂਦਾ, ਬਗਾਨਿਆਂ ਨੂੰ ਤਾਂ ਅਸੀਂ ਕੁਝ ਕਹਿ ਹੀ ਨਹੀਂ ਸਕਦੇ। ਪਰ ਜੇ ਸਾਡੇ ਬੰਦੇ ਗਲਤੀ ਕਰਨਾ, ਸਾਡੇ ਲੀਡਰ ਗਲਤੀ ਕਰਨ, ਉਹਨਾਂ ਦੀ ਖਿਚਾਈ ਤਾਂ ਜ਼ਿਆਦਾ ਕਰਨੀ ਪੈਂਦੀ ਵੀ ਸਾਨੂੰ ਉਮੀਦ ਨਹੀਂ ਸੀਗੀ, ਜਿੱਤੇ ਅਸੀਂ ਭਰੋਸਾ ਕੀਤਾ ਉਹਨਾਂ ਨੇ ਸਾਡਾ ਜ਼ਿਆਦਾ ਨੁਕਸਾਨ ਕੀਤਾ। ਜੀ ਕੰਟੀਨਿਊ ਪਲੀਜ਼। ਬਿਲਕੁਲ ਜੀ, ਮੈਂ ਉਹੀ ਗੱਲ ਤੁਹਾਨੂੰ ਕਹਿਣ ਡਿਆ ਵੀ ਜਿੱਦਾਂ ਮੰਨ ਲਓ ਛੋਟੇ ਹੁੰਦਿਆਂ ਨੂੰ ਨਾ ਚਾਚਾ ਤਾਇਆ ਝਿੜਕ ਦਿੰਦਾ ਹੁੰਦਾ ਤੇ ਡੈਡੀ ਕਹਿੰਦਾ ਹੁੰਦਾ ਵੀ ਚਲੋ ਕੋਈ ਗੱਲ ਨਹੀਂ, ਹਨਾ, ਵੀ ਤੇਰਾ ਚਾਚਾ ਆ। ਪਰ ਸਾਡਾ ਡੈਡੀ ਜਦੋਂ ਝਿੜਕਦਾ ਹੁੰਦਾ ਡੈਡ ਮੀਨਸ ਕਿ ਵਾਕਈ ਅਸੀਂ ਕੋਈ ਗਲਤੀ ਕੀਤੀ ਆ। ਉਹੀ ਗੱਲ ਇੱਥੇ ਆ ਗਈ ਆ ਕਿ ਅਕਾਲੀ ਦਲ, ਮੈਂ ਕਹਿੰਦਾ ਆ ਵੀ ਅਸੀਂ ਸ਼ੁਰੂ ਤੋਂ ਬਟਾਲੇ ਹਲਕੇ ਨੂੰ ਹੀ ਬਿਲੋਂਗ ਕਰਦੇ ਆ, ਜਿਹਨੂੰ ਬੜੇ ਲੋਕਾਂ ਨੂੰ ਪਤਾ ਵੀ ਆ ਵੀ ਅਸੀਂ ਕੀ, ਚਲੋ ਇੱਥੇ ਦੱਸਣਾ ਕੀ ਆ ਵੀ ਅਸੀਂ ਕੀ ਸਟੈਂਡ ਕਰਦੇ ਤੇ ਕਿਹੜੇ ਬੰਦੇ ਪਿੱਛੇ ਕੀ ਸਟੈਂਡ ਲਿਆ। ਪਰ ਅੱਜ ਕਿਉਂ ਬੋਲਣਾ ਪੈਣ ਡਿਆ? ਕਿਉਂਕਿ ਉਹ ਜੋ ਪੰਥ ਚੋਂ ਸ਼ੇਖ ਦਿੱਤਾ ਬੰਦੇ ਨੂੰ, ਮੰਨ ਲਓ ਉਹਨੂੰ ਕੱਢ ਦਿੱਤਾ, ਗੱਦਾਰ ਆ ਬੰਦਾ, ਉਹ ਕੌਮ ਦਾ ਗੱਦਾਰ ਆ। ਨਾ ਕਿ ਉਹ ਮੈਨੂੰ ਕੀ ਫਰਕ ਪੈਣਾ ਆ? ਮੈਨੂੰ ਕੋਈ ਫਰਕ ਨਹੀਂ ਪੈਣਾ, ਨਾ ਚੰਡੀਵੀਰ ਨੂੰ ਫਰਕ ਪੈਣਾ। ਫਰਕ ਤੇ ਉਹਦੇ ਲੋਕ, ਜਿਹੜੇ ਲੋਕ ਨਾਲ ਜੁੜੇ ਨੇ। ਵੇਖੋ ਨਾ, ਉਹ ਕੀ, ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਬੰਦਾ ਕਰ ਕੀ ਰਿਹਾ ਆ, ਹਨਾ? ਇੱਕ ਤੋਂ ਉਹੀ ਕਹਿੰਦੇ ਸੀ ਨਾ ਉਦੋਂ, ਨਹੀਂ ਜੀ ਇਹ ਤਾਂ ਕਹਿੰਦਾ ਮੈਂ ਵੀਡੀਓ 'ਚ ਆਇਆ ਹੀ ਨਹੀਂ। ਕਹਿਣ ਵਾਲੇ ਕਹਿੰਦੇ ਵੀ ਢਿੱਡ ਵੀ ਲਾ ਲੈਣਾ ਸੀ ਫਿਰ। ਜੀ ਹੁਣ ਗੱਲਾਂ ਨੇ ਜੀ, ਆਪਾਂ ਇੱਥੇ ਗੱਲ ਸੱਚ ਦੀ ਕਰਦੇ ਆ, ਬੋਲ ਕੇ ਕਰਦੇ ਆ। ਲੋਕਾਂ ਨੇ ਫਿਰ ਤੁਹਾਡੀ ਗੱਲ ਸੁਣੋ, ਕਹਿਣਾ ਵੀ ਅਕਾਲੀ ਦਲ ਦੀ ਹਮਾਇਤ ਕਰਦੇ ਆ। ਗੱਲ ਅਕਾਲੀ ਦਲ ਦੀ ਨਹੀਂ ਹੁੰਦੀ, ਗੱਲ ਬੰਦੇ ਦੀ ਹੁੰਦੀ ਆ, ਇੱਕ ਇਨਸਾਨ ਦੀ ਹੁੰਦੀ ਆ। ਸ਼ਾਇਦ ਉਹਨੂੰ ਇਨਸਾਨ ਵੀ ਕਹਿਣਾ ਮੇਰੇ ਲਈ ਥੋੜਾ ਜਿਹਾ ਔਖਾ ਹੋਣ ਡਿਆ, ਕਿਉਂਕਿ ਉਹ ਇਹਦੇ ਨਾਲੋਂ ਨਾ ਜਾਨਵਰ ਵੀ ਜਿਹੜੇ ਹੁੰਦੇ ਆ ਨਾ, ਉਹ ਵੀ ਮਤਲਬ ਚੰਗੇ ਹੁੰਦੇ ਆ। ਉਹ ਵੀ ਸੋਚ ਲੈਂਦੇ ਆ ਵੀ ਭਾਈ ਅਸੀਂ ਆਪਣੇ ਆਲੇ ਦੁਆਲੇ ਜਿਹੜਾ ਆ ਨਾ, ਮਾਂਜਾ ਮਾਰਨਾ ਜਾਣੀ ਪੂਛ ਮਾਰ ਕੇ, ਮੈਂ ਹੁਣ ਵਰਡ ਨਹੀਂ ਕਹਿਣਾ ਚਾਹੁੰਦਾ, ਬੰਦੇ ਨੂੰ ਕੰਪੇਅਰ ਨਹੀਂ ਕਰਨਾ ਚਾਹੁੰਦਾ ਉਸ ਜਾਨਵਰ ਦੇ ਨਾਲ, ਪਰ ਉਹਨੂੰ ਵੀ ਪਤਾ ਹੁੰਦਾ ਵੀ ਮੈਂ ਪੂਛ ਮਾਰ ਕੇ ਬਹਿਣਾ ਆ। ਠੀਕ ਹੈ ਜੀ, ਬਹੁਤ ਹੀ ਮੰਦਭਾਗੀ ਗੱਲ ਆ, ਬਹੁਤ ਹੀ ਨਿੰਦਣਯੋਗ ਗੱਲ ਆ। ਬੜੇ ਹੀ ਕਰੜੇ ਅੱਖਰਾਂ ਦੇ ਵਿੱਚ ਅਸੀਂ ਕਵਾਂਗੇ ਕਿ ਇਹ ਬਹੁਤ ਹੀ ਲਾਂਭਾ ਪਾਉਣ ਵਾਲੀ ਗੱਲ ਆ। ਜੇ ਅੱਜ ਵੀ ਅਕਾਲੀ ਦਲ ਨੂੰ ਇਸ ਚੀਜ਼ ਦੇ ਨਾਲ ਕੋਈ ਥੋੜਾ ਬਹੁਤ ਵੀ ਹੈਗਾ ਆ ਨਾ, ਅੱਜ ਵੀ ਮਾਫੀ ਮੰਗ ਕੇ ਉਸ ਬੰਦੇ ਨੂੰ ਅਜੇ ਵੀ ਸਾਈਡ ਤੇ ਕਰ ਦੇਵੇ, ਕਿਉਂਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਅੱਗੇ ਵੀ ਇਹਨਾਂ ਹੀ ਲੋਕਾਂ ਨੇ, ਇਹੋ ਜਿਹੇ ਲੋਕਾਂ ਨੇ ਹੀ ਅਕਾਲੀ ਦਲ ਦਾ ਬੇੜਾ ਗਰਕ ਕਰ ਦਿੱਤਾ, ਤੇ ਜਿਹਦਾ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬਿਲਕੁਲ ਗਗਨਵੀਰ, ਮੈਂ ਤਾਂ ਹੀ ਕਹਿਣਾ ਉਹਨਾਂ ਨੇ ਵੀ ਇਹ ਜਦੋਂ ਅਸੀਂ ਕਹਿੰਦੇ ਆ ਤਾਂ ਸਾਡੇ ਵੀਰ ਨੇ ਇੱਕ ਦਿਨ ਕਿਹਾ ਸੀ ਜੀ, ਕਹਿੰਦੇ ਸੁਖਵਿੰਦਰ ਸਿੰਘ ਚੰਦੀ ਜੀ ਤੁਸੀਂ ਕਹਿੰਦੇ ਅਕਾਲੀ ਦਲ ਦੇ ਉਲਟਾਂ। ਅਸੀਂ ਉਲਟ ਵੀਰ ਕਿਸੇ ਦੇ ਨਹੀਂ ਗਏ, ਪਰ ਪ੍ਰੋਬਲਮ ਇਹ ਹੈ ਜਦੋਂ ਸਾਡੇ ਗਲਤੀਆਂ ਕਰਦੇ ਆ ਤਾਂ ਸਾਨੂੰ ਉੱਤੇ ਕਿੰਤੂ ਪਰੰਤੂ ਜ਼ਿਆਦਾ ਕਰਨਾ ਚਾਹੀਦਾ। ਜਿੱਦਾਂ ਹੁਣ ਗਗਨਵੀਰ ਨੇ ਕਿਹਾ ਵੀ ਜੇ ਚਾਚਾ ਝਿੜਕਦਾ ਤੇ ਡੈਡੀ ਕਹਿੰਦੇ ਹੁੰਦੇ ਸੀਗੇ ਇਹ ਕੋਈ ਗੱਲ ਨਹੀਂ ਤੇਰਾ ਚਾਚਾ ਹੈ, ਪਰ ਜਦੋਂ ਪਿਓ ਝਿੜਕਦਾ ਹੈ ਫਿਰ ਪਤਾ ਹੁੰਦਾ ਵਾਕਿਆ ਸਾਡੀ ਗਲਤੀ ਆ। ਆਪਾਂ ਹੁਣ ਪਿਓ ਨੂੰ ਕਹਿ ਨਹੀਂ ਸਕਦੇ ਕਿਉਂਕਿ ਉਹਦਾ ਹੱਕ ਬਣਦਾ, ਹੱਕ ਤਾਂ ਚਾਚੇ ਦਾ ਵੀ ਉਹਨੇ ਬਣਦਾ, ਪਿਓ ਦੇ ਨਾਲ ਜੰਮਿਆ ਹੁੰਦਾ ਉਹ। ਪਰ ਗਲਤੀਆਂ ਜਿਹੜੀਆਂ ਜਦੋਂ ਸਾਡਾ ਪਰਿਵਾਰ ਗਲਤੀਆਂ ਕਰੇ ਤਾਂ ਬਹੁਤ ਦੁੱਖ ਲੱਗਦਾ। ਆਪਾਂ ਚੱਲਦੇ ਹਾਂ ਜੀ ਨੈਕਸਟ ਕਾਲ ਤੇ। ਹਾਂਜੀ ਵੀਰੇ 1984 ਸਵਾਗਤ ਹੈ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ। ਹਾਂਜੀ ਦਾਸ ਕੁਲਜੀਤ ਸਿੰਘ ਬੋਲ ਰਿਹਾ ਵੀਰੇ ਜੀ। ਸਵਾਗਤ ਹੈ ਵੀਰ ਜੀ ਤੁਹਾਡਾ। ਹਾਂਜੀ ਵੀਰੇ, ਮੈਂ ਨਾ ਜਿਹੜੀ ਤੁਸੀਂ ਆ ਗੱਲ ਮੈਂ ਸੁਣ ਰਿਹਾ ਸੀ ਤੁਹਾਡੀ, ਤੇ ਤੁਸੀਂ ਸੁੱਚਾ ਸਿੰਘ ਛੋਟੇਪੁਰ ਦੀ ਵੀ ਗੱਲ ਕੀਤੀ, ਰਾਜਨੀਤਿਕ ਨੇਤਿਆਂ ਦੀ ਵੀ ਗੱਲ ਕੀਤੀ, ਪਾਰਟੀਆਂ ਦੀ ਵੀ ਗੱਲ ਕੀਤੀ ਜੀ। ਪਰ ਇੱਕ ਗੱਲ ਇਹ ਆ ਕਿ ਕੋਈ ਇੱਥੇ ਦੁਨੀਆ ਦੇ ਵਿੱਚ, ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਜੋ ਦੇਖਣ ਚ ਆਇਆ ਕਿ ਉੱਥੇ ਦੇ ਲੋਕ ਜਿਹੜੇ ਆ ਉਹ ਬੰਦੇ ਦੇ ਭਗਤ ਆ, ਉਹ ਬੰਦਿਆਂ ਦੇ ਮਗਰ ਲੱਗਦੇ ਆ ਜੀ। ਬਿਲਕੁਲ, ਜਿਹੜਾ ਸਿਧਾਂਤ ਹੁੰਦਾ ਹੈ ਨਾ ਉਹਦੇ ਮਗਰ ਨਹੀਂ ਲੱਗਦੇ ਜੀ। ਉਹਦੀ ਜਿਉਂਦੀ ਜਾਗਦੀ ਮਿਸਾਲ ਇਹ ਆ ਕਿ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਇੰਨੇ ਬਾਬੇ, ਇੰਨੇ ਢਾਬੇ, ਇੰਨੇ ਸੰਤ, ਇੰਨੇ ਪਖੰਡੀ, ਇੰਨੇ ਦੰਮੀ ਪੈਦਾ ਕਿਉਂ ਹੁੰਦੇ ਆ? ਕਿਉਂਕਿ ਇਹ ਲੋਕ ਬੰਦੇ ਨੂੰ ਰੱਬ ਮੰਨਦੇ ਆ, ਬੰਦੇ ਦੇ ਭਗਤ ਆ। ਬਿਲਕੁਲ ਜੀ, ਸਿਧਾਂਤ ਦੇ ਨਹੀਂ। ਹੁਣ ਮੈਂ ਗੱਲ ਕਰਨੀ ਆ ਮੇਨਲੀ ਸੁੱਚਾ ਸਿੰਘ ਛੋਟੇਪੁਰ ਦੀ।
ਕਿਉਂਕਿ ਮੈਂ ਤਾਂ ਖੁਦ ਇਸ ਬਾਰੇ ਟੌਪਿਕ ਦੇ ਬਾਰੇ ਬਹੁਤ ਬੋਲਿਆ ਜੀ ਜੀ। ਹੁਣ ਤੁਸੀਂ ਇਹ ਵੇਖੋ ਕਿ ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਉਹ ਕੀ ਹਿਸਾਬ ਕਿਤਾਬ ਹੈ, ਪਰ ਇੱਕ ਨੁਕਤੇ ਦੀ ਗੱਲ ਕਰਨੀ ਉਹ ਇਹ ਆ ਕਿ ਜਦੋਂ ਉਹਨੂੰ ਕੱਢਿਆ ਗਿਆ ਸੀ ਤੇ ਉਹਦੇ ਤੇ ਐਵੇਂ ਹੀ ਐਲੀਗੇਸ਼ਨ ਬਣਾ ਕੇ ਤੇ ਲਾਤੇ ਤੇ ਕੱਢ ਦਿੱਤਾ। ਬਿਲਕੁਲ ਜੀ। ਤੇ ਜਿਹੜੇ ਆਮ ਆਦਮੀ ਪਾਰਟੀ ਦੇ ਝੰਡਾ ਬਰਦਾਰ ਸੀ ਤੇ ਜਿਹੜੇ ਬੜੇ ਬੜੇ ਵੱਡੇ ਭਗਤ ਤੇ ਬੜੇ ਬੜੇ ਵੱਡੇ ਭਗਤ ਸਿਉ ਤੇ ਦੂਜਾ ਸਿਉ ਤੇ ਤੀਜਾ ਸਿਉ, ਜਿਹੜੇ ਆਮ ਲੋਕ ਹੈ ਜਿਨ੍ਹਾਂ ਨੇ ਲੱਖਾਂ ਦੇ ਲੱਖਾਂ ਰੁਪਈਆ ਦਿੱਤੇ, ਕਰੋੜਾਂ ਦੇ ਕਰੋੜਾਂ ਦਿੱਤੇ, ਉਹਨਾਂ ਨੇ ਉਦੋਂ ਹੀ ਉਹਨਾਂ ਦੀ ਉਹ ਸੋਚ, ਉਦੋਂ ਉਹਨਾਂ ਦੀ ਸੱਚਾਈ ਉਹ ਕਿੱਥੇ ਮਰ ਗਈ ਵੀ ਜਿਹੜੇ ਇਹ ਪੁੱਛਣ ਕਿ ਤੁਸੀਂ ਤਾਂ ਕਹਿੰਦੇ ਸੀ ਇੱਕ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਚੱਲੀ ਕਿੱਥੋਂ ਸੀ? ਉਹ ਚੱਲੀ ਸੀ ਵੀ ਇੱਕ ਬਿੱਲ ਲੈ ਕੇ ਆਉਣਾ ਹੈ। ਉਹ ਮੈਨੂੰ ਬਿੱਲ ਦਾ ਨਾਮ ਭੁੱਲ ਗਿਆ, ਜਿਹੜਾ ਅੰਨਾ ਹਜ਼ਾਰੇ ਲੋਕਪਾਲ ਬਿੱਲ ਜੀ। ਲੋਕਪਾਲ ਬਿੱਲ। ਲੋਕਪਾਲ ਬਿੱਲ ਦਾ ਮਤਲਬ ਕੀ ਸੀ? ਲੋਕਪਾਲ ਬਿੱਲ ਦਾ ਮਤਲਬ ਸੀ ਵੀ ਲੋਕ ਡਿਸਾਈਡ ਕਰਨਗੇ, ਲੋਕ ਡਿਸਾਈਡ ਕਰਨਗੇ। ਪਰ ਆਮ ਆਦਮੀ ਪਾਰਟੀ 'ਚ ਹੋਇਆ ਕਿ ਜਿਹਨੂੰ ਮਰਜ਼ੀ ਕੱਢ ਦੋ, ਜਿਹਨੂੰ ਮਰਜ਼ੀ ਪਾਲੋ। ਕਿਹੜੇ ਲੋਕਪਾਲ ਬਿੱਲ ਦੀ ਗੱਲ ਕੀਤੀ? ਜਿਹੜਾ ਲੋਕਪਾਲ ਬਿੱਲ ਉਹ ਆਪਣੀ ਪਾਰਟੀ 'ਚ ਨਹੀਂ ਲੈ ਕੇ ਆ ਸਕੇ, ਉਹ ਕਿੱਥੋਂ ਜਾ ਕੇ ਉਹ ਦਿੱਲੀ ਦੇ ਵਿੱਚ ਲਾਗੂ ਕਰਵਾ ਲੈਣਗੇ ਸਰਕਾਰ ਦੇ ਉੱਤੇ। ਸੋ ਹੁਣ ਜਿਹੜੀ ਸੁੱਚਾ ਸਿੰਘ ਦੀ ਮੈਂ ਇੰਨੀ ਕੀ ਗੱਲ ਕਰਨੀ ਆ ਕਿ ਉਹ ਸਬੂਤ ਮੰਗਦਾ ਰਹਿ ਗਿਆ, ਪਰ ਉਹਨੂੰ ਕਿਸੇ ਨੇ ਸਬੂਤ ਨਹੀਂ ਦਿਖਾਏ। ਜਿਹਨੂੰ ਮਰਜ਼ੀ ਕੱਢਿਆ ਤੇ ਜਿਹਨੂੰ ਮਰਜ਼ੀ ਪਾਇਆ, ਮੈਨੂੰ ਕੇਜਰੀਵਾਲ ਤੇ ਕੋਈ ਨਹੀਂ। ਪਰ ਗੱਲ ਆ ਉਸ ਪਾਰਟੀ ਨੂੰ ਮੰਨਣ ਵਾਲੇ ਜਿਹੜੇ ਅੰਨੇ ਭਗਤ ਆ, ਪਰ ਮੈਂ ਸਦਕੇ ਜਾਣਾ, ਸਲੂਟ ਮਾਰਦਾ ਇਹਨਾਂ ਦੀ ਅੰਨੀ ਭਗਤੀ ਨੂੰ। ਜਿਸ ਤਰ੍ਹਾਂ ਝੂਠੇ ਸੌਦੇ ਵਾਲੇ ਦੇ ਅੰਨੇ ਭਗਤ ਹੈ ਨਾ, ਝੂਠੇ ਸੌਦੇ ਵਾਲਾ ਜੇਲ੍ਹ 'ਚ ਚਲਾ ਗਿਆ ਹੈ ਤੇ ਉਹਨਾਂ ਦੇ ਪੈਰੋਕਾਰ ਕਹਿੰਦੇ ਇਹ ਤਾਂ ਗੁਰੂ ਦੀ ਲੀਲਾ ਆ ਜੀ। ਉਹ ਤਾਂ ਜੇਲ੍ਹ 'ਚ ਗਿਆ, ਉਹ ਬਲਾਤਕਾਰ ਦੇ ਕੇਸ 'ਚ ਨਹੀਂ ਗਿਆ। ਮੈਂ ਕਿਹਾ ਦਿਓ ਤਰਕ, ਲਿਓ ਲੌਜਿਕ, ਲਿਓ ਸਿਧਾਂਤ। ਇਹਨਾਂ ਅੱਗੇ ਨਹੀਂ ਸਿਧਾਂਤ ਚੱਲਦਾ। ਉਸੇ ਹੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਝੰਡਾ ਬਰਦਾਰ ਨੇ, ਜਿਹੜੇ ਭਗਤ ਨੇ, ਜਿੱਦਾਂ ਮੋਦੀ ਦੇ ਭਗਤ ਆ, ਭਾਜੀ ਸਿਧਾਂਤ ਨਹੀਂ ਕੰਮ ਕਰਦਾ ਇਹਨਾਂ ਦੇ ਜੀ। ਸਤਿ ਸ਼੍ਰੀ ਅਕਾਲ ਜੀ। ਵਾਕਿਆ ਕੁਲਜੀਤ ਵੀਰ ਜੀ, ਜਦੋਂ ਅੰਨੇ ਹੋ ਜਾਂਦੇ ਨਾ ਭਗਤ ਤੇ ਇਹਨਾਂ ਤੇ ਕੋਈ ਸਿਧਾਂਤ ਲਾਗੂ ਨਹੀਂ ਹੁੰਦਾ। ਲੋਕ ਭੰਗੜੇ ਪਾਉਂਦੇ ਗਏ ਸੀ, ਅੰਨੇ ਵਾਹ ਪੈਸੇ ਦਿੱਤੇ ਆ ਜਿਹੜੇ ਇੱਥੋਂ NRIਆਂ ਨੇ ਸਾਡੀਆਂ ਬੀਬੀਆਂ ਭੈਣਾਂ ਦੀਆਂ ਇੱਜ਼ਤਾਂ ਵੀ ਲੁੱਟੀਆਂ, ਉਹਨਾਂ ਨੇ ਮਜ਼ਾਕ ਬਣਾਇਆ, ਪੈਸੇ ਦੇ ਕੇ ਟਿਕਟਾਂ ਲਈਆਂ। ਇਹ ਬੜਾ ਵੱਡਾ ਕੁਕਰਮ ਕੀਤਾ ਇਹਨਾਂ ਨੇ, ਇਹ ਬਖਸ਼ਣਯੋਗ ਨਹੀਂ ਹੈਗੇ। ਇੱਕ ਚੰਗੇ ਵਧੀਆ ਬੰਦਿਆਂ ਤੇ ਜਿਹੜੇ ਇਦਾਂ ਦੇ ਇਲਜ਼ਾਮ ਲਾ ਕੇ ਕੱਢ ਦੇਣਾ, ਵਿਚਾਰਾ ਹੁਣ ਤੱਕ ਉਹ ਤੜਫੀ ਜਾਂਦਾ, ਕਹਿੰਦਾ ਮੈਨੂੰ ਪ੍ਰੂਫ ਦਿਓ। ਬਾਕੀ ਹੁਣ ਉਹਨਾਂ ਤੇ ਆ ਜੀ, ਉਹ ਵਾਪਸ ਜਾਂਦੇ ਨਹੀਂ ਜਾਂਦੇ। ਜੇ ਜਾਣਗੇ ਤਾਂ ਕਿਹੜੀ ਅਰਵਿੰਦ ਕੇਜਰੀਵਾਲ ਹੋਣੀ ਉਹ ਤੋਂ ਮਾਫੀ ਮੰਗਣਗੇ, ਜਾਂ ਭਗਵੰਤ ਮਾਨ ਹੋਣੀ ਤਾਂ ਜਾਣਗੇ। ਆਪਾਂ ਚੱਲਦੇ ਜੀ ਨੈਕਸਟ ਕਾਲ ਤੇ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 9806। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਵੀਰੇ, ਸਵਾਗਤ ਹੈ ਜੀ। ਭਾਜੀ ਜਦੋਂ ਨਾ ਬੰਦਾ ਕਿਸੇ ਪਾਰਟੀ 'ਚ ਮਾੜਾ ਹੁੰਦਾ, ਪਾਰਟੀ ਦੇ ਧੱਬਾ ਲੱਗਦਾ ਹੁੰਦਾ ਭਾਜੀ, ਉਹ ਵੀ ਉਹਨੂੰ ਨਾਲ ਲੱਗਣਾ ਉਹਦਾ, ਕਿਉਂਕਿ ਉਹਦਾ ਫਰਜ਼ ਬਣਦਾ ਨਾ ਉਸ ਬੰਦੇ ਦਾ। ਉਸ ਪਾਰਟੀ ਕਰਕੇ ਤਾਂ ਉਹ ਸਾਰੇ ਲੋਕਾਂ ਨੇ ਉਹਨੂੰ ਕਦਰ ਕੀਤੀ ਆ। ਜੀ ਜੀ। ਅਕਾਲੀ ਪਾਰਟੀ ਜਦੋਂ ਬਣੀ ਆ, ਇੰਦਰਾ ਗਾਂਧੀ ਨੂੰ ਵਕਤ ਪੈ ਗਿਆ ਉਸ ਵੇਲੇ, ਕਿੱਦਾਂ ਹਾਰੀ ਸੀਗੀ। ਕਹਿਣ ਦਾ ਮਤਲਬ ਫਿਰ ਉਹਦੇ ਵਿੱਚ ਜਿਹੜੇ ਬੰਦੇ ਆ ਤੇ ਫਿਰ ਉਹ ਪਾਰਟੀ ਨੂੰ ਵੀ ਧੱਬਾ ਨਾਲ ਹੀ ਲੱਗਣਾ। ਜੇ ਕੋਈ ਆਰਗੇਨਾਈਜੇਸ਼ਨ, ਹੁਣ ਤੁਸੀਂ ਇੱਥੇ ਕੰਮ ਕਰਦੇ ਆ PTN 24 ਤੇ, ਜੇ ਤੁਸੀਂ ਕੋਈ ਗਲਤ ਕੰਮ ਕਰਦੇ ਨਾ PTN 24, ਇਹ ਨਹੀਂ ਕਹਿ ਸਕਦੇ ਵੀ ਨਹੀਂ PTN 24 ਤਾਂ ਵਧੀਆ ਜੀ, ਇੱਦਾਂ ਨਹੀਂ ਹੁੰਦੀ ਹੈ ਨਾ। ਬਿਲਕੁਲ ਜੀ। ਉਹ ਸਾਰੇ ਪਾਸੇ ਅਸਰ ਹੁੰਦਾ ਆ, ਬੰਦੇ ਦਾ ਇੱਕ ਲੈਵਲ ਤੇ ਅਸਰ। ਬਾਕੀ ਜਿਹੜਾ ਤੁਸੀਂ ਸ਼ੁਰੇ ਦੀ ਗੱਲ ਕਰਦੇ ਨਾ, ਆਪਣੇ ਬੰਦੇ ਮਾਰਦੇ ਭਾਜੀ ਜੀ, ਇਹ ਅੱਜ ਦੇ ਨਹੀਂ ਮਾਰਦੇ ਭਾਜੀ। ਤੁਸੀਂ ਪੁਰਾਣਾ ਇਤਿਹਾਸ ਕੱਢ ਲਓ, ਗੋਬਿੰਦ ਸਿੰਘ ਵੇਲੇ ਦਾ ਵੀ, ਗੁਰੂ ਗੋਬਿੰਦ ਸਿੰਘ ਉਦੋਂ ਦੇ ਛੁਰੇ ਵੱਜਦੇ ਭਾਜੀ। ਸਾਡੇ ਲੋਕਾਂ ਦੇ ਵਿੱਚ ਪਤਾ ਨਹੀਂ, ਸਮਝ ਨਹੀਂ ਹੈਗੀ, ਜਾਂ ਉਹ ਚੀਜ਼ ਨੂੰ ਕਿਸ ਚੀਜ਼ ਨਾਲ ਮਤਲਬ ਦਿੱਤਾ ਜਾਂਦਾ ਆ। ਹੁਣ ਬਰਗਾੜੀ ਗਾਂਜ ਪੱਤਰੇ ਪਾੜੇ ਸੀ ਨਾ, ਹੁਣ ਤਾਂ ਸਰੂਪ ਹੀ ਗਾਇਬ ਹੋ ਗਏ। 267 ਜੀ ਜਥੇਦਾਰ ਹੋਣੀ, ਜਿਸਲੇ ਕਿਸੇ ਹੁਣ ਜਿਨ੍ਹਾਂ ਨੇ ਅੰਮ੍ਰਿਤ ਛਕ ਆ ਗਏ, ਇਹਨਾਂ ਨੂੰ ਪੰਥ ਲੈਣ ਨੂੰ ਆਪਣਾ ਡਰਾਮਾ, ਮਤਲਬ ਕਿੰਨਾ ਕੌਮ ਨੂੰ ਬੇਵਕੂਫ ਬਣਾ ਰਹੇ ਆ ਲੋਕਾਂ ਨੂੰ। ਮੈਂ ਕਹਿੰਦਾ ਮੀਡੀਆ ਹੈਗਾ, ਮਾੜਾ ਮੋਟਾ ਪਤਾ ਲੱਗਦਾ, ਨਹੀਂ ਤਾਂ ਅੱਜ ਤੇ ਇਹ ਬੰਦੇ ਇਹੀ ਕਰਦੇ ਆਏ ਆ। ਹੁਣ ਤੁਸੀਂ ਹੁਣ PhD ਕੀਤੀ ਹੋ ਜਥੇਦਾਰ ਸਾਹਿਬ ਨੇ, PhD ਇਦਾਂ ਦੀ ਨੂੰ ਕੀ ਕਰਨਾ, ਪਰ ਜਿਹੜਾ ਜਿੱਥੇ ਬੰਦਾ ਅਹੁਦੇ ਤੇ ਬੈਠਾ ਆ ਉਹਦਾ ਫਰਜ਼ ਉਹ ਕੰਮ ਕਰਨਾ ਬਣਦਾ ਨਾ। ਅਸੀਂ PhD ਤੋਂ ਕੀ ਕਰਾਉਣਾ ਆਪਾਂ? ਸਾਡੇ ਪੁਰਾਣੇ ਇਹਨਾਂ ਵਧੀਆ ਸੀਗੇ, ਅਜਨੋਹੇ ਹੋਣੀ, ਗੁਰਦਿਆਲ ਸਿੰਘ ਜਨੋਹਾ ਲਾ ਲਓ, ਜਾਂ ਹੋਰ ਜਿਸਲੇ ਕੋਈ ਆਮ ਬੰਦਾ ਸਾਡੇ ਵਰਗਾ, ਉਹਨੂੰ ਕਹਿੰਦੇ ਭਾਂਡੇ ਦਿੱਤੇ ਆ, ਝਾੜੂ ਲਾਉਣਾ, ਜੋ ਵੀ ਗੁਰਦੁਆਰੇ ਦੇ ਅੰਦਰ ਕੋਈ ਵੀ ਚੀਜ਼ ਆ ਹੈਗੀ, ਸੇਵਾ ਤੇਰੀ, ਸੇਵਾ ਕਰੋ, ਛੱਡਦਾ ਨਾ ਕਰੋ। ਜਿਸਲੇ ਇਦਾਂ ਦੇ ਜਿਹੜੇ ਕ੍ਰਿਮੀਨਲ ਬੰਦੇ ਆ, ਜਿਨ੍ਹਾਂ ਨੇ ਕੋਈ ਕਰਮ ਕੀਤੇ ਆ, ਉਹਨਾਂ ਨੂੰ ਜਦੋਂ ਮਾਫ ਕਰਨਾ, ਉਹਨਾਂ ਨੂੰ ਇਹੀ ਸੇਵਾ, ਉਹਨਾਂ ਦੀ ਸਜ਼ਾ ਲਾਉਣ ਦੀ ਦੱਸੋ। ਹਲੇ ਵੀਰ ਜੀ ਮਾਫ ਨਹੀਂ ਕੀਤਾ। ਮੈਂ ਦੱਸਣਾ ਚਾਹੁੰਦਾ, ਅੰਮ੍ਰਿਤ ਛਕਿਆ ਉਹਨਾਂ ਨੇ, ਮਾਫ ਨਹੀਂ ਕੀਤਾ। ਹਾਲੇ ਤੱਕ ਉਹਨਾਂ ਨੂੰ ਵਾਪਸ ਨਹੀਂ ਲਿਆ।
ਅੰਮ੍ਰਿਤ ਛਕਾਇਆ ਗਿਆ ਉਹਨਾਂ ਨੂੰ ਪੰਜਾਂ ਪਿਆਰਿਆਂ ਵੱਲੋਂ, ਤੇ ਇਹਦੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ। ਮਾਫ ਨਹੀਂ ਕੀਤਾ ਹਾਲੇ ਤੱਕ। ਅਰਸ਼ਦੀਪ, ਤੁਸੀਂ ਕੀ ਕਹਿਣਾ ਚਾਹੋਗੇ? ਜੀ ਸੁੱਚਾ ਸਿੰਘ ਲੰਗਾ ਨੂੰ ਮਾਫ ਸ੍ਰੀ ਅਕਾਲ ਤਖਤ ਸਾਹਿਬ ਨੇ ਨਹੀਂ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਨੇ ਇਹੀ ਬਿਆਨ ਦਿੱਤਾ ਹੈ ਕਿ ਨਾ ਤਾਂ ਸਾਡੇ ਕੋਲੇ ਮਾਫੀ ਆਈ ਹੈ, ਨਾ ਹੀ ਪੰਜ ਸਿੰਘ ਸਾਹਿਬਾਨਾਂ ਨੇ ਤੇ ਵਿਚਾਰ ਕੀਤੀ ਹੈ। ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਗੜੀ ਵਾਲਾ ਗੁਰਦੁਆਰਾ ਸਾਹਿਬ ਹੈ ਜਿਹੜਾ, ਉੱਥੇ ਜਿਹੜਾ ਅੰਮ੍ਰਿਤ ਛਕਿਆ ਨੇ ਪੰਜ ਪਿਆਰਿਆਂ ਨੂੰ ਸੱਦ ਕੇ ਜਿਹੜਾ ਹੈ, ਪੰਜ ਪਿਆਰੇ ਸਾਹਿਬ ਹਨ ਉੱਥੇ ਆਏ, ਉੱਥੇ ਅੰਮ੍ਰਿਤ ਛਕਿਆਗਾ। ਉੱਥੇ 21 ਦਿਨ ਦੀ ਸਜ਼ਾ ਜਿਹੜੀ ਹੈ, ਇਹਨੂੰ ਤਨਖਾਹ ਲਾਈ ਗਈ ਹੈ ਕਿ ਗੁਰਦੁਆਰਾ ਸਾਹਿਬ ਤੇ ਝਾੜੂ ਲਾਉਣ ਦੀ। ਜਿਹੜੇ ਅਕਾਲ ਤਖਤ ਸਾਹਿਬ ਨੇ ਮਾਫੀ ਨਹੀਂ ਦਿੱਤੀ ਤੇ ਨਾ ਹੀ ਉੱਥੇ ਇਹ ਮਾਮਲਾ ਵਿਚਾਰਿਆ ਗਿਆ ਜੀ ਹਲੇ। ਜੀ ਆਪਾਂ ਚੱਲਦੇ ਨੈਕਸਟ ਕਾਲ ਤੇ। ਹਾਂਜੀ 3331 ਸਵਾਗਤ ਹੈ ਵੀਰ ਜੀ। ਹਾਂ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਆਪਣੇ ਅਕਾਲੀ ਪਾਰਟੀ ਵੈਸੇ ਨਾ ਦੂਸਰੇ ਨੰਬਰ ਤੇ ਆਪਣੇ ਪਹਿਲਾਂ 1885 ਚ ਆਪਣੇ ਕਾਂਗਰਸ ਦਾ ਉਹ ਅੰਗਰੇਜ਼ ਨੇ ਆਪਣੇ ਨੀਂਹ ਰੱਖੀ ਸੀ, ਤੇ ਆਪਣੇ 1920 ਦਾ ਆਪਣੇ ਅਕਾਲੀ ਦਲ ਬਣਿਆ ਹੋਇਆ। ਇਹਦੇ ਪ੍ਰਧਾਨ ਪਹਿਲੇ ਬਾਬਾ ਖੜਕ ਸਿੰਘ ਹੋਣੀ, ਮਾਸਟਰ ਤਾਰਾ ਸਿੰਘ ਹੋਣੀ, ਬੜੇ ਆਪਣੇ ਕੌਮ ਦੇ ਇੱਕ ਜਿਉਂਦੇ ਜਾਗਦੇ ਵੀ ਉਦੋਂ ਸ਼ਹੀਦ ਸੀ। ਔਰ ਲੋਕਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਜਦੋਂ ਮਿਲੀ ਆਪਣੀ ਇੰਡੀਆ ਦੀ, ਸਭ ਤੋਂ ਪਹਿਲਾਂ ਆਪਣੇ ਨਾ ਪੋਲੀਟੀਕਲ ਪ੍ਰਿਜ਼ਨਰ ਜਿਹੜੇ ਸੀ ਦੁਆਰਾ ਅਰੈਸਟ ਉਹ ਆਦਮੀ ਹੋਏ ਸੀ। ਤੇ ਉਹਨਾਂ ਲੋਕਾਂ ਦੀ ਕਮਾਈ ਇੰਨੀ ਸੀ ਕਿ ਆਪਣੇ ਗਾਂਧੀ ਹੋਣਾ ਨੇ ਜਦੋਂ ਨਾਮ ਮਿਲਵਰਤਨ ਲਹਿਰ ਚਲਾਈ ਸੀ ਤੇ ਬੰਬੇ 'ਚ ਲੋਕਾਂ ਕੋਲ ਡਾਂਗਾ ਨਹੀਂ ਸੀ ਖਾ ਹੋਈਆਂ, ਤੇ ਇਹਨਾਂ ਨੂੰ ਕਿਹਾ ਸੀ ਬਾਬਾ ਖੜਕ ਸਿੰਘ ਹੋਣਾ, ਮਾਸਟਰ ਤਾਰਾ ਸਿੰਘ ਵੀ ਤੁਸੀਂ ਜਥੇ ਭੇਜੋ ਜਿਹੜੇ ਡਾਂਗਾ ਦਾ ਮੁਕਾਬਲਾ ਕਰਨ। ਇਹਨਾਂ ਨੇ ਉੱਥੇ ਜਾ ਕੇ ਬੰਬੇ ਨੰਗੇ ਪਿੰਡੇ ਡੰਗਾ ਖਾਧੀਆਂ ਸੀ, ਪੁਲਿਸ ਹਾਰ ਗਈ ਸੀ ਤੇ ਇਹਨਾਂ ਪਿੱਛੇ ਨਹੀਂ ਸੀ ਹਟੇ। ਇਹੋ ਜਿਹੇ ਸੀਗੇ ਜੀ। ਤੋਂ ਆਪਣੇ ਤੇਜਾ ਸਿੰਘ ਸਮੁੰਦਰੀ ਵਰਗੇ ਜੇਲ੍ਹਾਂ 'ਚ ਹੀ ਆਪਣੇ ਸ਼ਹੀਦ ਹੋ ਗਏ ਸੀ, ਆਪਣੀ ਜਾਨਾਂ ਦੇ ਦਿੱਤੀਆਂ ਸੀ ਜੀ। ਉਹ ਅਕਾਲੀ ਦਲ ਦਾ ਅਸੀਂ ਮਾਣ ਸਤਿਕਾਰ ਕਰਦੇ, ਸਾਡੀ ਕੌਮ ਦੀ ਉਹ ਹੈ ਨਾ ਪਾਰਟੀ ਸੀਗੀ ਜਿਹੜੀ ਹਿੰਦੁਸਤਾਨ 'ਚ ਦੂਜੇ ਨੰਬਰ 'ਚ ਹੈ ਨਾ ਡੇਟ 'ਚ ਆਈ ਹੈ। ਪਹਿਲਾਂ ਕਾਂਗਰਸ ਆਈ ਆ, ਬਾਅਦ 'ਚ ਅਕਾਲੀ ਆਏ ਸੀ। ਅੱਜ ਲੀਡਰਾਂ ਦੀ ਭਾਜੀ ਸਾਰੀ ਆਪਣੀ ਪ੍ਰੋਬਲਮ ਆ, ਲੀਡਰ ਯੋਗ ਨਹੀਂ, ਇੱਕ ਪਰਿਵਾਰ ਦੇ ਕੋਲ ਸਾਰਾ ਕੰਟਰੋਲ ਆ, ਇਸੇ ਕਰਕੇ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਬਾਕੀ ਨਾ ਜਿਨ੍ਹਾਂ ਨੇ ਉਹ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕਾਇਆ ਵੀ ਸੀਗਾ ਇਹਨਾਂ ਨੂੰ, ਤੇ ਉਹ ਨਿਹੰਗ ਸੀ, ਤਾਂ ਉਹ ਅਕਾਲ ਤਖਤ ਸਾਹਿਬ ਤੇ ਆ ਕੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਬਹੁਤ ਗਲਤੀ ਹੋ ਗਈ ਆ, ਸਾਨੂੰ ਮਾਫ ਕਰੋ, ਤੇ ਉਹਨਾਂ ਨੇ ਅੱਜ ਮਾਫੀ ਮੰਗ ਲਈ ਆ ਜੀ। ਬਾਕੀ ਜੋ ਸੁੱਚਾ ਸਿੰਘ ਛੋਟੇਪੁਰ ਮੋਹਨ ਸਿੰਘ ਤੁੜ ਸਾਹਿਬ ਦਾ ਉਹ ਜਵਾਈ ਆ। ਮੋਹਨ ਸਿੰਘ ਤੁੜ ਜੋ ਪ੍ਰਧਾਨ ਹੁੰਦਾ ਸੀ ਅਕਾਲੀ ਦਲ ਦਾ, ਬਰਫ਼ ਦੀਆਂ ਸਿੱਲਾਂ ਦੇ ਉੱਪਰ ਉਹਨੂੰ ਨੰਗੇ ਪਿੰਡੇ ਪਾਇਆ ਹੋਇਆ ਸੀ, ਉਹ ਬੰਦੇ ਕੀ ਨਹੀਂ ਸੀ ਕੀਤੀ। ਬਾਕੀ ਅਕਾਲੀ ਦਲ ਪਾਰਟੀ ਭਾਜੀ ਬਹੁਤ ਤਕੜੀ ਸੀਗੀ। ਆਪਣੇ ਪ੍ਰਤਾਪ ਸਿੰਘ ਕੈਰੋਂ ਹੋਣੀ ਵੀ ਇਹਦੇ ਚੋਂ ਨਿਕਲੇ ਆ ਜੀ, ਆਪਣੇ ਫੋਰਨ ਮਿਨਿਸਟਰ ਆਪਣੇ ਵੀਰ ਜੀ। ਆਪਾਂ ਕਦੇ ਅਕਾਲੀ ਦਲ ਤੇ ਕਿੰਤੂ ਪਰੰਤੂ ਨਹੀਂ ਕੀਤਾ, ਆਪਾਂ ਸਿਰਫ ਇੱਕ ਪਰਿਵਾਰ ਤੇ ਕਰਦੇ ਹਾਂ। ਜਦੋਂ ਦਾ ਇਹਦਾ ਬਾਦਲ ਸਾਹਿਬ ਉਹਨਾਂ ਦੇ ਹੱਥ ਦੇ ਵਿੱਚ ਵਾਗਡੋਰ ਆ ਗਈ, ਉਹਨਾਂ ਨੇ ਇੱਕ ਪਰਿਵਾਰਕ ਪਾਰਟੀ ਬਣਾ ਦਿੱਤੀ ਹੈ, ਨਹੀਂ ਤੇ ਅਕਾਲੀ ਦਲ ਬੜੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਦੇ ਵਿੱਚ ਆਇਆ ਸੀ। ਹਾਂਜੀ ਬਾਕੀ ਭਾਜੀ ਕਾਂਗਰਸ ਨੇ ਜਿਹੜੀਆਂ ਗਲਤੀਆਂ ਨਾ 84 ਚ ਕੀਤੀਆਂ, ਅਟੈਕ ਕੀਤਾ ਜਾਂ ਨਵੰਬਰ ਤੇ ਇਹਨਾਂ ਨੇ ਕੀਤਾ, ਇਹ ਨਾ ਭੁੱਲਣ ਯੋਗ ਗਲਤੀਆਂ, ਜਿਹਦਾ ਕਰਕੇ ਸਜ਼ਾ ਆਪਣੀ ਇਹਨਾਂ ਨੇ ਵੀ ਭੋਗੀ ਆ, ਤੇ ਕੌਮ ਨੂੰ ਵੀ ਇਹਨਾਂ ਨੇ ਸਜ਼ਾ ਸਾਡੀ ਨੂੰ ਬਹੁਤ ਤੰਗ ਕੀਤਾ ਜੀ। ਆਪਣੇ ਨਾ ਗੁਲਾਬ ਦੇ ਫੁੱਲ ਜਿੱਦਾਂ ਅੱਗ ਸੁੱਟਣੇ ਹੁੰਦਾ, ਇੱਦਾਂ ਨੌਜਵਾਨਾਂ ਵਿਚਾਰੇ ਨੇ ਕੁਰਬਾਨੀਆਂ ਦਿੱਤੀਆਂ ਜੀ, ਤੇ ਕੌਮ ਤਬਾਹ ਹੋਈ, ਬਹੁਤ ਆਪਣੇ ਨੁਕਸਾਨ ਹੋਇਆ ਜੀ। ਬਾਕੀ ਹੁਣ ਕਾਂਗਰਸ ਦੇ ਟਾਈਮ ਤੇ ਸਾਡਾ ਐਸੀ ਨਹੀਂ ਗੱਲ, ਰਾਸ਼ਟਰਪਤੀ ਵੀ ਸਾਡਾ ਸਿੱਖ ਬਣਿਆ, ਪ੍ਰਧਾਨ ਮੰਤਰੀ ਵੀ ਬਣਿਆ ਵਾ ਜੀ, ਡਿਫੈਂਸ ਮਿਨਿਸਟਰ ਵੀ ਬਣਿਆ, ਫੋਰਨ ਮਿਨਿਸਟਰ। ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਜਿਹੜੀਆਂ ਗਲਤੀਆਂ ਉਹਨਾਂ ਨੇ ਕੀਤੀਆਂ 84 ਚ ਨਾ ਆਪਣੇ ਅਟੈਕ ਦੀ ਤੇ ਬਾਅਦ ਦੰਗਿਆਂ ਦੀ ਜੀ, ਜਿਹੜੀ ਸੱਤਾ ਆ ਨਾ ਵੀਰੇ ਬੜਾ ਕੁਛ ਕਰਾ ਜਾਂਦੀ ਹੈ। 1978 ਦੇ ਵਿੱਚ ਜਿਹੜਾ ਨਿਰੰਕਾਰੀ ਕਾਂਡ ਵਾਪਰਿਆ ਸੀਗਾ, ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣੀ ਅੰਮ੍ਰਿਤਸਰ ਦੇ ਵਿੱਚ ਬੈਠੇ ਸੀਗੇ। ਉਸ ਬੰਦੇ ਨੂੰ ਬਾਹਰ ਕੱਢਿਆ ਗਿਆ ਜੀ, ਜਿਹੜਾ ਨਿਰੰਕਾਰੀ ਬਾਬਾ ਸੀਗਾ ਉਹਨੂੰ ਉੱਥੋਂ ਬਾਹਰ ਕੱਢਿਆ ਗਿਆ, ਸਾਧ ਨੂੰ ਹਰਿਆਣੇ ਦੇ ਵਿੱਚ ਭੇਜਿਆ ਗਿਆ ਆਪਣੀ ਛਤਰ ਛਾਇਆ ਦੇ ਹੇਠ। ਤੇ ਉਦੋਂ ਮੁੜ ਕੇ 20 ਸਾਲ ਜਿਹੜਾ ਲੋਕਾਂ ਨੇ ਬਾਦਲ ਸਾਹਿਬ ਨੂੰ ਕੁਰਸੀ ਦੇ ਨੇੜੇ ਨਹੀਂ ਆਉਣ ਦਿੱਤਾ, ਕਿਉਂਕਿ ਜਦ ਤੁਸੀਂ ਆਪਣੀ ਕੌਮ ਦੇ ਨਾਲ ਧੋਖਾ ਕਰਦੇ ਹੋ ਨਾ ਤੇ ਲੋਕ ਬਰਦਾਸ਼ਤ ਨਹੀਂ ਕਰਦੇ। ਬਾਕੀ ਭਾਜੀ ਸਾਡੇ ਨਾ ਲੀਡਰ ਨਹੀਂ ਚੰਗੇ, ਜਿਨ੍ਹਾਂ ਨੇ ਸਾਡੀ ਕੌਮ ਨੂੰ ਹੈ ਨਾ ਆਪਣੇ ਗਲਤ ਰਾਹ ਪਾਇਆ। ਤੇ ਚੰਗੇ ਲੀਡਰ ਹੁੰਦੇ ਤੇ ਸਾਡੀ ਕੌਮ ਦਾ ਇਹ ਹਾਲਤ ਨਾ ਹੁੰਦੇ ਜਿਹੜੇ ਅੱਜ ਵਾ ਜੀ। ਤੋਂ ਇਹਨਾਂ ਵੀ ਇੱਕ ਪਰਿਵਾਰ ਦਾ ਕੰਟਰੋਲ ਆ, ਕਮੇਟੀ ਤੇ ਵੀ ਅਕਾਲੀ ਦਲ ਤੇ ਵੀ, ਉਹਦੀ ਸਜ਼ਾ ਭੁਗਤਦੇ, ਉਹ ਵੀ ਭੁਗਤਣਗੇ, ਉਹ ਕੌਮ ਨੇ ਜਿਹੜੀ ਭੁਗਤਣੀ ਉਹ ਤੇ ਭੁਗਤ ਚੁੱਕੇ ਆ ਜੀ। ਤੇ ਕੌਮ ਨੂੰ ਇਹੀ ਅਸੇਰ ਵੀ ਚੰਗੇ ਆਪਣਾ ਕੋਈ ਲੀਡਰ ਚੰਗੇ ਆਪਾਂ ਚੁਣੀਏ ਜੀ। ਅਕਾਲੀ ਦਲ ਨਹੀਂ ਮਾੜਾ, ਸਿਰਫ ਲੀਡਰ ਮਾੜੇ ਜਿਹੜੇ ਅੱਗੇ ਹੋਏ। ਧੰਨਵਾਦ, ਥੈਂਕ ਯੂ ਵੀਰੇ। ਧੰਨਵਾਦ ਜੀ, ਧੰਨਵਾਦ। ਆਪਾਂ ਚੱਲਦੇ ਨੈਕਸਟ ਕਾਲ ਤੇ। ਹਾਂਜੀ 4400 ਵੀਰ ਜੀ ਸਵਾਗਤ ਹੈ ਜੀ। ਕੋਈ ਖਾਲਸਾ ਵਾਹਿ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਮੇਰੀ ਇੱਕ ਬੇਨਤੀ ਆ ਜੀ, ਇਹ ਸਾਰਾ ਕੁਝ ਉਦੋਂ ਹੀ ਸ਼ੁਰੂ ਹੁੰਦਾ ਜਦੋਂ ਸੁਖਬੀਰ ਬਾਦਲ ਫਸਿਆ ਹੁੰਦਾ ਕਿਸੇ ਥਾਂ ਤੇ। ਬਿਲਕੁਲ ਜੀ ਬਿਲਕੁਲ। ਠੀਕ ਹੈ,
ਇਸ ਚੀਜ਼ ਨੂੰ ਸਾਡੇ ਅੱਖਾਂ ਦੇ ਅੱਗੇ ਇੱਕ ਸਕਰੀਨ ਲਾਈ ਜਾਂਦੀ ਆ ਕਿ ਅਸੀਂ ਸੁਖਬੀਰ ਬਾਦਲ ਦੀਆਂ ਗਲਤੀਆਂ ਨੂੰ ਭੁੱਲ ਜਾਈਏ ਜੀ ਤੇ ਬਾਕੀ ਲੋਕਾਂ ਦੀਆਂ ਗਲਤੀਆਂ ਨੂੰ ਵੇਖਣ ਲੱਗ ਪਈਏ। ਬਿਲਕੁਲ ਜੀ, ਇਹ ਸਾਨੂੰ ਸਮਝਣਾ ਪਊਗਾ। ਜਿੰਨਾ ਚਿਰ ਅਸੀਂ ਇਹ ਚੀਜ਼ਾਂ ਨੂੰ ਇਹਨਾਂ ਗੰਦੇ ਲੋਕਾਂ ਨੂੰ, ਮੈਂ ਹੋਰ ਕੋਈ ਲਫ਼ਜ਼ ਨਹੀਂ ਵਰਤਣਾ ਚਾਹੁੰਦਾ, ਮੈਂ ਆਪਣੀ ਜ਼ੁਬਾਨ ਨਹੀਂ ਗੰਦੀ ਕਰਨਾ ਚਾਹੁੰਦਾ ਇਹਨਾਂ ਲੋਕਾਂ ਲਈ, ਪਰ ਮੈਂ ਇਹ ਕਹਿਣਾ ਚਾਹੁੰਦਾ ਗੰਦੇ ਲੋਕ ਨੇ ਤੇ ਸਾਨੂੰ ਇਸ ਚੀਜ਼ ਦੀ ਸਮਝ ਬਹੁਤ ਛੇਤੀ ਲੈ ਆਈਏ ਤੇ ਵਧੀਆ ਰਵਾਂਗੇ ਕਿ ਇਹ ਸਿਰਫ ਤੇ ਸਿਰਫ ਇੱਕ ਪ੍ਰੋਪੇਗੈਂਡਾ, ਸਾਡੀ ਇੱਕ ਬੜੀ ਗੰਦੀ ਚੀਜ਼ ਸ਼ੁਰੂ ਹੋ ਗਈ ਆ। ਸਾਨੂੰ ਐਵਰੀ ਡੇ ਨਵੀਂ ਨਿਊਜ਼ ਚਾਹੀਦੀ ਆ ਤੇ ਨਵਾਂ ਖਾਣ ਨੂੰ ਚਾਹੀਦਾ। ਜਿੰਨਾ ਚਿਰ ਸਾਨੂੰ ਇਹ ਨਹੀਂ ਨਾ ਸਾਡਾ ਬਦਲਦਾ, ਸਾਡੀ ਅਸੀਂ ਆਪਣੀ ਮੈਮਰੀ ਨਹੀਂ ਚੰਗੀ ਕਰਦੇ, ਉਹਨਾਂ ਚਿਰ ਕੁਝ ਨਹੀਂ ਹੋ ਸਕਦਾ। ਇੰਨਾ ਹੀ ਕਹਿਣਾ ਚਾਹੁੰਦਾ ਜੀ। ਵਾਹਿਗੁਰੂ ਜੀ ਫਤਿਹ। ਬੜੇ ਵਧੀਆ ਵਿਚਾਰ ਆ ਵੀਰ ਜੀ। ਜੀ ਅਰਸ਼ਦੀਪ, ਕੀ ਕਹਿਣਾ ਚਾਹੋਗੇ ਤੁਸੀਂ? ਜੀ ਦੇਖੋ, ਸ਼੍ਰੋਮਣੀ ਅਕਾਲੀ ਦਲ ਜੋ ਹੈ ਹੁਣ ਉਹ ਦੁਬਾਰਾ ਡੇਰਾ ਵਾਲੇ ਮਾਮਲੇ ਦੇ ਵਿੱਚ ਕਾਫੀ ਘਿਰਿਆ ਹੋਇਆ ਇਸ ਸਮੇਂ, ਕਿਉਂਕਿ ਡੇਰੇ ਵਾਲਾ ਕੇਸ ਦੇ ਵਿੱਚ ਜਿਸ ਤਰ੍ਹਾਂ ਪੋਸ਼ਾਕ ਦਾ ਮਾਮਲਾ ਸੀ, ਉਹ ਦੌਰਾਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਗੰਭੀਰ ਇਲਜ਼ਾਮ ਵੀ ਜੋ ਹੈ ਲਗਾਤਾਰ ਲਾਏ ਜਾਂਦੇ ਨੇ ਤੇ ਉਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਘਿਰਿਆ ਹੋਇਆ ਸੀ ਤੇ ਉਸੇ ਦੌਰਾਨ ਇਹ ਖਬਰ ਵੀ ਸਾਹਮਣੇ ਆਈ ਹੈ। ਸੋ ਸ਼ੰਕੇ ਕਈ ਕਿਸਮ ਦੇ ਪ੍ਰਗਟਾਏ ਜਾ ਰਹੇ ਨੇ, ਕਈ ਕਿਸਮ ਦੇ ਸ਼ੰਕੇ ਸਾਹਮਣੇ ਲਿਆਂਦੇ ਜਾ ਰਹੇ ਨੇ, ਪਰ ਸੁੱਚਾ ਸਿੰਘ ਲੰਗਾਹ ਦਾ ਜਿਹੜਾ ਮਾਮਲਾ ਨਾ, ਸੁੱਚਾ ਸਿੰਘ ਲੰਗਾਹ ਪਹਿਲਾਂ ਵੀ ਕਈ ਵਾਰੀ ਕੋਸ਼ਿਸ਼ ਕਰ ਚੁੱਕਿਆ, ਉਹ ਨਿੱਜੀ ਤੌਰ ਤੇ ਕੋਸ਼ਿਸ਼ ਕਰਦਾ ਹੈ ਕਿਉਂਕਿ ਉਹਦੀ ਜਿਹੜੀ ਹੈ ਉਹਦਾ ਸਿਆਸੀ ਕਤਲ ਜੋ ਹੈ ਬਹੁਤ ਬੁਰੀ ਤਰ੍ਹਾਂ ਹੋਇਆ, ਕਿਉਂਕਿ ਪਹਿਲਾਂ ਧਾਰੀਵਾਲ ਤੋਂ ਸਭ ਤੋਂ ਪਹਿਲਾਂ ਉਹਨਾਂ ਨੇ ਸੁੱਚਾ ਸਿੰਘ ਫਤਿਹਪੁਰ ਨੂੰ ਹਰਾਇਆ ਸੀ ਧਾਰੀਵਾਲ ਤੋਂ 1997 ਦੇ ਵਿੱਚ। ਇਸ ਕਰਕੇ ਉਹ ਹੁਣ ਇੱਕਦਮ ਸੱਤਾ ਵੀ ਗਈ ਸੰਸਾਰ ਦੇ, ਜਿਹੜੀ ਸਮਾਜ ਦੇ ਵਿੱਚ ਉੱਥੇ ਇੱਜ਼ਤ ਸੀ ਜਥੇਦਾਰ ਸਾਹਿਬ ਵਾਲੀ, ਉਹ ਵੀ ਜਿਹੜੀ ਇੱਕਦਮ ਗਈ ਸੀ ਤੇ ਇਸ ਕਰਕੇ ਉਹ ਤਰਲੋ ਮੱਛੀ ਹੋ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਵੀ ਪਹਿਲਾਂ ਉਹਨਾਂ ਤੋਂ ਝਾੜ ਲਿਆ ਸੀ, ਪਰ ਇਹ ਮੰਨਿਆ ਜਾ ਰਿਹਾ ਕਿ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਤੋਂ ਉਹ ਬਾਹਰ ਨਹੀਂ, ਪਰ ਉਹਨਾਂ ਦੇ ਪੁੱਤਰ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਾਰੀਆਂ ਸਰਗਰਮੀਆਂ ਉਸ ਹਲਕੇ ਦੇ ਵਿੱਚ ਸੰਭਾਲਦੇ ਨੇ। ਇਸ ਕਰਕੇ ਸ਼ੰਕੇ ਜਿਹੜੇ ਉਹ ਕਈ ਕਿਸਮ ਦੇ ਪ੍ਰਗਟਾਏ ਜਾ ਰਹੇ ਜੀ। ਬਿਲਕੁਲ ਜੀ। ਜੇ ਤੁਸੀਂ ਜੌਬ ਦੀ ਭਾਲ ਵਿੱਚ ਹੋ ਤੇ KGS ਟਰਾਂਸਪੋਰਟ ਦਾ ਨਾਂ ਯਾਦ ਰੱਖੋ ਜੀ। USA ਦੇ ਵਿੱਚ ਇੰਡੀਆਨਾਪੋਲਿਸ ਤੇ GTA 'ਚ ਬਰੈਂਪਟਨ ਦੇ ਵਿੱਚ ਟਰਮੀਨਲ ਆ ਜੀ, ਤੇ ਕਾਲ ਕਰ ਸਕਦੇ ਹੋ ਤੁਸੀਂ 905 799 9500 ਤੇ ਜਿੰਦਰ ਪੁੱਟਰ ਜਾਂ ਕੁਲਵੰਤ ਸਿੰਘ ਹੋਣਾ ਨੂੰ। ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ ਜੀ ਤੇ ਪ੍ਰੋਜਨ ਆਟੋ ਕੋਲੀਜ਼ਨ ਵਾਲਿਆਂ ਨੂੰ ਕਾਲ ਕਰੋ 416 857 857 ਤੇ ਸੋਢੀ ਸਾਹਿਬ ਉਹਨਾਂ ਨੂੰ ਹਰੇਕ ਇੰਸ਼ੋਰੈਂਸ ਕੰਪਨੀ ਦੇ ਨਾਲ ਗੱਲਬਾਤ ਕਰਦੇ ਆ, ਤੁਹਾਨੂੰ ਰੈਂਟਲ ਕਾਰ ਵੀ ਦਿੰਦੇ ਆ। ਤੁਸੀਂ ਮੌਂਟਰੀਅਲ ਗਏ, ਤੁਹਾਡੇ ਟਰੱਕ ਟ੍ਰੇਲਰ ਨੂੰ ਪ੍ਰੋਬਲਮ ਆ ਗਈ, ਬ੍ਰੇਕਡਾਊਨ ਹੋ ਗਿਆ, ਤੇ ਡਾਇਮੰਡ ਟਰੱਕ ਟ੍ਰੇਲਰ ਰਿਪੇਅਰ 450 934 29 57 ਤੇ ਕਾਲ ਕਰ ਸਕਦੇ ਹੋ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 87 82, ਸਵਾਗਤ ਹੈ ਵੀਰ ਜੀ। ਚੰਨੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਆ ਛੋਟੇਪੁਰ ਦੀ ਗੱਲ ਚੱਲਦੀ ਸੀਗੀ। ਛੋਟੇਪੁਰ ਨੂੰ ਕਹਿੰਦੇ ਹੁੰਦੇ ਨਾ, ਜਿਹੋ ਜਿਹਾ ਕੁਝ ਬੀਜਾਂਗੇ ਉਹੋ ਜਿਹਾ ਵੱਢ ਲਾਂਗੇ, ਤੇ ਜਦੋਂ ਛੋਟੇਪੁਰ ਦੇ ਧਰਮਵੀਰ ਗਾਂਧੀ ਨੂੰ ਕੱਢਿਆ ਸੀ ਪਾਰਟੀ ਦੇ ਵਿੱਚੋਂ, ਇੱਥੋਂ ਕਿੰਗਰਾ ਹੁੰਦਾ ਸੀ ਇਹਦੇ ਨਾਲ ਇੱਕ ਦੀ ਸੱਜੀ ਬਾਂਹ। ਬਿਲਕੁਲ ਜੀ ਬਿਲਕੁਲ। ਤੇ ਇਹਨਾਂ ਨੇ ਖੁਦ ਪਟਿਆਲੇ ਬੰਦੇ ਭੇਜ ਕੇ ਪੁਤਲੇ ਫੂਕੇ ਸੀਗੇ ਹਾਂ, ਤੇ ਉਦੋਂ ਇਹਨੂੰ ਕਿਹੜਾ ਦੀਂਦਾ ਨਹੀਂ ਸੀ ਵੀ ਮੈਂ ਇਮਾਨਦਾਰ ਬੰਦੇ ਦਾ ਕਤਲ ਕਰਨ ਲੱਗਿਆ ਅੱਜ, ਤੇ ਉਦੋਂ ਇਹ ਕਹਿ ਤੋਂ ਨਹੀਂ ਬੋਲਿਆ ਭਈਆ ਗਲਤੀ ਹੋ ਰਹੀ ਹੈ, ਤੇ ਉਹੋ ਜਿਹਾ ਫਿਰ ਇਹਦੇ ਨਾਲ ਹੋ ਗਿਆ ਹੈ। ਇੰਨੇ ਦੁੱਧ ਧੋਤੇ ਨਹੀਂ ਹੁੰਦੇ ਲੀਡਰ ਸਾਰੇ ਹੀ ਹੈ। ਰਹੀ ਗੱਲ ਹੁਣ ਜੀ ਆ ਗਏ ਸੁੱਚੇ ਲਗਾ ਦੀ ਹੈ ਜੀ। ਹੁਣ ਜੇ ਇਹਦੀ ਜਗ੍ਹਾ ਦੇ ਉੱਤੇ ਕੋਈ ਸਰਸੇ ਵਾਲਾ ਆਉਂਦਾ ਤੇ ਉਹਨੂੰ ਤੁਸੀਂ ਅੰਮ੍ਰਿਤ ਛਕਾ ਸਕਦੇ ਕਿਸੇ ਗੁਰਦੁਆਰੇ ਦੇ ਵਿੱਚ? ਬਈ ਨਹੀਂ ਛਕਾ ਸਕਦੇ। ਉਹਨੂੰ ਪੰਜ ਪਿਆਰੇ ਕੋਈ ਉਹਨੂੰ ਅੰਮ੍ਰਿਤ ਛਕਾਉਣਗੇ? ਕਦੇ ਵੀ ਨਹੀਂ। ਹੁਣ ਜਸਵੀਰ ਸਿੰਘ ਜਿਹੜਾ ਮਾਨਮੂਨ ਸੀ ਢਾਡੀ ਜਾਂ ਦਾਦੂਵਾਲ, ਇਹ ਕਹਿੰਦੇ ਸੀ ਲੱਖਾ ਸਿਧਾਣਾ ਰਮਾਲਾ ਸਾਹਿਬ ਦਾ ਰੌਲਾ ਪਾ ਕੇ ਬਹਿ ਗਿਆ, ਗੁਰੂ ਗ੍ਰੰਥ ਸਾਹਿਬ ਦਾ ਰੌਲਾ ਪਾ ਕੇ ਬਹਿ ਗਿਆ। ਇਹ ਘੋਨੇ ਮੋਨੇ ਆ ਜਿਨ੍ਹਾਂ ਨੇ ਇਹਨਾਂ ਨੇ ਸਿੱਖੀ ਦਾ ਲਾਇਸੈਂਸ ਜੇਬ ਚ ਪਾਇਆ। ਹੁਣ ਜਾ ਕੇ ਵੱਢਣ ਤਾਂ ਲੱਤਾਂ ਉੱਥੇ ਉਹਨੇ ਗਾਂਦੀਆਂ ਜਿਹੜੇ ਉਹ ਪਹਿਲੀ ਗੱਲ ਪੰਜ ਪਿਆਰੇ ਥੋੜੀ ਉਹਦਾ ਆਪ ਭੰਗੀ ਆ ਜਿਨ੍ਹਾਂ ਨੇ ਇਹਨੂੰ ਅੰਮ੍ਰਿਤ ਛਕਾਇਆ। ਰਾਈਟ। ਹੁਣ ਕੋਈ ਬੋਲਿਆ ਉੱਥੇ ਕੋਈ ਇੱਥੇ ਜਾ ਕੇ ਇਹ ਮੁੱਛ ਲਵਿਆ ਐਵੇਂ ਫੜ ਕੇ ਪਾਠੀ ਕੁੱਟ ਤੇ ਪਬਲਿਕ ਸਿਟੀ ਲੈ ਕੇ ਐਵੇਂ ਕਿਸੇ ਦੀ ਮਸੀਤ ਢਾਤੀ ਹੈ। ਤੇ ਹੁਣ ਕਿਉਂ ਨਹੀਂ ਭਾਈ ਉੱਥੇ ਸੁੱਚੇ ਲਗਾ ਦੇ ਉੱਤੇ ਡਾਂਗ ਫੇਰੀ ਜਾਂਦੀ? ਭਾਈ ਤੂੰ ਕਿਹੜੇ ਮੂੰਹ ਨਾਲ ਗੁਰਦੁਆਰੇ ਜਾ ਕੇ ਵੜਿਆ ਜੋ ਤੈਨੂੰ ਪੰਥ ਚੋਂ ਹੀ ਸਿੱਖਿਆ ਸੀ? ਜੀ ਵਾਕਿਆ ਗੱਲ ਸਹੀ ਹੈ ਵੀਰ ਜੀ। ਇਹ ਪਤਾ ਕੀ ਆ, ਦੂਜੇ ਪਾਸੇ ਨੂੰ ਜੇ ਇੱਥੇ ਹੀ ਕਿਤੇ ਸਰਸੇ ਵਾਲਾ ਹੁੰਦਾ, ਇੱਥੇ ਮੈਨੂੰ ਮਿਲਦਾ ਜਿਨ੍ਹਾਂ ਨੇ ਆਹ ਜਿਵੇਂ ਪ੍ਰਧਾਨ ਮੰਤਰੀ ਨਹੀਂ ਉਹ ਬਾਜੇ ਵਾਲਾ, ਜਿਨ੍ਹਾਂ ਨੇ ਕੁੱਤੇ ਦੇ ਡੰਡਾ ਨਹੀਂ ਮਾਰਿਆ, ਉਹ ਵੀ ਉੱਠ ਕੇ ਬੋਲਣ ਭਜਦੇ ਆਏ ਆ ਦੂਜੇ ਪਾਸੇ ਨੂੰ ਪਬਲਿਕ ਸਿਟੀ ਲੈਣ ਨੂੰ। ਹੁਣ ਕੋਈ ਮਾਈਦਾ। ਰਹੀ ਗੱਲ ਸੁਖਬੀਰ ਬਾਦਲ ਦੀ, ਮੈਂ ਤਾਂ ਆਖਿਆ ਇਹ ਬਹੁਤ ਵੱਡਾ ਲੀਡਰ ਹੋਊਗਾ, ਬਹੁਤ ਇਹਦਾ ਦਿਮਾਗ ਹੋਊਗਾ ਵੀ ਬੜਾ ਇਹ ਆ। ਮੈਨੂੰ ਨਹੀਂ ਪਤਾ ਇਹ ਇੰਨਾ ਮਨ ਬੁੱਧੀ ਬੰਦਾ। ਉਹ ਪੁੱਛਣਾ ਹੋਵੇ ਵੀ 116 17 ਜਾਂ 20 ਬੰਦੇ ਮਰ ਕੇ ਦਾਰੂ ਪੀ ਕੇ ਹੈ, ਕਹਿੰਦਾ ਜੀ 25 ਲੱਖ ਦੇ ਦਿਓ। ਉਹ ਸਾਰੇ ਜੈਤੋ ਦੇ ਮੋਰਚੇ ਦੇ ਵਿੱਚ ਲੜਾਈ ਲੜ ਕੇ ਜੋ ਮਰੇ ਆ ਬਈ ਹੈ, ਮਰੇ ਦਾ ਦਾਰੂ ਪੀ ਗਿਆ। ਤੂੰ ਅਕਾਲੀ ਦਲ ਦਾ ਪ੍ਰਧਾਨ ਆ,
ਤੂੰ ਇੱਕ ਉਹਦੇ ਕਨੂੰ ਸ਼੍ਰੋਮਣੀ ਕਮੇਟੀ ਦਾ ਉਹਦੇ ਕਨੂੰ ਮੈਂਬਰ ਆ, ਤੇ ਤੂੰ ਵੀ ਕਹਿੰਦਾ ਜੀ ਇਹਨਾਂ ਸ਼ਰਾਬੀਆਂ ਨੂੰ 25-25 ਲੱਖ ਦੇ ਦਿਓ। ਵਾਹ ਓਏ ਤੇਰੇ ਵਰਗੇ ਬੰਦੇ ਦੇ ਆਪਦੀਆਂ ਬੱਸਾਂ ਹੇਠ ਆਣ ਕੇ ਕਿੰਨੇ ਬੰਦੇ ਮਰ ਜਾਂਦੇ, ਉਹਨਾਂ ਨੂੰ ਕਿੰਨੇ ਕੁ ਦਿੰਦੇ ਆ ਜੀ? ਨਹੀਂ, ਪਹਿਲੀ ਗੱਲ ਇਹ ਟੈਕਸ ਦਾ ਪੈਸਾ ਯਾਰ, ਲੋਕਾਂ ਦਾ ਪੈਸਾ ਕਾਹਤੋਂ ਦੇਣ? ਇਹ ਅਗਲੇ ਦੀਆਂ ਫੈਕਟਰੀਆਂ ਫੜਨ, ਅਗਲੇ ਦੀਆਂ ਪੈਲੀ ਜ਼ਬਤ ਕਰਨ, ਸਾਡੇ ਕੰਨੇ ਕਰੋੜ ਦੇ ਦੇ ਜੀ। ਇਹੋ ਜਿਹਾ ਮਨ ਬੁੱਧੀ ਬੱਚਾ ਪਤਾ ਨਹੀਂ ਕਿੱਥੋਂ ਯਾਰ ਇਹ ਸਿਆਸਤ ਦੇ ਵਿੱਚ। ਮੈਨੂੰ ਨਹੀਂ ਮੇਦ ਇਦੋਂ ਵੱਧ ਤਾਂ ਯਾਰ ਸਾਡੇ ਪਿੰਡ ਦਾ ਅਨਪੜ੍ਹ ਬੰਦਾ ਸਿਆਸਤ ਵੱਧ ਕਰ ਲੇ। ਧੰਨਵਾਦ ਵੀਰ ਜੀ, ਤੁਹਾਡੇ ਵਿਚਾਰ ਆ ਜੀ। ਧੰਨਵਾਦ ਜੀ, ਧੰਨਵਾਦ। ਹਾਂਜੀ ਵੀਰ ਜੀ, ਉਹਨਾਂ ਦੇ ਵਿਚਾਰ ਜਿਹੜੇ ਜਾ ਚੁੱਕੇ ਆਉਣੇ ਯਾਰ। ਜੇ ਤੁਸੀਂ ਟੋਰਾਂਟੋ ਤੋਂ ਮੌਂਟਰੀਅਲ ਜਾਂ ਮੌਂਟਰੀਅਲ ਤੋਂ ਟੋਰਾਂਟੋ ਜਾਣਾ ਚਾਹੁੰਦੇ ਹੋ ਤੇ ਬੈਸਟ ਕੈਨੇਡੀਅਨ ਰਾਈਡ ਸਰਵਿਸ ਦਾ ਨਾਮ ਯਾਦ ਰੱਖੋ, 514 560 6613 5145606613। ਤੁਸੀਂ ਬੈਸਟ ਕੁਆਲਿਟੀ ਦੇ ਵਿੱਚ ਸੋਫਾ ਲੈਣਾ ਜੀ, ਐਲ ਸ਼ੇਪ, ਰਾਉਂਡ ਸ਼ੇਪ, ਕੱਪੜੇ ਵਾਲਾ, ਲੈਦਰ ਵਾਲਾ, ਕਿਸੇ ਵੀ ਤਰ੍ਹਾਂ ਦਾ, ਇੱਕ ਵਾਰੀ ਕਾਲ ਜ਼ਰੂਰ ਕਰੋ। ਤੁਸੀਂ ਜਾ ਕੇ ਦੇਖੋਗੇ ਤਾਂ ਵਾਕਿਆ ਤੁਹਾਨੂੰ ਪਤਾ ਲੱਗੂਗਾ ਜੀ ਇਹ ਚਾਈਨਾ ਮੇਡ ਤੇ ਇੱਥੋਂ ਦੇ ਜਿਹੜੇ ਹੈਂਡ ਮੇਡ ਆ ਉਹਨਾਂ ਦਾ ਕਿੰਨਾ ਫਰਕ ਆ। ਸੋਫਾ ਸਟੂਡੀਓ ਤੋਂ ਸ਼ਗਨਦੀਪ ਉਹਨਾਂ ਨੂੰ ਕਾਲ ਕਰ ਲਓ 905 799 8877। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਕਰਵਾਉਣੀ, ਹਰਦਿਆਲ ਸਿੰਘ ਝੀਤਾ ਦਾ ਨਾਮ ਯਾਦ ਰੱਖੋ 647 499 15 ਤੇ। ਜੇ ਤੁਸੀਂ ਟਰਾਂਸਪੋਰਟ ਤੁਸੀਂ ਜੋਬ ਦੀ ਭਾਲ ਵਿੱਚ ਤੁਹਾਡੇ ਕੋਲ ਟਰੱਕ ਟ੍ਰੇਲਰ ਆਪਦਾ ਜੀ, ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, JK ਹੰਟ ਤੇ ਬਲਜੀਤ ਕਾਲਾ ਉਹਨਾਂ ਨੂੰ ਕਾਲ ਕਰ ਲਓ 647 988 92 51 ਤੇ। ਚੱਲਦੇ ਆਪਾਂ ਨੈਕਸਟ ਕਾਲ ਤੇ 78 87 85। ਸਵਾਗਤ ਹੈ ਵੀਰ ਜੀ। ਹਾਂਜੀ ਚੰਦੀ ਸਾਹਿਬ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਗਤ ਹੈ। ਗੱਲ ਇਹ ਆ ਬਾਈ ਜੀ ਵੀ ਜਿਹੜੇ ਸਾਡੇ ਬਜ਼ੁਰਗ ਕਰਦੇ ਆ ਨਾ, ਤੇ ਗਾਹਾਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਜਿਹੜੀਆਂ ਹੈਗੀਆਂ ਉਹ ਦੇਖਦੀਆਂ, ਲੇਖਾ ਜੋਖਾ ਕਰਦੀਆਂ ਵੀ ਸਾਨੂੰ ਕੀ ਦੇ ਕੇ ਗਏ ਆ। ਜੀ ਜੀ। ਸਾਡੇ ਦੋ ਬਜ਼ੁਰਗ ਹੋਏ ਆ, ਇੱਕ ਪ੍ਰਕਾਸ਼ ਸਿੰਘ ਬਾਦਲ ਤੇ ਇੱਕ ਜਥੇਦਾਰ ਟੌੜਾ ਜੀ, ਜਿਨ੍ਹਾਂ ਨੇ ਰਾਜਨੀਤੀ ਦੇ ਪਿਛਲੇ ਮੇਰੇ ਹਾਲ ਘੱਟੋ ਘੱਟ 40 ਸਾਲ ਕਹਿ ਦਈਏ ਵੀ ਇਹਨਾਂ ਨੇ ਰਾਜ ਕੀਤਾ ਹੈਗਾ। ਸਾਨੂੰ ਸਿੱਖ ਧਰਮ ਨੂੰ ਇਹਨਾਂ ਨੇ ਇਹ ਕੁਝ ਦਿੱਤਾ ਹੈਗਾ। ਜੀ ਜੀ। ਜਿਹੜਾ ਬਾਦਲ ਹੈਗਾ ਇਹਨਾਂ ਨੂੰ ਕਿਹੜਾ ਫਕਰੇ ਕੌਮ ਦਿੱਤਾ ਗਾ ਜਾਂ ਟੌੜੇ ਨੂੰ ਦਿੱਤੇ ਗਏ ਅਵਾਰਡ। ਮੈਂ ਇਹ ਸੋਚਦਾ ਹਾਂ ਵੀ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਇਹ ਬਾਰੇ ਪੜੂਗੀ ਤਾਂ ਉਹ ਕੀ ਸੋਚੂਗੀ ਵੀ ਸਾਡੇ ਬੰਦੇ ਇਹੋ ਜਿਹੇ ਸੀਗੇ, ਇਹ ਹਨਾ ਮਹਾਨ ਸੀਗੇ, ਪਰ ਜਿਹੜਾ ਕੁਛ ਇਹਨਾਂ ਨੇ ਧਰਮ ਦਾ ਸੱਤਿਆਨਾਸ਼ ਕੀਤਾ, ਜਿਹੜਾ ਟੌੜੇ ਨੇ ਕੀਤਾ, ਅੱਜ ਅਸੀਂ ਭੁਗਤ ਰਹੇ ਹਾਂ। ਤੁਸੀਂ ਇਹ ਦੇਖੋ ਕਿ ਵੀ ਇਹ ਘੱਟੋ ਘੱਟ 40 ਸਾਲ 30 35 40 ਸਾਲ ਬੰਦੇ ਨੇ ਰਾਜ ਕੀਤਾ ਅੱਜ ਤੋਂ ਲੈ ਕੇ ਪਹਿਲਾਂ ਜਿਹੜਾ ਸੀਗਾ ਹਨਾ। ਇਹਦੇ ਦੇਖੋ ਤੁਸੀਂ ਅਕਾਲ ਤਖ਼ਤ ਦਾ ਜਥੇਦਾਰ ਉੱਚੀ ਜਗ੍ਹਾ ਤੇ ਹੋਣਾ ਚਾਹੀਦਾ ਸੀ, ਸ਼੍ਰੋਮਣੀ ਕਮੇਟੀ ਨੂੰ ਸੇਧ ਲੈਣੀ ਚਾਹੀਦੀ ਸੀ ਵੀ ਦੱਸੋ ਅਸੀਂ ਕੀ ਕਰੀਏ ਜੀ। ਪਰ ਇਹਨੇ ਉਹਨਾਂ ਨੂੰ ਏਦਾਂ ਵਰਤਿਆ ਜਿੱਦਾਂ ਘਰ ਦੇ ਵਿੱਚ ਕੀ ਰਸੋਈਆ ਹੁੰਦਾ ਹੈਗਾ, ਮਾਫ ਹਨਾ ਵੀ ਤੂੰ ਇਹਨੂੰ ਮਾਫ ਕਰ ਦੇ, ਇਹਨੂੰ ਸੱਦ ਲਾ, ਬਾਦਲ ਨੂੰ ਸੱਦ ਲਾ, ਇਹਨਾਂ ਨੂੰ ਸੱਦ ਲਾ। 14-15 ਦੇ MLA ਹੁੰਦੇ ਸੀਗੇ ਰਾਜਨੀਤੀ ਦੇ ਵਿੱਚ, ਇਹਨੇ ਦੇਖ ਲਓ ਕਿੱਦਾਂ ਦਖਲਅੰਦਾਜ਼ੀ ਕੀਤੀ ਆ ਜੀ। ਫਿਰ ਉਹਨਾਂ ਨੂੰ ਸੱਦਿਆ ਜੀ ਹੁਣ ਤੁਸੀਂ ਐ ਇਕੱਠੇ ਹੋ ਜਾਓ, ਤੁਸੀਂ ਫਲਾਨਾ ਕਰ ਲਓ। ਅਸੀਂ ਕਹਿੰਦੇ ਬਾਦਲ ਨੇ ਗਲਤ ਕੀਤਾ, ਪਰ ਬਾਦਲ ਨਾਲ ਵੀ ਟੌੜੇ ਨੇ ਘੱਟ ਨਹੀਂ ਕੀਤੀ ਜੀ। ਮੈਂ ਅਰਸ਼ਦੀਪ ਨੂੰ ਇਹੀ ਪੁੱਛਣਾ ਚਾਹੁੰਦਾ ਸੀਗਾ ਕਿ ਵੀ ਜਿਹੜਾ ਕੁਛ ਇਹ ਬੰਦੇ ਨੇ ਕੀਤਾ ਹੈਗਾ ਟੌੜੇ ਨੇ, ਅੱਜ ਜਿਹੜਾ ਸਾਡੇ ਇਹਦਾ ਹਾਲ ਆ ਨਾ ਸਾਡੀ ਸ਼੍ਰੋਮਣੀ ਕਮੇਟੀ ਦਾ, ਮੈਂ ਕਹਿੰਦਾ ਕਿ ਜਿਹੜੀ ਪੰਜਾਬ ਦੇ ਲੋਕ ਆ ਨਾ ਉਹ ਸਭ ਤੋਂ ਪਹਿਲਾਂ ਸਿੱਖ ਧਰਮ ਨੂੰ, ਆਪਣੇ ਨੂੰ, ਅਕਾਲ ਤਖ਼ਤ ਨੂੰ ਉਹ ਸਮਰਪਿਤ ਆ, ਸਾਰਾ ਹੀ ਪੰਜਾਬ ਆ। ਉਸ ਤੋਂ ਬਾਅਦ ਬਾਈ ਜੀ ਉਹਨਾਂ ਨੇ ਵੋਟ ਪਾਉਣੀ ਆ, ਵੋਟ ਤਾਂ ਫਿਰ ਰਾਜਨੀਤੀ ਪਾਰਟੀ ਨੂੰ ਪਾਉਣੀ ਪੈਣੀ ਆ ਨਾ। ਠੀਕ ਹੈ ਨਾ, ਠੀਕ ਆ ਵੀ ਜਿਹੜੀ ਪਾਰਟੀ ਹੁੰਦੀ ਉਹਨਾਂ ਨੇ ਉਹਨੂੰ ਚੰਗੇ ਲੱਗਦਾ ਉਹਨਾਂ ਨੂੰ ਪਾ ਦਿੰਦੇ ਹੈਗੇ। ਸੋ ਮੈਂ ਕਹਿੰਦਾ ਕਿ ਵੀ ਜਿਹੜੇ ਸਾਡੇ ਇਹ ਦੋ ਬੰਦਿਆਂ ਨੇ ਜਿਹੜਾ ਸਾਡਾ ਸਿੱਖ ਕੌਮ ਦਾ ਸੱਤਿਆਨਾਸ਼ ਕੀਤਾ ਨਾ, ਵੀ ਇਹ ਆਉਣ ਵਾਲਾ ਮੈਨੂੰ ਨਹੀਂ ਲੱਗਦਾ ਵੀ ਇਹ ਮੁੜ ਕੇ ਆਪਦੇ ਪੈਰਾਂ ਤੇ ਖੜੀ ਹੋ ਜਾਵੇ ਤੇ ਜਾਂ ਇਹਦਾ ਕੁਛ ਭਲਾ ਹੋ ਜਾਵੇ। ਮਿਹਰਬਾਨੀ ਭਾਈ ਜੀ। ਧੰਨਵਾਦ ਜੀ, ਧੰਨਵਾਦ ਜੀ। ਅਰਸ਼ਦੀਪ ਜੀ ਕੀ ਕਹਿਣਾ ਚਾਹੋਗੇ ਤੁਸੀਂ? ਜੀ ਦੇਖੋ, ਇਹਨਾਂ ਨੇ ਗੱਲ ਬਿਲਕੁਲ ਸਹੀ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਿਹੜਾ ਉਹ ਦੋ ਵਿਅਕਤੀਆਂ ਕੋਲ ਹੀ ਰਿਹਾ। ਇੱਕ ਗੁਰਚਰਨ ਸਿੰਘ ਟੌੜਾ ਦਾ ਦਬਦਬਾ ਰਿਹਾ ਕਿਸੇ ਸਮੇਂ ਤੇ, ਹੁਣ ਲੰਮੇ ਸਮੇਂ ਤੋਂ ਜਿਹੜਾ ਪ੍ਰਕਾਸ਼ ਸਿੰਘ ਬਾਦਲ ਜਿੱਥੇ ਸ਼੍ਰੋਮਣੀ ਦਾ ਕਬਜ਼ਾ ਗਾ। ਤਾਂ ਇਸ ਕਰਕੇ ਸ਼੍ਰੋਮਣੀ ਜੇ ਆਪਾਂ ਕਹੀਏ ਕਿ ਟੌੜੇ ਨੇ ਬਾਦਲ ਨਾਲ ਘੱਟ ਨਹੀਂ ਕੀਤੀ ਤਾਂ ਬਾਦਲ ਨੇ ਵੀ ਟੌੜੇ ਨਾਲ ਘੱਟ ਨਹੀਂ ਕੀਤੀ, ਕਿਉਂਕਿ ਮਸਲਾ ਸ਼੍ਰੋਮਣੀ ਕਮੇਟੀ ਤੇ ਕਾਬਜ ਹੋਣ ਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਦਾ ਸੀ ਤੇ ਉਹਦੇ ਚ ਦੋਵੇਂ ਮਹਾਰਤ ਰੱਖਦੇ ਸਨ ਤੇ ਆਖਿਰਕਾਰ ਪ੍ਰਕਾਸ਼ ਸਿੰਘ ਬਾਦਲ ਕਾਮਯਾਬ ਹੋਏ ਨੇ। ਜੇ ਗੁਰਚਰਨ ਸਿੰਘ ਟੌੜੇ ਦੇ ਸਮੇਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਖਰਾਬ ਹੋਇਆ ਤਾਂ ਉਹਦੇ ਬਾਅਦ ਹੁਣ 20 ਸਾਲ ਹੋ ਗਏ ਤਾਂ ਪ੍ਰਬੰਧ ਸੁਧਾਰਿਆ ਜਾ ਸਕਦਾ ਸੀ, ਪਰ ਉਹ ਪ੍ਰਬੰਧ ਸੁਧਰਿਆ ਨਹੀਂ। ਨਾ ਤਾਂ ਸਿੱਖ ਰੈਫਰੈਂਸ ਲਾਇਬ੍ਰੇਰੀ, ਬਾਕੀ ਸਾਰਾ ਕੁਝ ਛੱਡ ਗਏ ਆਪਾਂ, ਭ੍ਰਿਸ਼ਟਾਚਾਰ ਹੋਇਆ, ਬਾਕੀ ਸਭ ਛੱਡੀਏ। ਨਾ ਤਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮਸਲਾ ਹਾਲੇ ਤੱਕ ਸੁਲਝਿਆਗਾ, ਨਾ ਤਾਂ ਸ਼੍ਰੋਮਣੀ ਕਮੇਟੀ ਦੀ ਲਿਸਟ ਦੇ ਸਕੀ ਤੇ ਹੁਣ 260 ਸਰੂਪ ਆ ਕੇ ਗਾਇਬ ਹੋ ਜਾਂਦੇ ਨੇ। ਤਾਂ ਇੱਕੋ ਹੀ ਸ਼ੱਕ ਪੈਂਦੀ ਹੈ ਕਿ ਪ੍ਰਬੰਧਾਂ ਵਿੱਚ ਤਾਂ ਹਾਲੇ ਵੀ ਜਿਹੜੀਆਂ ਉਹ ਵੱਡੀਆਂ ਖਾਮੀਆਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਤੇ ਜਦੋਂ ਪ੍ਰਧਾਨ ਲਾਉਣ ਦਾ ਸਮਾਂ ਆਉਂਦਾ ਹੈਗਾ ਤਾਂ ਉਸ ਸਮੇਂ ਵੀ ਸਾਰੇ ਅਧਿਕਾਰ ਜਿਹੜੇ ਹੈਗੇ ਉਹ ਪਾਰਟੀ ਪ੍ਰਧਾਨ ਨੂੰ ਦੇ ਦਿੱਤੇ ਜਾਂਦੇ ਨੇ ਤੇ ਜਿਹੜੇ ਵਿਰੋਧ ਕਰਨ ਵਾਲੇ 13-14 ਕੁ ਸ਼੍ਰੋਮਣੀ ਕਮੇਟੀ ਮੈਂਬਰ ਨੇ
ਉਹਨਾਂ ਦੀ ਬਾਤ ਹੀ ਤੇਜਾ ਸਿੰਘ ਸਮੁੰਦਰੀ ਹਾਲ 'ਚ ਨਹੀਂ ਸੁਣੀ ਜਾਂਦੀ, ਨਹੀਂ ਪੁੱਛੀ ਜਾਂਦੀ। ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਲਈ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਤੇ ਜੇ ਉਂਗਲਾਂ ਉੱਠਦੀਆਂ ਨੇ ਤਾਂ ਇਹ ਦੋਵੇਂ ਤਰ੍ਹਾਂ ਕਾਬਜ਼ ਰਹੀਆਂ ਨੇ, ਪਰ ਕਸੂਰਵਾਰ ਦੋਵੇਂ ਆ। ਅਸੀਂ ਇੱਕ ਨੂੰ ਜਸਟੀਫਾਈ ਨਹੀਂ ਕਰ ਸਕਦੇ ਕਿ ਉਹਨੇ ਉਹਦੇ ਨਾਲ ਬੁਰੀ ਕੀਤੀ। ਦੋਵਾਂ ਨੇ ਜਿਹੜੀ ਹੈਗੀ ਹੈ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲੈਣੀ ਸੀ ਤੇ ਦੋਵਾਂ ਨੇ ਇੱਕ ਦੂਜੇ ਨਾਲ ਜਿੰਨੀ ਬਣਦੀ ਸੀ ਉਹ ਕੀਤੀ ਤੇ ਕੀਤੀ ਜਿਹੜੀ ਉਹ ਕੁਰਸੀ ਲਈ ਹੈ ਜੀ। ਬਿਲਕੁਲ ਜੀ, ਆਪਾਂ ਸਾਰੀਆਂ ਜਿਹੜੀਆਂ ਲਾਈਨਾਂ 1 ਬਾਈ 1 ਔਨ ਏਅਰ ਕਰਦੇ ਹਾਂ। ਇਸ ਪ੍ਰੋਗਰਾਮ ਦਾ ਇਸ ਨੂੰ ਸਪਾਂਸਰ ਕੀਤਾ ਜੀ ਕਿਰਨ ਸੰਘਾ ਲਾ ਆਫਿਸ ਵੱਲੋਂ। ਤੁਸੀਂ ਰੀਅਲ ਸਟੇਟ ਦੀਆਂ ਕਿਸੇ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਲੈਣੀਆਂ ਚਾਹੁੰਦੇ ਹੋ ਤਾਂ 905 791 9200 ਤੇ ਕਾਲ ਕਰ ਸਕਦੇ ਹੋ। ਜੇ ਘਰ ਖਰੀਦਣਾ ਜਾਂ ਵੇਚਣਾ, ਸਾਡਾ ਛੋਟਾ ਵੀਰ ਹੈ ਜੀ ਜੋਤੀ ਸਿੰਘ ਮਾਨ, ਬੜੇ ਮਲਾਪੜੇ ਸੁਭਾਅ ਦੇ ਆ ਜੀ। 416 560 0005 ਤੇ ਕਾਲ ਕਰ ਸਕਦੇ ਹੋ। 416560 0005 ਤੇ ਬੜੇ ਵਧੀਆ ਉਹਨਾਂ ਦੇ ਕੋਲ ਹੌਟ ਲਿਸਟਡ ਆ ਜੀ। ਟਰੱਕ ਦਾ ਲਾਇਸੈਂਸ ਲੈਣਾ, ਫਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ ਆ। 905 672 78 99 ਤੇ ਕਾਲ ਕਰ ਸਕਦੇ ਹੋ। ਰੈਨੋਵੇਸ਼ਨ ਕਰਾਉਣੀ ਘਰ ਦੀ, ਬੀ ਟਾਊਨ ਜਿਹੜੀ ਰੈਨੋਵੇਸ਼ਨ ਉਹਨਾਂ ਨੂੰ ਕਾਲ ਕਰ ਸਕਦੇ ਹੋ। 647 741 4241 ਤੇ ਜਾਂ 647 760 1682 ਦੇ ਉੱਤੇ ਕਾਲ ਕੀਤੀ ਜਾ ਸਕਦੀ ਆ। ਆਪਾਂ ਚੱਲਦੇ ਜੀ ਨੈਕਸਟ ਕਾਲ ਤੇ। ਹਾਂਜੀ ਵੀਰ ਜੀ, 8770 ਸਵਾਗਤ ਹੈ ਜੀ। ਹੈਲੋ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ। ਭਾਜੀ ਮੈਂ ਗੱਲ ਕਰਨੀ ਆ, ਦੇਖੋ ਹੁਣ ਤੁਸੀਂ ਇਹ ਜਿਹੜੀਆਂ ਪਿਛਲੀਆਂ ਗੱਲਾਂ ਕਰਦੇ ਆ ਨਾ, ਇਹਨਾਂ ਗੱਲਾਂ ਦਾ ਭਾਜੀ ਫਾਇਦਾ ਕੁਛ ਨਹੀਂ ਜੀ। ਜੇ ਅੱਗੇ ਵਧਣਗੇ ਨਾ, ਜਿਹੜੀ ਸਾਡੇ ਬੱਚੇ ਆ, ਨਵੇਂ ਜਨਰੇਸ਼ਨ ਜਿਹੜੀ ਆ ਉਹ ਸੌਖੀ ਰਹੂਗੀ। ਇਹ ਪਿਛਲੀਆਂ ਗੱਲਾਂ ਛੱਡ ਕੇ ਨਾ ਕੋਈ ਜੋ ਮਰਜ਼ੀ ਕਰਦਾ ਰਹੇ, ਉਹਨੂੰ ਛੱਡ ਦੇਣ, ਅੱਗੇ ਵਧਣ। ਅੱਗੇ ਵੱਧ ਕੇ ਅਗਲਿਆਂ ਨੂੰ ਪਤਾ ਲੱਗੇ ਵੀ ਕੋਈ ਬੰਦੇ ਹੈਗੇ ਆ। ਕਦੀ ਗੁਰੂਆਂ ਦੀਆਂ ਗੱਲਾਂ, ਕਦੀ ਉਹਦੀਆਂ ਗੱਲਾਂ ਕੈਪਟਨ ਦੀਆਂ, ਕਦੀ ਕਾਲੀਆਂ ਦੀਆਂ, ਇਹ ਛੱਡ ਦੇਣ। ਛੱਡ ਕੇ ਆਪਣਾ ਇਹ ਦੇਖਾ ਵੀ ਸਾਡੀ ਜਿਹੜੀ ਅੱਗੋਂ ਨਵੀਂ ਜਨਰੇਸ਼ਨ ਹੈਗੀ ਉਹ ਸੌਖੀ ਰਹੂਗੀ ਕਿ ਦੁਖੀ ਰਹੂਗੀ। ਇਹ ਭਾਈ ਸਾਹਿਬ ਨੂੰ ਮੇਰੀ ਗੱਲ ਪੁੱਛਿਓ ਤੇ ਤੁਸੀਂ ਇਹ ਗੱਲਾਂ ਲੈ ਕੇ ਬੈਠੇ, ਅਗਲੇ ਫਾਇਦਾ ਠਾਲਦੇ ਇਹਨਾਂ ਗੱਲਾਂ ਦੇ ਵਿੱਚੋਂ, ਤੁਸੀਂ ਸੋਚਿਓ ਮੇਰੀ ਗੱਲ ਜੀ। ਧੰਨਵਾਦ ਭੈਣ ਜੀ। ਆਪਾਂ ਪੁੱਛਦੇ ਨਾਲ ਹੀ ਆ ਅਰਸ਼ਦੀਪ ਬਣੀ ਜੀ। ਅਰਸ਼ਦੀਪ, ਦੇਖੋ ਜੀ, ਜਿਹੜੀ ਇਹਨਾਂ ਨੇ ਅੱਗੇ ਵਧਣ ਦੀ ਗੱਲ ਕੀਤੀ ਹੈ, ਅੱਗੇ ਵਧੀਏ ਕਿਹਦੇ ਆਸਰੇ, ਸਵਾਲ ਤਾਂ ਇਹੀ ਹੈ। ਕਿਉਂਕਿ ਲੀਡਰਸ਼ਿਪ ਦੀ ਸਭ ਤੋਂ ਵੱਡੀ ਘਾਟ ਹੈ, ਲੀਡਰਸ਼ਿਪ ਦਾ ਸਭ ਤੋਂ ਵੱਡਾ ਖਲਾ ਜਾਂ ਐ ਕਹਿ ਦੋ ਕਿ ਇੰਨਾ ਲੰਮਾ ਸਮਾਂ ਲੀਡਰ ਪੈਦਾ ਹੀ ਨਹੀਂ ਹੋਣ ਦਿੱਤਾ ਗਿਆ। ਜਿਹਨੇ ਲੀਡਰ ਬਣ ਕੇ ਪੈਦਾ ਹੋਣ ਦੀ ਕੋਸ਼ਿਸ਼ ਕੀਤੀ, ਉਹਨੂੰ ਲੀਡਰ ਬਣਨ ਤੋਂ ਪਹਿਲਾਂ ਹੀ ਕਿਸੇ ਨਾ ਕਿਸੇ ਤਰੀਕੇ ਜਿਹੜਾ ਡਿਮੋਲਿਸ਼ ਕਰ ਦਿੱਤਾ ਗਿਆ, ਦਬਾ ਦਿੱਤਾ ਗਿਆ। ਇਸ ਕਰਕੇ ਇੱਕ ਚੰਗੇ ਯੋਗ ਲੀਡਰ ਦੀ ਜ਼ਰੂਰਤ ਹੁੰਦੀ ਹੈਗੀ। ਇੱਕ ਲੀਡਰ ਦੇ ਨਾਲ ਹੀ ਜਿਹੜਾ ਅੱਗੇ ਵਧਿਆ ਜਾ ਸਕਦਾ। ਪਰ ਲੀਡਰਸ਼ਿਪ ਦੇ ਵਿੱਚ ਲੋਕਾਂ ਕੋਲ ਆਪਸ਼ਨ ਕੀ ਆ, ਲੋਕ ਕਿਹਨੂੰ ਚੁਣਨਗੇ? ਸਾਰੇ ਜਿਹੜੇ ਹੈਗੇ ਨੇ, ਕੋਈ ਵੀ ਦੋਸਤ ਹੋਤਾ ਨਹੀਂ ਹੈ। ਕਦੇ ਕਾਂਗਰਸ ਚੁਣ ਲੈਂਦੇ ਆ, ਕਾਂਗਰਸ ਵੱਡੇ ਵੱਡੇ ਵਾਅਦੇ ਕਰਦੀ ਹੈ ਤੇ ਵਾਅਦੇ ਕਰਨ ਤੋਂ ਬਾਅਦ ਉਹ ਵੀ ਜਿਹੜੇ ਪਾਸੇ ਹੋ ਜਾਂਦੇ। ਸ਼੍ਰੋਮਣੀ ਅਕਾਲੀ ਦਲ ਸੱਤਾ ਚਾਹੁੰਦਾ ਤਾਂ ਉਸ ਸਮੇਂ ਕੀ ਕੁਝ ਹੋਇਆ, ਇਹ ਵੀ ਸਭ ਦੇ ਸਾਹਮਣੇ ਆਏਗਾ। ਤੇ ਇਸ ਕਰਕੇ ਲੋਕਾਂ ਕੋਲ ਆਪਸ਼ਨ ਨਹੀਂ ਹੈ। ਜ਼ਰੂਰਤ ਹੈ ਕਿ ਇੱਕ ਚੰਗਾ ਲੀਡਰ ਹੋਵੇ, ਲੋਕ ਫੇਰ ਹੀ ਅੱਗੇ ਵੱਧ ਸਕਦੇ ਨੇ। ਤਾਂ ਲੋਕ ਅੱਗੇ ਤਾਂ ਹੀ ਵਧਣਗੇ ਜੇ ਆਸ ਹੋਊ। ਤਾਂ ਮੂਹਰੇ ਆਸ ਦੀ ਕਿਰਨ ਕੋਈ ਹੈ ਨਹੀਂ ਗੀ। ਬੇਰੁਜ਼ਗਾਰੀ ਚਰਮ ਸੀਮਾ ਤੇ ਆ, ਕਿਸਾਨਾਂ ਦਾ ਕਰਜ਼ੇ ਦੇ ਨਾਲ ਬੁਰਾ ਹਾਲ ਹੈਗਾ, ਪੰਥਕ ਦੇ ਵਿੱਚ ਕੋਈ ਲੀਡਰ ਨਹੀਂ, ਭ੍ਰਿਸ਼ਟਾਚਾਰ ਦੀਆਂ ਚਰਚਾਵਾਂ ਚੱਲਦੀਆਂ ਨੇ, ਡੇਰਾਵਾਦ ਲਗਾਤਾਰ ਪ੍ਰਮੋਟ ਹੋ ਰਿਹਾ ਹੈਗਾ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਕੋਈ ਲੀਡਰ ਹੀ ਨਹੀਂ ਚੰਗਾ, ਸੁਹਿਰਦ ਲੀਡਰ ਨਹੀਂ ਗਾ, ਜਿਹੜੇ ਬੁੱਧੀਜੀਵੀ ਨੇ, ਪੜ੍ਹੇ ਲਿਖੇ ਨੇ, ਉਹ ਪਾਸੇ ਬੈਠ ਜਾਂਦੇ ਕਿ ਆਪਾਂ ਲੈਣਾ ਕੀ ਹੈ, ਜੇ ਕੁਝ ਬੋਲਾਂਗੇ ਤਾਂ ਕੋਈ ਮਾਰਨ ਪਊਗਾ, ਕੋਈ ਕੇਸ ਹੀ ਕਰਵਾ ਦੂ ਝੂਠਾ। ਇਸ ਕਰਕੇ ਲੀਡਰਸ਼ਿਪ ਦੀ ਕਮੀ ਸਭ ਤੋਂ ਵੱਡਾ ਕਾਰਨ ਹੈ ਜੀ। ਜੀ ਬਿਲਕੁਲ ਅਰਸ਼ਦੀਪ, ਆਪਾਂ ਜੇ ਪਿਛਲੇ ਇਤਿਹਾਸ ਤੇ ਝਾਤ ਮਾਰੀਏ ਤੇ ਅਬਦਾਲੀ ਨੇ ਜਦੋਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਹਨਾਂ ਨੂੰ ਕਿਹਾ ਸੀਗਾ ਅਬਦਾਲੀ ਨੂੰ ਵੀ ਸਿੱਖਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ? ਤਾਂ ਕਹਿੰਦੇ ਸ਼੍ਰੀ ਦਰਬਾਰ ਸਾਹਿਬ ਤੋਂ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਸਰੋਵਰ 'ਚ ਇਸ਼ਨਾਨ ਕਰਦੇ ਆ ਉੱਥੋਂ ਸ਼ਕਤੀ ਮਿਲਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਆ ਜੀ, ਉੱਥੋਂ ਸੇਧ ਲੈਂਦੇ ਆ। ਜਦੋਂ ਉਹਦੀ ਹਜ਼ੂਰੀ ਦੇ ਵਿੱਚ ਬਹਿੰਦੇ ਆ, ਹੁਕਮਨਾਮਾ ਲੈਂਦੇ ਆ ਤੇ ਕਿਸੇ ਦੀ ਪਰਵਾਹ ਨਹੀਂ ਮੰਨਦੇ ਜਿਹੜੇ। ਤੇ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਦਰਬਾਰ ਸਾਹਿਬ ਦੇ ਜਿਹੜੇ ਸਰੋਵਰਾਂ ਨੂੰ ਪੂਰ ਦਿੱਤਾ, ਬੜਾ ਨੁਕਸਾਨ ਕੀਤਾ। 30,000 ਦੇ ਲਗਭਗ ਜਿਹੜੇ ਉਦੋਂ ਸਿੰਘ ਸ਼ਹੀਦ ਹੋ ਗਏ ਸੀਗੇ। ਸਿੰਘ ਜੰਗਲਾਂ ਦੇ ਵਿੱਚ ਚਲੇ ਗਏ। 3 ਮਹੀਨਿਆਂ ਬਾਅਦ ਹੀ ਉਹਨੂੰ ਕਾਬਲ ਤੋਂ ਘੇਰ ਕੇ ਵਾਪਸ ਲਿਆਂਦਾ ਜੀ। ਉਹਦੇ ਫੌਜੀਆਂ ਨੂੰ, ਜਿਨ੍ਹਾਂ ਹੱਥਾਂ ਦੇ ਨਾਲ ਸਰੋਵਰ ਪੂਰਿਆ ਸੀਗਾ, ਉਹ ਖਾਲੀ ਕਰਵਾਇਆ। ਉਦੋਂ ਸਿੱਖਾਂ ਦੇ ਵਿੱਚ ਇੰਨਾ ਜਜ਼ਬਾ ਸੀਗਾ, ਇੰਨਾ ਸਮਰਪਣ ਸੀਗਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਤੇ ਅਕਾਲ ਤਖਤ ਦੇ ਪ੍ਰਤੀ। ਪਰ ਹੁਣ ਸੱਤਾ ਦੇ ਵਿੱਚ ਰਹੇ ਆ ਜੀ ਬਾਦਲ ਸਾਹਿਬ 10 ਸਾਲ। 10 ਸਾਲਾਂ ਦੇ ਵਿੱਚ ਉਹਨਾਂ ਨੁਕਸਾਨ ਜਿਹੜਾ ਉਹਦਾ ਜ਼ਕਰੀਆ ਖਾਨ ਵੇਲੇ ਨਹੀਂ ਹੋਇਆ। ਉਦੋਂ ਇੰਨੇ ਸਿੰਘ ਸ਼ਹੀਦ ਨਹੀਂ ਸੀ ਹੋਏ, ਉਦੋਂ ਸਿੰਘ ਸ਼ਹੀਦ ਹੋਏ ਸੀਗੇ। ਹੁਣ ਸਿੱਖੀ ਖਤਮ ਹੋ ਗਈ ਆ। ਜਿਹੜੀ ਸਾਡੀ ਨਵੀਂ ਜਾਣੀ ਕਿ ਨਵੇਂ ਬੱਚੇ ਆ, ਉਹ ਨਸ਼ਿਆਂ ਦੇ ਵਿੱਚ ਲੱਗ ਗਏ। 18-18 20-20 ਸਾਲ ਦੇ ਉਦੋਂ ਸਿੱਖ ਮਾਰੇ ਸੀ ਕਿ ਹੁਣ ਸਿੱਖੀ ਖਤਮ ਹੋ ਗਈ ਆ। ਉਹਨਾਂ ਦੀ ਪ੍ਰਜਨਨ ਕਿਰਿਆ ਜਿਹੜੀ ਆ ਉਹ ਖਤਮ ਹੋ ਗਈ ਆ। ਬੱਚੇ ਪੈਦਾ ਨਹੀਂ ਹੋ ਰਹੇ। ਥਾਂ ਥਾਂ ਤੇ ਹਸਪਤਾਲ ਖੁੱਲ ਗਏ ਜੀ, ਟੈਸਟ ਟਿਊਬ ਦੇ ਰਾਹੀਂ ਬੱਚੇ ਜਿਹੜੇ ਪੈਦਾ ਕਰਨ ਵਾਸਤੇ ਸਾਨੂੰ ਮਿਲੋ।
ਹਰੇਕ ਕੋਨੇ ਦੇ ਉੱਤੇ ਤੁਹਾਨੂੰ ਹਸਪੀਟਲ ਲੱਭੂਗਾ। ਅਰਸ਼ਦੀਪ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਸਾਡੀ ਕੌਮ ਨੇ ਇੰਨੀਆਂ ਮੱਲਾਂ ਮਾਰੀਆਂ ਹੋਈਆਂ, ਗੁਰੂ ਦੇ ਪ੍ਰਤੀ ਨਾਲ ਕੋਈ ਗੱਲਬਾਤ ਹੁੰਦੀ ਆ ਤੇ ਅਕਾਲ ਤਖਤ ਦੇ ਨਾਲ ਮੱਥਾ ਲਾਉਂਦੇ ਜੀ, ਜੇ ਇੰਦਰਾ ਗਾਂਧੀ ਨੇ ਲਾਇਆ ਜਾਂ ਮਸੇ ਰੰਗੜ ਨੇ ਲਾਇਆ, ਅਬਦਾਲੀ ਨੇ ਲਾਇਆ, ਕਿਸੇ ਨੂੰ ਨਹੀਂ ਬਖਸ਼ਿਆ। ਪਰ ਜਦੋਂ ਸਾਡੇ ਬੰਦੇ ਸਾਡੇ ਨਾਲ ਮੱਥਾ ਲਾਉਂਦੇ ਆ ਜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣੀ, ਤੁਸੀਂ ਸਰਕਾਰ ਦੇ ਵਿੱਚੋਂ ਉਹਨਾਂ ਨੂੰ ਫੜਿਆ ਨਹੀਂ ਗਿਆ, ਜਿਹੜੀਆਂ ਗੋਲੀਆਂ ਮਾਰੀਆਂ ਚਲਾਈਆਂ ਗਈਆਂ ਉਹਨਾਂ ਨੂੰ ਵੀ ਤੁਸੀਂ ਜਿਹੜਾ ਕਹਿ ਦਿੱਤਾ ਜੀ ਅਣਪਛਾਤੇ ਪੁਲਿਸ ਵਾਲੇ ਸੀਗੇ, ਇਹ ਕੀ ਲੱਗਦਾ ਆ? ਇਹ ਲੱਗਦਾ ਨਹੀਂਗਾ ਵੀ ਸਾਡੀ ਪਿੱਠ 'ਚ ਛੁਰਾ ਮਾਰੀ ਜਾਂਦੇ, ਜਿਹੜੀ ਮੈਂ ਗੱਲ ਕੀਤੀ ਸੀ? ਦੇਖੋ ਜੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਸਾਹਿਬਾਨ ਦੀ। ਪਰ ਜੇ ਅੱਜ ਦੇ ਜਥੇਦਾਰ ਦੇ ਪਿੱਛੇ ਕੌਮ ਉਸ ਤਰ੍ਹਾਂ ਖੜਦੀ ਨਹੀਂ ਕਿ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਿਸੇ ਮੁੱਦੇ ਤੇ ਸਟੈਂਡ ਲੈ ਲੇ ਤਾਂ ਉਹਨੂੰ ਜਥੇਦਾਰੀ ਤੇ ਜਿਹੜਾ ਪਾਸੇ ਕਰ ਦੇਣਾ, ਲਾਂਭੇ ਕਰ ਦੇਣਾ, ਕਿਉਂਕਿ ਸੰਵਿਧਾਨ ਦੇ ਅਨੁਸਾਰ ਜਿਹੜਾ ਸ਼੍ਰੋਮਣੀ ਕਮੇਟੀ ਦਾ ਸੰਵਿਧਾਨ ਹੈ ਉਹਦੇ ਅਨੁਸਾਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ, ਯਾਨੀ ਕਿ ਅੰਤਰਿੰਗ ਕਮੇਟੀ ਮੈਂਬਰਾਂ ਵੱਲੋਂ ਜਿਹੜੀ ਨਿਯੁਕਤੀ ਕੀਤੀ ਜਾਂਦੀ ਹੈਗੀ ਉਹਨਾਂ ਨੂੰ ਜਿਹੜਾ ਹਟਾਉਣ ਦਾ ਅਧਿਕਾਰ ਦਿੱਤਾ ਹੋਇਆਗਾ। ਬੇਸ਼ੱਕ ਜਥੇਦਾਰ ਸਿੰਘ ਸਾਹਿਬ ਜਿਹੜੀ ਸਰਵਉੱਚ ਪੋਸਟ ਹੈ, ਪਰ ਜੇਕਰ ਜਥੇਦਾਰ ਸਾਹਿਬ ਕੋਈ ਸਟੈਂਡ ਲੈ ਲੈਣ ਤਾਂ ਕੌਮ ਪਿੱਛੇ ਜਿਹੜੀ ਹੈਗੀ ਉਹ ਨਹੀਂ ਖੜਦੀ। ਉਸ ਹਿਸਾਬ ਦੇ ਨਾਲ ਪਿੱਛੇ ਜਿਹੜਾ ਨਹੀਂ ਖੜਿਆ ਜਾਂਦਾ, ਜਿਸ ਕਰਕੇ ਅਗਲਾ ਵੀ ਕਹਿੰਦਾ ਕਿ ਆਪਾਂ ਕੀ ਲੈਣਾ, ਓਨਾ ਹੀ ਬੋਲੋ ਜਿੰਨੇ ਬਿਨਾਂ ਸਰਦਾ ਨਹੀਂ। ਤੇ ਨੰਬਰ 2 ਤੇ ਸਾਡੀ ਘਰਾਂ ਦੇ ਵਿੱਚ ਵੀ ਜ਼ਿੰਮੇਵਾਰੀ ਹੈਗੀ ਕਿ ਘਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਤੇ ਪਹਿਲਾਂ ਜਿਹੜੀਆਂ ਸੀਗੀਆਂ ਬਜ਼ੁਰਗ ਤਾਤੀਆਂ, ਬਜ਼ੁਰਗ ਮਾਤਾਵਾਂ, ਉਹ ਕਹਾਣੀਆਂ ਜਿਹੜੀਆਂ ਸੁਣਾਉਂਦੀਆਂ ਰਹਿੰਦੀਆਂ ਸੀ। ਪਰ ਅੱਜ ਦੇ ਟਾਈਮ 'ਚ ਉਹ ਕਲਚਰ ਹੀ ਜਿਹੜਾ ਘਰਾਂ ਦੇ ਵਿੱਚ ਖਤਮ ਹੋ ਗਿਆ। ਤੇ ਸਭ ਤੋਂ ਪਹਿਲੀ ਵੱਡੀ ਘਾਟ ਤਾਂ ਸਾਡੇ ਘਰਾਂ ਦੇ ਵਿੱਚ ਹੈ ਕਿ ਅਸੀਂ ਘਰਾਂ ਦੇ ਵਿੱਚ ਬੱਚਿਆਂ ਨੂੰ ਸਾਡੇ ਇਤਿਹਾਸ ਦੇ ਨਾਲ ਉਸ ਹਿਸਾਬ ਨਾਲ ਨਹੀਂ ਜੋੜਦੇ, ਸਾਡੇ ਵਿਰਸੇ ਦੇ ਨਾਲ ਉਸ ਹਿਸਾਬ ਨਾਲ ਨਹੀਂ ਜੋੜਦੇ ਜਿਸ ਹਿਸਾਬ ਦੇ ਨਾਲ ਸਾਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਹਾਲ ਇਹ ਹੈ ਕਿ ਸਾਡੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਇਤਿਹਾਸ ਕੀ ਹੈ। ਉਹਨਾਂ ਨੂੰ ਮੋਟਾ ਜਿਹਾ ਪਤਾ ਜਿੰਨਾ ਕੁ ਸੁਣ ਲੈਂਦੇ ਆ ਕਿਤੋਂ, ਪਰ ਉਹਨਾਂ ਨੂੰ ਪੂਰੇ ਇਤਿਹਾਸ ਦੇ ਪੱਖ ਤੋਂ ਜਿਹੜੀ ਜਾਣਕਾਰੀ ਨਹੀਂ ਹੈ, ਉੱਥੋਂ ਵੀ ਉਹ ਪੂਰੇ ਨੇ। ਇਹ ਵੀ ਕਾਰਨ ਹੈ ਕਿ ਸਾਨੂੰ ਜਿਹੜੀ ਆਪਣੀ ਜ਼ਿੰਮੇਵਾਰੀ ਵੀ ਨਾਲ ਸਮਝਣੀ ਪਊਗੀ, ਕਿਉਂਕਿ ਸਰਕਾਰ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਸਰਕਾਰਾਂ ਦੀ ਪਾਲਿਸੀ ਜਿਹੜੀ ਕੀ ਹੁੰਦੀ ਹੈ। ਇਸ ਕਰਕੇ ਘਰ ਤੋਂ ਜਿਹੜੀ ਸ਼ੁਰੂਆਤ ਸਭ ਤੋਂ ਪਹਿਲਾਂ ਕਰਨੀ ਪੈਣੀ ਹੈ। ਜਦੋਂ ਅਸੀਂ ਘਰ ਤੋਂ ਸ਼ੁਰੂਆਤ ਕਰਾਂਗੇ ਤਾਂ ਜਿਹੜੇ ਲੋਕ ਧਿਆਨ ਰੱਖਦੇ ਨੇ ਇਹਨਾਂ ਗੱਲਾਂ ਦਾ, ਤੇ ਉਹਨਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਵੀ ਸਿੱਖੀ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਬੱਚੇ ਆਪਣੀ ਭਾਸ਼ਾ ਨਾਲ ਜੁੜੇ ਹੋਏ ਨੇ, ਆਪਣੇ ਸਿਧਾਂਤਾਂ ਨਾਲ ਜੁੜੇ ਹੋਏ, ਉਹਨਾਂ ਨੂੰ ਇਤਿਹਾਸ ਦਾ ਪਤਾ ਹੈਗਾ ਤੇ ਉਹ ਨਸ਼ਿਆਂ ਤੋਂ ਵੀ ਦੂਰ ਆ, ਉਹ ਸਭ ਪਾਸੇ ਤੋਂ ਦੂਰ ਨੇ। ਇਸ ਕਰਕੇ ਕਿਤੇ ਸਾਡੇ 'ਚ ਵੀ ਕਮੀ ਜ਼ਰੂਰ ਹੈ, ਸਾਨੂੰ ਆਪਣੀ ਕਮੀ ਵੀ ਜਿਹੜੀ ਹੈਗੀ ਉਹ ਜ਼ਰੂਰ ਸੁਧਾਰਨੀ ਚਾਹੀਦੀ ਹੈਗੀ। ਜਿਹੜਾ ਇਹ ਪੱਖ ਹੈ ਕਿ ਜਦੋਂ ਅਸੀਂ ਆਪਣੀਆਂ ਕਮੀਆਂ ਸੁਧਾਰ ਲਾਂਗੇ, ਘਰ ਤੋਂ ਸ਼ੁਰੂਆਤ ਕਰਾਂਗੇ, ਉਸ ਤਰ੍ਹਾਂ ਸੁਧਾਰ ਹੋ ਜਾਊਗਾ। ਕੋਈ ਦੁਸ਼ਮਣ ਤਾਂ ਹੁੰਦੇ ਹੀ ਨੇ, ਪਰ ਜ਼ਰੂਰਤ ਹੈ ਕਿ ਟੱਕਰ ਅਸੀਂ ਉਹਨਾਂ ਦਾ ਕਿਸ ਤਰ੍ਹਾਂ ਕਰਨਾ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 0190 ਸਵਾਗਤ ਹੈ ਬਿਲਗਾ ਸਾਹਿਬ। ਸਤਿ ਸ਼੍ਰੀ ਅਕਾਲ ਚੰਦੀ ਸਾਹਿਬ, ਸਤਿ ਸ਼੍ਰੀ ਅਕਾਲ ਹਰਸ਼ਦੀਪ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਗਤ ਹੈ। ਹਾਂਜੀ, ਜਿਹੜੀ ਗੱਲ ਕੀਤੀ ਭੁੱਲਣ ਦੀ, ਦੇਖੋ ਕੀ ਅਸੀਂ 1978 ਦਾ ਨਿਰੰਕਾਰੀ ਕਾਂਡ ਭੁੱਲ ਜਾਈਏ ਜੀ? ਇਹ 1984 ਦਰਬਾਰ ਸਾਹਿਬ ਦਾ ਹਮਲਾ ਹੋਇਆ ਭੁੱਲ ਜਾਈਏ? ਕੀ ਦਿੱਲੀ ਦੇ ਵਿੱਚ ਕਤਲੇਆਮ 1984 ਦੇ ਭੁੱਲ ਜਾਈਏ? ਕਿ 1988 ਤੋਂ ਲੈ ਕੇ 1992 ਤੱਕ ਪੁਲਿਸ ਦੇ ਇਨਕਾਊਂਟਰ ਹੋਏ ਭੁੱਲ ਜਾਈਏ? ਕੀ ਅਕਾਲੀ ਦਲ ਦੇ ਟਾਈਮ ਤੇ ਬੇਅਦਬੀ ਹੋਈ ਭੁੱਲ ਜਾਈਏ? ਬਿਲਕੁਲ ਨਹੀਂ ਭੁੱਲੇ ਜਾ ਸਕਦੇ ਨੇ ਜੀ। ਜੇ ਆਪਾਂ ਕੋਈ ਭੁੱਲਣ ਦੀ ਗੱਲ ਕਰੀਏ, ਇਹ ਭੁੱਲਣ ਵਾਲੀਆਂ ਗੱਲਾਂ ਨਹੀਂ ਹੈ। ਸਾਨੂੰ ਤਾਂ ਆਪਣੀ ਨਵੀਂ ਪੀੜ੍ਹੀ ਨੂੰ ਇਹ ਇਤਿਹਾਸ ਦੱਸਣਾ ਹੀ ਹੈ ਜੀ। ਉਹਨਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਵੀ ਕੀ ਕੁਝ ਹੋਇਆ। ਲਗਭਗ ਸਰਕਾਰਾਂ ਆਈਆਂ, ਬੇਸ਼ੱਕ ਕਾਂਗਰਸ ਦੀ ਆਈ ਹੈ, ਬੇਸ਼ੱਕ ਅਕਾਲੀ ਦੀ ਜਾਂ ਬੀਜੇਪੀ ਦੀ, ਜੋ ਵੀ ਹੋਏ, ਜੋ ਕੀ ਧੱਕਾ ਕਰਦੀਆਂ ਰਹੀਆਂ ਨੇ, ਉਹ ਸਾਡੇ ਅੱਜ ਦੇ ਨੌਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਜੀ ਵੀ ਕਿਸ ਨੇ ਕੀਤਾ, ਸਾਡੇ ਨਾਲ ਕੀ ਕੀਤਾ। ਅੱਜ ਦੇ ਕੈਪਟਨ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ 4 ਹਫ਼ਤੇ ਦੇ ਵਿੱਚ ਬੇਅਦਬੀਆਂ ਨੂੰ ਅੰਦਰ ਕਰ ਦੇਵਾਂਗਾ, ਨਸ਼ਾ ਮੁਕਤ ਕਰ ਦੂੰ। ਕੀ ਕੈਪਟਨ ਸਾਹਿਬ ਨੇ ਦੂਰ ਕਰਤਾ? ਕੁਝ ਨਹੀਂ ਕੀਤਾ। ਅੱਜ ਕਾਂਗਰਸ, ਮੈਂ ਇੱਕ ਜਿਹੜੀ ਗੱਲ ਛੋਟੇਪੁਰ ਦੇ ਵਿੱਚ ਚੱਲ ਪਈ ਹੈ ਗੱਲ, ਦੇਖੋ ਛੋਟੇਪੁਰ ਨੂੰ ਅਲੱਗ ਕਰਨ ਦੇ ਲਾਂਭੇ ਕਰਨ ਲਈ ਦਿੱਲੀ ਵਾਲਿਆਂ ਨੇ ਕੀਤਾ। ਦਿੱਲੀ ਵਾਲੇ ਕਬਜ਼ਾ ਕਰਨਾ ਚਾਹੁੰਦੇ ਸੀ ਛੋਟੇਪੁਰ, ਜਿਹੜਾ ਸੁੱਚਾ ਸਿੰਘ ਛੋਟੇਪੁਰ ਤੇ ਡਾਕਟਰ ਧਰਮਵੀਰ ਗਾਂਧੀ, ਇਹ ਪੰਜਾਬ ਦੀਆਂ ਗੱਲਾਂ ਕਰਦੇ ਸੀ। ਇਹਨੂੰ ਪੰਜਾਬ ਦੇ ਈਵਨ ਸੁਖਪਾਲ ਸਿੰਘ ਖਹਿਰਾ ਨੇ ਵੀ ਪੰਜਾਬ ਦੀ ਗੱਲ ਕੀਤੀ ਸੀ ਵੀ ਤੁਸੀਂ ਸਾਨੂੰ ਇੰਟਰਫੀਰੈਂਸ ਨਾ ਕਰੋ ਦਿੱਲੀ ਵਾਲਿਓ, ਪਰ ਇਹ ਦਿੱਲੀ ਵਾਲਿਆਂ ਨੇ ਆਪਣਾ ਇੰਟਰਫੀਰੈਂਸ ਕਰਕੇ ਆਮ ਪਾਰਟੀ ਦਾ ਬੇੜਾ ਗਰਕ ਕਰਤਾ। ਨਹੀਂ ਤਾਂ ਤੀਸਰਾ ਬਦਲ ਬਣ ਗਈ ਸੀ ਪੰਜਾਬ ਦੇ ਵਿੱਚ। ਬਿਲਕੁਲ ਜੀ, ਇਹਨਾਂ ਨੇ ਦਿੱਲੀ ਵਾਲਿਆਂ ਨੇ ਕਿਹਾ ਵੀ ਸਾਡਾ ਕੰਟਰੋਲ ਹੋਵੇ, ਸਾਡਾ ਕੰਟਰੋਲ ਹੋਵੇ, ਕਿਉਂਕਿ ਜੇ ਇਹਨਾਂ ਨੂੰ ਪਾਣੀ ਦੇ ਮਾਮਲੇ 'ਚ ਆਮ ਪਾਰਟੀ ਨੂੰ ਪੁੱਛਿਆ ਜਾਵੇ ਕਿ ਨਹੀਂ, ਇਹਨਾਂ ਕੋਲ ਜਵਾਬ ਨਹੀਂ ਬਣਦਾ। ਦਿੱਲੀ 'ਚ ਕੇਜਰੀਵਾਲ ਪਾਣੀ ਦੇ ਮਾਮਲੇ 'ਚ ਕੀ ਕਹਿੰਦਾ ਜੀ, ਉਹਦੀ ਇੱਕ ਅਲੱਗ ਹੀ ਪਾਲਿਸੀ ਆ। ਉਹ ਪੰਜਾਬ ਦੇ ਹਿੱਤ ਦੀ ਗੱਲ ਕਰੇਗਾ? ਕਦੀ ਨਹੀਂ ਕਰੇਗਾ। ਹਰਿਆਣੇ 'ਚ ਜਾ ਕੇ ਕੁਝ ਹੋਰ ਬੋਲਦਾ।
ਸੋ ਕਹਿਣ ਦਾ ਮਤਲਬ ਜੋ ਸੱਚ ਹੈ, ਜੋ ਕੁਝ ਸਾਡੇ ਨਾਲ ਵਾਪਰਿਆ ਉਹ ਸਾਡਾ ਦੱਸਣਾ ਹੀ ਫਰਜ਼ ਹੈ। ਜੇ ਅਸੀਂ ਉਹ ਸੱਚ ਨਹੀਂ ਅੱਗੇ ਦੱਸਾਂਗੇ ਤੇ ਲੋਕਾਂ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਤੇ ਅਗਲੀ ਪੀੜ੍ਹੀ ਨੂੰ ਕਿੱਦਾਂ ਪਤਾ ਲੱਗੇਗਾ? ਕਈ ਗੱਲਾਂ ਐਸੀਆਂ ਨਹੀਂ ਭੁਲਾਈਆਂ ਜਾ ਸਕਦੀਆਂ ਨਹੀਂ ਜੀ। ਹਾਂ, ਥੈਂਕ ਯੂ ਜੀ। ਧੰਨਵਾਦ ਬਿਲਗਾ ਸਾਹਿਬ, ਬੜੇ ਹੀ ਵਧੀਆ ਵਿਚਾਰ ਦਿੱਤੇ ਜੀ ਤੁਸੀਂ, ਬਹੁਤ ਬਹੁਤ ਸ਼ੁਕਰੀਆ। ਹਾਂਜੀ 35-15 ਸਵਾਗਤ ਹੈ ਵੀਰ ਜੀ। ਹਾਂਜੀ ਭਾਜੀ ਸਰ, ਸਤਿ ਸ਼੍ਰੀ ਅਕਾਲ ਜੀ, ਪ੍ਰੀਤ ਬੋਲਦਾ ਜੀ। ਜੀ ਵੀਰ ਜੀ। ਦੇਖੋ ਜਿਵੇਂ ਸਾਡੇ ਭੈਣ ਹੈ ਜਾਂ ਸਾਡੇ ਮਾਤਾ ਨੇ ਉਹ ਕਹਿੰਦੇ ਸੀ ਨਾ ਵੀ ਉਹ ਗੱਲਾਂ ਭੁੱਲ ਕੇ ਅੱਗੇ ਵਧੋ। ਮੈਂ ਮੇਰੀ ਮਾਤਾ ਨੂੰ ਭੈਣ ਨੂੰ ਕਹਿਣ ਚਾਹੁੰਦਾ ਕਿੱਧਰ ਨੂੰ ਅੱਗੇ ਵਧ ਗਏ, ਕਿਹੜੇ ਪਾਸੇ ਵਧ ਗਏ, ਕਿਹਦੇ ਮਗਰ ਲੱਗੀਏ, ਇਹ ਵੱਡੇ ਕੁਐਸਚਨ ਹੈ। ਜਿਵੇਂ ਹੁਣ ਬਿਲਗਾ ਸਾਹਿਬ ਨੇ ਕਿਹਾ ਨਾ, ਜਿਹੜਾ ਇਤਿਹਾਸ ਹੁੰਦਾ ਹੈ ਉਹ ਹਰੇਕ ਕੌਮ ਦੀ ਇੱਕ ਰੂਟ ਜੜ ਹੁੰਦਾ ਹੈ। ਬਿਲਕੁਲ ਜੀ। ਇਤਿਹਾਸਾਂ ਨੂੰ ਪੜ੍ਹ ਕੇ ਜਾਂ ਪਿਛਲੀਆਂ ਗੱਲਾਂ ਬਾਤਾਂ ਨੂੰ ਪੜ੍ਹ ਕੇ ਸਾਡੇ ਚ ਅਣਖ ਜਾਗਦੀ ਹੈ, ਹਰੇਕ ਬੰਦੇ ਚ ਅਣਖ ਜਾਗਦੀ, ਹਾਂ ਸਾਡੇ ਨਾਲ ਆਹ ਕੁਛ ਹੋਇਆ ਜਾਂ ਕਿਹਨੇ ਕੀਤਾ। ਇਹ ਹੁਣ ਬਿਲਗਾ ਸਾਹਿਬ ਨੇ ਕਾਫੀ ਵਿਸਤਾਰ ਨਾਲ ਦੱਸਤਾ, ਮੈਂ ਉਹਨਾਂ ਸਹਿਮਤ ਹੈ। ਪਰ ਨਾਲ ਹੀ ਗੱਲ ਆਈ ਸੀ ਟੌੜਾ ਸਾਹਿਬ ਤੇ ਬਾਦਲ ਸਾਹਿਬ ਦੀ। ਦੇਖੋ ਜੀ, ਮੈਂ ਇਹਨਾਂ ਦਾ ਕੋਈ ਵਜਨੀਕ ਨਹੀਂ ਗਾ, ਨਾ ਟੌੜੇ ਦਾ ਤੇ ਨਾ ਮੈਂ ਬਾਦਲ ਦਾ। ਪਰ ਜੇ ਟੌੜਾ ਸਾਹਿਬ ਦੀ ਆਪਾਂ ਗੱਲ ਦੇਖੀਏ, ਤੁਸੀਂ ਚੰਨੀ ਸਾਹਿਬ ਜ਼ਿਆਦਾ ਹੀ ਬੈਟਰ ਮੇਰੇ ਨਾਲ ਜਾਣਦੇ ਹੋਵੋਗੇ, ਟੌੜਾ ਸਾਹਿਬ ਨੇ ਆਹ ਟਰਾਂਸਪੋਰਟਾਂ ਨਹੀਂ ਸੀ ਚਲਾਈਆਂ, ਟੌੜਾ ਸਾਹਿਬ ਨੇ ਹੋਟਲ ਨਹੀਂ ਸੀ ਪਾਏ। ਤੇ ਮੇਰੇ ਫਾਦਰ ਦੱਸਦੇ ਹੁੰਦੇ ਆ, ਉਹ ਕਿਤੇ ਉਧਰ ਸਰਵਿਸ ਕਰਦੇ ਸੀ ਵੀ ਉਹਦਾ ਉਹੀ ਸੈਂਪਲ ਘਰ ਸੀ ਤੇ ਉਹੀ ਪੁਰਾਣੀਆਂ ਜਿਹੜੀਆਂ ਮੂਹਰੇ ਵਾਲੀਆਂ ਕੁਰਸੀਆਂ ਉਹੀ ਸੀਗੀਆਂ ਲੋਕ ਬੰਦੇ ਕੋਲੇ। ਤੇ ਬਾਦਲ ਸਾਹਿਬ ਦਾ ਤੁਸੀਂ ਦੇਖ ਲਓ, ਜਦੋਂ ਦੇ ਇਹ ਆਏ ਆ ਤੇ ਇਹਨਾਂ ਕੋਲੇ ਕਿਹੜੇ ਸ਼ਹਿਰ ਤੇ ਕਿੱਥੇ ਕਿ ਆਪਣੇ ਟੋਰਾਂਟੋ ਦੇ ਵਿੱਚ, ਮੈਂ ਮਾਤਾ ਨੂੰ ਦੱਸਣਾ ਚਾਹੁੰਦਾ, ਟੋਰਾਂਟੋ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਮਜੀਠੀਏ ਬਾਦਲ ਲੱਗੀਆਂ ਚੱਲ ਰਹੀਆਂ ਲੋਕਾਂ ਦੇ ਨਾਮਾਂ ਤੇ। ਬਿਲਕੁਲ ਜੀ। ਤੇ ਉਸ ਕਰਕੇ ਸਾਡਾ ਸਿੱਖੀ ਨੂੰ ਕੀ ਪੰਜਾਬ ਨੂੰ ਜਿਹੜਾ ਬਾਦਲ ਪਰਿਵਾਰ ਨੇ ਨੁਕਸਾਨ ਕਰਤਾ ਨਾ, ਅਸੀਂ ਪਿੰਡਦੇ ਤਾਂ ਉਹਨੂੰ ਹੈ। ਤੇ ਦੂਸਰੀ ਗੱਲ ਇਹ ਹੈ, ਜੇ ਮਾਤਾ ਕਹਿੰਦੀ ਹੈ ਵੀ ਮਾਤਾ ਹੀ ਸਾਨੂੰ ਦੱਸ ਦੇ ਕਿਹਦੇ ਮਗਰ ਲੱਗੀ ਹੈ, ਅਸੀਂ ਜਿਵੇਂ ਕਹਿੰਦੇ ਛਿੱਲੇ ਪਏ ਆ ਸਾਰੇ ਪਾਸੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਕਿਆ ਵੀਰ ਜੀ ਵਿਚਾਰ ਤੁਹਾਡੇ ਬੜੇ ਵਧੀਆ ਸੀਗੇ। ਆਪਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਤੇ ਤੁਹਾਡੀਆਂ ਜਿਹੜੀਆਂ ਕਾਲਾਂ 1 ਬਾਈ 1 ਉਹ ਨਜ਼ਰ ਕਰਾਂਗੇ। ਖਬਰਾਂ ਆਪਣੀਆਂ ਹੋਰ ਵੀ ਆ ਜੀ। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 647 705 5492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਇੱਕ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਸੀ ਹੈ। ਅਗਰ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਐਕਸਟੈਂਸ਼ਨ ਜਾਂ ਵਿਦਨ ਕੈਨੇਡਾ ਸਪਾਊਸ ਵੀਜ਼ਾ ਐਕਸਟੈਂਸ਼ਨ, ਸਟੂਡੈਂਟ ਜਾਂ ਵਰਕ ਪਰਮਿਟ ਹੋਲਡਰਸ ਵਾਸਤੇ ਅਗਰ ਸਪਾਊਸ ਓਪਨ ਵਰਕ ਪਰਮਿਟ ਲਗਵਾਉਣਾ ਚਾਹੁੰਦੇ ਹੋ, ਜਾਂ ਅਗਰ ਕਿਸੇ ਵੀ ਕਾਰਨਾਂ ਕਰਕੇ ਤੁਸੀਂ ਕੈਨੇਡਾ 'ਚ ਆਪਣਾ ਕਾਲਜ ਚੇਂਜ ਕਰਨਾ ਚਾਹੁੰਦੇ ਹੋ, ਉਹਨਾਂ ਕਾਲਜਾਂ 'ਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਜਿਸ ਤੋਂ ਬਾਅਦ 'ਚ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲ ਸਕੇ, ਤਾਂ ਤੁਸੀਂ ਸਾਨੂੰ ਕੰਟੈਕਟ ਕਰੋ। ਅਗਰ ਤੁਸੀਂ ਰਿਫਿਊਜੀ ਅਸਾਈਲਮ ਜਾਂ ਐਡਮਿਸਿਬਿਲਿਟੀ ਹੀਅਰਿੰਗ 'ਚ ਜਾਣਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਵੀਜ਼ਾ ਰਿਫਿਊਜ਼ ਹੋ ਚੁੱਕਾ ਆ, ਤੇ ਤੁਸੀਂ ਸਾਡੇ ਲਾਇਸੈਂਸਡ ਕੰਸਲਟੈਂਟਸ ਨਾਲ ਗੱਲ ਕਰ ਸਕਦੇ ਹੋ। ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ, ਸਾਡਾ ਫੋਨ ਨੰਬਰ ਆ 647 633 4567, ਸਾਡੀ ਵੈਬਸਾਈਟ bramptonconsultancy.com। ਬਸ ਕਰੋ, ਕਦੋਂ ਤੱਕ ਇਸ ਕਿਰਾਏ ਦੇ ਛੋਟੇ ਜਿਹੇ ਘਰ 'ਚ ਰਵਾਂਗੇ? ਓਏ ਬਸ ਮਾਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ। ਤੁਸੀਂ ਸੈਲਫ ਇੰਪਲੋਇਡ ਹੋ, ਫਰਸਟ ਮਾਰਗੇਜ, ਸੈਕੰਡ ਮਾਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮਾਰਗੇਜ ਜਾਂ ਫਿਰ ਸਿਕਿਉਰ ਲਾਈਨ ਆਫ ਕ੍ਰੈਡਿਟ, ਇਕਵਿਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮਾਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨਗੇ ਤੁਹਾਡੀ ਬਾਂਹ ਤਾਂ ਮਾਰਗੇਜ ਤੋਂ ਨਹੀਂ ਹੋ ਸਕਦੀ ਨਾ। ਜਾਂ ਕਾਲ ਕਰੋ 647 294 5503 647 294 5503। ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ। ਲਾਇਸੈਂਸ ਨੰਬਰ 10530 nardevsidhu.com। ਐਕਸੀਡੈਂਟ ਹੋ ਗਿਆ ਪਰ ਸਮਾਂ ਨਹੀਂ ਹੈ ਆਈਸੀਬੀਸੀ ਦੇ ਝਮੇਲਿਆਂ ਨੂੰ ਨਜਿੱਠਣ ਦੇ ਲਈ। ਬਸ ਜੀ ਬਲੈਕ ਐਂਡ ਵਾਈਟ ਆਟੋ ਬੋਡੀ ਐਂਡ ਪੇਂਟਸ ਵਾਲਿਆਂ ਨੂੰ 604 503 0988 ਦੇ ਉੱਤੇ ਕਰੋ ਕਾਲ। ਇਹ ਆਈਸੀਬੀਸੀ ਦਾ ਮਨਜ਼ੂਰਸ਼ੁਦਾ ਐਕਸਪ੍ਰੈਸ ਵੈਲੇ ਸ਼ਾਪ ਆ। ਘਟਸੀ ਕਰ ਦਿੰਦੇ ਨੇ, ਪ੍ਰਾਈਵੇਟ ਕਲੇਮਸ ਵੀ ਹੈਂਡਲ ਕਰਦੇ ਨੇ। ਕਸਟਮ ਪੇਂਟ, ਵਿੰਡਸ਼ੀਲਡ ਰਿਪਲੇਸਮੈਂਟ ਦੇ ਲਈ ਬੈਸਟ ਸਰਵਿਸ ਤੇ ਐਕਸਪਰਟ ਐਡਵਾਈਸ ਦੇ ਲਈ ਬਲੈਕ ਐਂਡ ਵਾਈਟ ਆਟੋ ਬੋਡੀ ਐਂਡ ਪੇਂਟਸ ਵਾਲਿਆਂ ਨੂੰ ਯੂਨਿਟ ਨੰਬਰ 16B 7823 ਸਟਰੀਟ ਉੱਪਰ ਪਸ਼ਮਿੰਦਰ ਜੀ ਨੂੰ ਕਰੋ ਕਾਲ 604 503 0988। वक्त
ਬਦਲ ਚੁੱਕਾ ਹੈ ਤੇ ਵਕਤ ਦੇ ਨਾਲ ਬਦਲ ਚੁੱਕੇ ਨੇ ਐਂਟਰਟੇਨਮੈਂਟ ਦੇ ਸਾਧਨ ਵੀ। ਹੁਣ ਕੇਬਲ, ਸੈਟੇਲਾਈਟ ਜਾਂ IPTV ਬਾਕਸ ਦੀ ਕੋਈ ਜ਼ਰੂਰਤ ਨਹੀਂ। ਆਪਣਾ ਸਮਾਰਟਫੋਨ ਚੁੱਕੋ ਅਤੇ ਐਪ ਸਟੋਰ ਜਾਂ Google Play Store ਤੋਂ ਅੱਜ ਹੀ ਡਾਊਨਲੋਡ ਕਰੋ eBaba ਐਂਟਰਟੇਨਮੈਂਟ ਐਪ। ਕਾਸਟ ਡੋਂਗਲ ਦੀ ਮਦਦ ਨਾਲ ਤੁਸੀਂ ਆਪਣੇ ਪਸੰਦੀਦਾ ਟੀਵੀ ਚੈਨਲਸ ਜਾਂ ਮੂਵੀਜ਼ ਆਪਣੇ ਟੀਵੀ ਤੇ ਵੀ ਦੇਖ ਸਕਦੇ ਹੋ ਅਤੇ ਡਰਾਈਵ ਕਰਦੇ ਵੇਲੇ ਬਲੂਟੁੱਥ ਨਾਲ ਰੇਡੀਓ ਵੀ ਸੁਣ ਸਕਦੇ ਹੋ। eBaba ਐਂਟਰਟੇਨਮੈਂਟ ਐਪ ਐਂਡਰੋਇਡ ਟੀਵੀ ਅਤੇ ਸੈਟ ਟੌਪ ਬਾਕਸ Google Play Store ਤੇ ਉਪਲਬਧ ਹਨ। ਸੋ ਜਲਦੀ ਤੋਂ ਜਲਦੀ ਖੁਦ ਵੀ ਇਹ ਐਪ ਡਾਊਨਲੋਡ ਕਰੋ ਅਤੇ ਆਪਣੇ ਫੈਮਿਲੀ ਫਰੈਂਡਸ ਨਾਲ ਵੀ ਇਹ ਜਾਣਕਾਰੀ ਸ਼ੇਅਰ ਕਰੋ। eBaba ਐਂਟਰਟੇਨਮੈਂਟ ਐਪ ਸਾਫ ਸੁਥਰੇ ਢੰਗ ਨਾਲ ਤਿਆਰ ਕੀਤੇ ਲਜ਼ੀਜ਼ ਖਾਣਿਆਂ ਦਾ ਸਵਾਦ ਲੈਣ ਲਈ ਇੱਕੋ ਹੀ ਨਾਮ ਬਾਬਾ ਢਾਬਾ, ਜਿੱਥੇ ਹੈ ਡਾਈਨ ਇਨ, ਟੇਕ ਆਊਟ ਤੇ ਕੇਟਰਿੰਗ ਸੇਵਾਵਾਂ। ਹਮੇਸ਼ਾ ਯਾਦ ਰੱਖੋ ਬਾਬਾ ਢਾਬਾ ਦਾ ਨਾਮ। ਸੰਪਰਕ ਕਰੋ 905 499 4314 905 499 4314। ਉਹ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਨਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਹੁੱਡਸ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਬਲੈਕ ਐਂਡ ਵਾਈਟ ਆਟੋ ਬੋਡੀ ਐਂਡ ਪੇਂਟ ਸਰੀ ਦਾ ਇੱਕ ਮਸ਼ਹੂਰ ਤੇ ਭਰੋਸੇਯੋਗ ਨਾਮ ਹੈ, ਜਿੱਥੇ ਕਾਰਾਂ ਦਾ ਤਸੱਲੀ ਬਖਸ਼ ਬੋਡੀ ਦਾ ਕੰਮ ਕੀਤਾ ਜਾਂਦਾ ਹੈ ਤੇ ICBC ਦੇ ਝਮੇਲਿਆਂ ਦਾ ਵੀ ਸਹੀ ਤਰੀਕੇ ਨਾਲ ਕੀਤਾ ਜਾਂਦਾ ਹੈ ਨਵੇੜਾ। ਕੰਪਲੀਟ ਆਟੋ ਕਲੀਜ਼ਨ ਲਈ ਹਮੇਸ਼ਾ ਯਾਦ ਰੱਖੋ ਤੇ ਸੰਪਰਕ ਕਰੋ ਪੁਸ਼ਪਿੰਦਰ ਸਿੰਘ ਹੋਰਾਂ ਦੇ ਨਾਲ 647 720 3511 647 720 3511 ਤੇ। ਪਿਛਲੇ 18 ਸਾਲਾਂ ਤੋਂ ਮੌਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੌਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ। First, second, third mortgage, home equity, business loan, debt consolidation, refinance, rent to own ਲਈ call ਕਰੋ ਦਵਿੰਦਰ ਪਵਾਰ ਨੂੰ 647 988 8731 647 988 8731। ਜੇ ਨਹੀਂ ਹੋਣਾ ਖੱਜਲ ਖੁਆਰ ਤਾਂ ਕਾਲ ਕਰੋ ਦਵਿੰਦਰ ਪਵਾਰ। ਜੇਕਰ ਇੱਕ ਵਾਰ ਇਹਨਾਂ ਤੁਹਾਡੀ ਫਾਈਲ ਵੇਖ ਕੇ ਹਾਂ ਕਹਿ ਦਿੱਤੀ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰਦੇ ਹਨ। ਲਾਇਸੈਂਸ ਨੰਬਰ 10845, ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ। ਇਮੀਗ੍ਰੇਸ਼ਨ ਸੰਬੰਧੀ ਬਿਹਤਰ ਸਲਾਹ ਤੇ ਸੇਵਾਵਾਂ ਲਈ ਹਮੇਸ਼ਾ ਯਾਦ ਰੱਖੋ ਇੱਕੋ ਨਾਮ ਗੋਲਡਨ ਐਡਵਾਈਸ ਇਮੀਗ੍ਰੇਸ਼ਨ। ਸਟੂਡੈਂਟਸ ਅਤੇ ਟਰੈਕਿੰਗ ਲਈ PNP ਤੇ PR ਸੇਵਾਵਾਂ, LMIA ਵੀ ਉਪਲਬਧ। ਹਰ ਕਿਸਮ ਦੀਆਂ ਇਮੀਗ੍ਰੇਸ਼ਨ ਸੇਵਾਵਾਂ ਲਈ ਸੰਪਰਕ ਕਰੋ ਵਿਸ਼ਵਜੀਤ ਸਿੰਘ ਹੋਰਾਂ ਦੇ ਨਾਲ 416 556 55 58 416 556 555 ਉੱਤੇ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਆਪਣੇ ਨਾਲ ਪਵਨ ਸਦੂਰੀਆ ਹੁਣੀ ਜੁੜ ਚੁੱਕੇ ਆ, ਉਹਨਾਂ ਦਾ ਕਰਦੇ ਸਵਾਗਤ। ਜੀ ਵੀਰ ਜੀ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਸੈਂਚੁਰੀ 21 ਨਾਲ ਕੰਮ ਕਰਦੇ ਜੀ ਪਵਨ ਸਦੂਰੀਆ ਹੁਣੀ ਜੀ। ਵੀਰ ਜੀ ਜੀ ਜਲਦੀ ਸਾਹਿਬ ਤੁਹਾਡਾ ਤੇ ਜੋਤੀ ਮਾਨ ਤੇ ਸਾਰੀ ਟੀਮ ਦਾ ਜੀ ਬਹੁਤ ਬਹੁਤ ਧੰਨਵਾਦ ਜੀ, ਤੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ। ਥੈਂਕ ਯੂ ਜੀ। ਪਹਿਲਾਂ ਹੀ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਦਾ ਕੱਲ ਰੱਖੜੀ ਦਾ ਪਵਿੱਤਰ ਤਿਉਹਾਰ ਨਾ ਕਿ ਜੀ ਮੁਬਾਰਕਬਾਦ ਦਿੰਦੇ ਆ ਤੇ ਉਸ ਤੋਂ ਇਲਾਵਾ ਦੱਸ ਦਿੰਦੇ ਵੀ ਜਿਹੜਾ ਤੁਹਾਡਾ ਵਧੀਆ ਵੀਕਐਂਡ ਗੁਜ਼ਰਿਆ ਹੋਵੇਗਾ, ਕਿਉਂਕਿ ਜਿਹੜੀ ਸੋਸ਼ਲ ਡਿਸਟੈਂਸ ਆ ਅਸੀਂ ਇਹੀ ਰਿਕੁਐਸਟ ਕਰਦੇ ਹਾਂ ਵੀ ਉਹ ਬਣਾ ਕੇ ਰੱਖੀ ਜਾਵੇ ਤੇ ਬਾਕੀ ਸਾਰੇ ਵੀ ਫਰੰਟ ਲਾਈਨ ਵਰਕਰ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਹਮੇਸ਼ਾ ਤੁਸੀਂ, ਕਿਉਂਕਿ PTN ਦੀ ਜਿਹੜੀ ਟੀਮ ਆ ਉਹ ਵੱਧ ਚੜ ਕੇ ਕਿਉਂਕਿ ਦੇਖੋ ਜਿਹੜੇ ਇਦਾਂ ਦੇ ਸਮੇਂ ਹੁੰਦੇ ਆ, ਇਦਾਂ ਦੇ ਸਮੇਂ ਵਿੱਚ ਲੋਕਾਂ ਨੂੰ ਅਵੇਅਰਨੈਸ ਕਰਨੀ, ਰਲ ਕੇ ਰਹਿਣਾ, ਕਿਉਂਕਿ ਇਹ ਜਿਹੜੀਆਂ ਮਹਾਂਮਾਰੀਆਂ ਆਉਂਦੀਆਂ ਜੀ ਇਹ ਕਦੇ ਕਦਾਈ ਕਦੇ 100-200 ਸਾਲਾਂ ਬਾਅਦ ਕਿਤੇ ਨਾ ਕਿਤੇ ਰੱਬ ਦੀ ਕਰੋਪੀ ਜੋ ਕਿਤੇ ਆਉਂਦੀ ਆ ਤੇ ਇਸ ਰਲ ਕੇ ਹੀ ਨਜਿੱਠੀ ਜਾ ਸਕੀ ਆ ਉਸ ਪ੍ਰਮਾਤਮਾ ਦਾ ਊਟ ਆਸਰਾ ਲੈ ਕੇ। ਇਹ ਨਾਲ ਹੀ ਦੱਸਦੀ ਹੈ ਰੀਅਲ estate ਦੀ ਜੋ ਮਾਰਕੀਟ ਆ ਜੀ ਹੌਟ ਆ ਪੂਰੀ। ਜੇਕਰ ਤੁਸੀਂ ਘਰ ਵੇਚਣਾ ਖਰੀਦਣਾ, ਅਸੀਂ ਐਂ ਨਹੀਂ ਕਹਿੰਦੇ, ਦੇਖੋ ਬਹੁਤ ਸਾਡੇ ਵੀਰ ਭੈਣ ਨੇ ਰੀਅਲ estate ਦੇ ਫੀਲਡ ਦੇ ਵਿੱਚ ਨੇ, ਮਗਰ ਸਾਡੇ ਨਾਲ ਕੰਮ ਕਰਦਾ ਤੁਹਾਨੂੰ ਡਿਫਰੈਂਟ ਵੱਖਰਾ ਅਨੁਭਵ ਇਹ ਹੋਵੇਗਾ। ਤੁਹਾਨੂੰ ਜਿਹੜੀ ਸਲਾਹ ਆ ਬਿਲਕੁਲ ਤੁਹਾਨੂੰ ਕਲੀਅਰ ਕੱਟ ਦਿੱਤੀ ਜਾਵੇ। ਕੋਈ ਉਹਲੇ ਦਾ ਕਈ ਵਾਰ ਹੁੰਦਾ ਆ ਵੀ ਆਹ ਚੀਜ਼ ਆ, ਕਿਉਂਕਿ ਦੇਖੋ ਜਿਹੜੀ ਸਹੀ ਸਲਾਹ ਦੇਣੀ ਆ, ਇੱਕ ਸੱਚੀ ਟਰਸਟ ਆ ਜਿਹੜਾ ਜੋ ਸਾਡਾ ਲੋਗੋ ਵੀ ਹੈ ਨਾ, ਜਿਹੜਾ ਰੀਅਲ ਐਡਵਾਈਸ ਫॉर ਯੂਰ ਰੀਅਲ estate, ਜਿਹੜੀ ਸੱਚੀ ਸਲਾਹ, ਜਿਹੜੀ ਅਸਲੀ ਜਾਇਦਾਦ ਆ ਤੁਹਾਡੀ ਰੀਅਲ estate, ਅਸਲੀ ਜਾਇਦਾਦ ਆਪਾਂ ਪੰਜਾਬੀ ਚ ਕਹਿ ਲੈਂਦੇ ਆ, ਉਹਨੂੰ
ਉਹਦੀ ਅਸਲੀ ਸਲਾਹ ਦੇਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਜੀ ਲੰਡਨ ਦੇ ਵਿੱਚ ਪ੍ਰੋਜੈਕਟ ਸਾਡੇ ਚੱਲਦੇ ਨੇ। ਲੰਡਨ ਦੇ ਵਿੱਚ ਤੁਸੀਂ ਨਵਾਂ ਘਰ ਕੋਈ ਬੁੱਕ ਕਰਾਉਣਾ ਹੋਵੇ ਜਾਂ ਤੁਸੀਂ ਬਿਲਕੁਲ ਕਹੋ ਵੀ ਵੱਡੇ ਲੋਟ ਵਾਲਾ ਕੋਈ ਪੁਰਾਣਾ ਘਰ ਲੈਣਾ, 3 ਲੱਖ ਤੋਂ 3 ਲੱਖ ਤੋਂ ਸ਼ੁਰੂ ਹੋ ਜਾਂਦੇ ਨੇ ਘਰ। 3 ਲੱਖ ਤੋਂ ਲੈ ਕੇ 7-8 ਲੱਖ ਤੱਕ ਦੀ ਰੇਂਜ ਤੱਕ ਜਿਵੇਂ ਨਾਰਮਲ ਆਪਣੇ ਉਹ ਚੱਲਦੇ ਨੇ। ਲੰਡਨ ਜਾਂ ਵੁਡਸਟਕ ਤੁਸੀਂ ਘਰ ਕੋਈ ਇੱਦਾਂ ਦਾ ਪੁਰਾਣਾ ਜਾਂ ਰੈਨੋਵੇਟ ਕਰਕੇ ਵੀ ਬੁੱਕ ਕਰਾਉਣਾ ਹੋਵੇ, ਰੈਂਟ ਤੇ ਚਲਾਉਣਾ ਹੋਵੇ, ਜਾਂ ਕੋਈ ਵੀ ਤੁਹਾਨੂੰ ਰੀਅਲ ਸਟੇਟ ਦੀ ਸੇਵਾ ਚਾਹੀਦੀ ਲੰਡਨ ਦੇ ਵਿੱਚ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਦਿੰਦੇ ਹਾਂ ਜੀ ਜਾਣ ਤੋਂ ਪਹਿਲਾਂ। ਤੇ ਇਸ ਤੋਂ ਇਲਾਵਾ ਦੱਸ ਦਈਏ ਮਾਲਟਨ ਦੇ ਵਿੱਚ ਹੌਟ ਲੋਕੇਸ਼ਨ ਜੀ ਸਾਹਿਬ, ਹੌਟ ਲੋਕੇਸ਼ਨ ਉਹ ਤੇ 3 ਬੈਡਰੂਮ ਦਾ ਜੀ ਸਟੈਕਡ ਕਾਉਂਟਰ ਹਾਊਸ ਆ, ਬਿਲਕੁਲ ਬੱਸ ਟਰਮੀਨਲ ਦੇ ਸਾਹਮਣੇ ਮਾਲਟਨ ਦੇ ਵਿੱਚ ਜੀ। ਤੇ ਇਹਦੇ ਵਿੱਚ ਜਿਹੜੀ ਕਿਚਨ ਆ ਬ੍ਰੈਂਡ ਨਿਊ ਕਿਚਨ ਆ ਤੇ 3 ਬੈਡਰੂਮ ਤੇ 2 ਵਾਸ਼ਰੂਮ ਨੇ ਇਹਦੇ ਵਿੱਚ। ਪ੍ਰਾਈਸ ਜੀ, ਕਿਉਂਕਿ ਪ੍ਰਾਈਸ ਲਈ ਸਰੋਤੇ ਸਾਨੂੰ ਫੋਨ ਕਰ ਲੈਣ, ਪ੍ਰਾਈਸ ਬਹੁਤ ਹੀ ਅਮੇਜ਼ਿੰਗ ਪ੍ਰਾਈਸ ਆ, ਬਹੁਤ ਹੀ ਵਧੀਆ ਪ੍ਰਾਈਸ ਆ। ਅੱਜ ਕੱਲ੍ਹ ਇਦਾਂ ਦੀ ਪ੍ਰਾਈਸ ਤੁਹਾਨੂੰ ਘਰ ਨਹੀਂ ਮਿਲਦਾ। ਰੈਨੋਵੇਟਡ ਘਰ ਆ ਜੀ ਪੂਰਾ ਵਧੀਆ। ਤੇ ਫਸਟ ਟਾਈਮ ਹੋਮ ਬਾਇਰ ਲਈ ਆਪਾਂ ਕਹਿੰਦੇ ਹਾਂ ਕੋਈ ਤੁਹਾਨੂੰ ਮੌਰਗੇਜ ਦੀ ਜਾਂ ਲਾਇਰ ਦੀਆਂ ਤੁਹਾਨੂੰ ਸੇਵਾਵਾਂ ਚਾਹੀਦੀਆਂ, ਉਹਦੇ ਵਿੱਚ ਤੁਹਾਡੀ ਮਦਦ ਕਰਾਂਗੇ ਜੀ, ਉਹਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਹਾਂ। ਤੇ ਇਹ ਲਿਸਟਿੰਗ ਦੇ ਬਾਰੇ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਇੱਕ ਸਾਡੇ ਕੋਲ ਕੈਲੇਡਨ ਦੇ ਵਿੱਚ ਲਿਸਟਿੰਗ ਹੈ ਜੀ, ਸੈਮੀ ਡਿਟੈਚ ਘਰ ਆ, 7.5 ਲੱਖ ਉਹਦੀ ਕੀਮਤ ਰੱਖੀ ਗਈ ਆ, ਉਹ ਦਸੰਬਰ ਦੇ ਵਿੱਚ ਬਣਨਾ ਜੀ। ਤੇ ਦੋ ਲਿਸਟਿੰਗਾਂ ਨੇ ਇਹਨਾਂ ਦੀ। ਹੋਰ ਕੋਈ ਜਾਣਕਾਰੀ, ਜ਼ਿਆਦਾ ਜਾਣਕਾਰੀ ਜਾਂ ਮਾਲਟਨ ਵਾਲੀ ਪ੍ਰਾਪਰਟੀ ਬਾਰੇ ਤੁਸੀਂ ਜਾਣਕਾਰੀ ਚਾਹੁੰਦੇ ਹੋ ਤਾਂ 647 760 8070। ਇੱਕ ਚੰਦੀ ਸਾਹਿਬ ਵਾਅਦਾ ਆ, ਤੁਸੀਂ ਜੇ ਆਨ ਦੀ ਏਅਰ ਵੀ ਕਹਿੰਦੇ ਹੋ ਜਿਹੜੀ ਸਹੀ ਸਲਾਹ ਹੈ ਜੀ ਉਹ ਸਹੀ ਦਿੱਤੀ ਜਾਵੇ, ਕੋਈ ਹੇਰ ਫੇਰ ਕੋਈ ਆਈ ਨਹੀਂ ਹੋਊਗਾ, ਕਿਸੇ ਨੂੰ ਵੀ ਉਹਲੇ 'ਚ ਰੱਖਿਆ ਜਾਵੇਗਾ। ਬਿਲਕੁਲ ਸਹੀ ਸਲਾਹ ਦੇ ਵੀ, ਕਿਉਂਕਿ ਪੀਟੀਐਨ ਦੀ ਟੀਮ ਦੇ ਅਸੀਂ ਮੈਂਬਰ ਆ, ਸਾਡੀ ਜ਼ਿੰਮੇਵਾਰੀ ਡਬਲ ਹੋ ਜਾਂਦੀ ਹੈ ਜੀ। ਧੰਨਵਾਦ ਜੀ। ਬਿਲਕੁਲ ਜੀ, ਧੰਨਵਾਦ ਜੀ। ਵਾਕਿਆ ਹੀ ਬੜੇ ਮਲਾਪੜੇ ਸੁਭਾਅ ਦੇ ਵੀ ਆ ਜੀ ਸਾਡੇ ਛੋਟੇ ਵੀਰ ਆ, ਤਾਂ ਜ਼ਰੂਰ ਕਾਲ ਕਰੋ 647 760 8070 ਤੇ। ਧੰਨਵਾਦ ਜੀ। ਹਾਂਜੀ 7624 ਸਵਾਗਤ ਹੈ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨੰਬਰ ਲੈਣਾ ਹੈਗਾ ਜਿਹੜਾ ਫੋਨ ਤੇ ਸੁਣਨ ਵਾਸਤੇ ਜੀ। ਹਾਂਜੀ ਭਾਜੀ ਹੈਗਾ ਜੀ 416 ਹਾਂਜੀ 907 ਹਾਂਜੀ 4156। ਓਕੇ ਜੀ, ਧੰਨਵਾਦ ਵੀਰ ਜੀ। ਅਰਸ਼ਦੀਪ ਆਪਾਂ ਚੱਲਦੇ ਹਾਂ ਜੀ ਅਗਲੀ ਖਬਰ ਤੇ। ਜਿਹੜਾ ਆਮ ਆਦਮੀ ਪਾਰਟੀ ਦੇ ਬੰਦੇ ਆ ਜੀ ਉਹ ਮੁੱਖ ਮੰਤਰੀ ਨੂੰ ਲੱਭਣ ਗਏ ਆ ਤੇ ਉਹਨਾਂ ਨੂੰ ਘੇਰ ਲਿਆ ਜੀ ਰਸਤੇ ਦੇ ਵਿੱਚ ਹੀ, ਕੀ ਆ ਪੂਰੀ ਜਾਣਕਾਰੀ ਹੈ ਜੀ? ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਲੋਕਾਂ ਦੇ ਵਿੱਚ ਘੱਟ ਹੀ ਵਿਚਰਨ ਲਈ ਜਾਣੇ ਜਾਂਦੇ ਨੇ। ਜਾਣੀ ਕਿ ਮੁੱਖ ਮੰਤਰੀ ਨੇ 3.5 ਸਾਲ ਦੇ ਕਾਰਜਕਾਲ ਦੇ ਵਿੱਚ 2-4 ਵਾਰੀ ਹੀ ਜਿਹੜਾ ਲੋਕਾਂ ਨੂੰ ਆਪਣੀ ਜਿਹੜਾ ਹੈ ਦਰਸ਼ਨ ਕਰਵਾਏ ਨੇ, ਫਿਜ਼ੀਕਲੀ ਅਵੇਲੇਬਲ ਹੋ ਕੇ। ਬਹੁਤ ਸਾਰੇ ਸਰਕਾਰੀ ਸਮਾਗਮਾਂ ਦੇ ਵਿੱਚ ਵੀ ਨਹੀਂ ਪਹੁੰਚੇ। ਤਾਂ ਹੁਣ ਜਿਹੜੇ ਸ਼ਰਾਬ ਦੇ ਨਾਲ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 118-19 ਮੌਤਾਂ ਜਿਹੜੀਆਂ ਹੋਈਆਂ ਨੇ, ਉਹਦੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹਨਾਂ ਨੇ ਫੇਸਬੁੱਕ ਰਾਹੀਂ ਜਿਹੜਾ 2 ਦਿਨ ਦਾ ਅਲਟੀਮੇਟਮ ਜ਼ਰੂਰ ਦਿੱਤਾ ਅਫਸਰਾਂ ਨੂੰ ਕਿ ਸਖਤ ਕਾਰਵਾਈ ਕਰੋ, ਬੇਸ਼ੱਕ ਕੋਈ ਸਿਆਸੀ ਬੰਦਾ ਹੈਗਾ ਜਾਂ ਕੋਈ ਅਫਸਰ ਇਨਵੋਲਵ ਹੈ, ਸਭ ਵਿਰੁੱਧ ਕਾਰਵਾਈ ਕਰੋ। ਪਰ ਉਹ ਲੋਕਾਂ ਦੇ ਨਾਲ ਜਿਹੜਾ ਦੁੱਖ ਸਾਂਝਾ ਕਰਨ ਦੇ ਲਈ ਆਪ ਚੱਲ ਕੇ ਨਹੀਂ ਗਏ। ਤਾਂ ਇਹਦੇ ਬਾਅਦ ਆਮ ਆਦਮੀ ਪਾਰਟੀ ਅੱਜ ਜਿਹੜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਲਣ ਗਏ ਸੀ, ਲੱਭਣ ਗਏ ਸੀ ਕਿ ਮੁੱਖ ਮੰਤਰੀ ਸਾਹਿਬ ਨੂੰ ਲੱਭਿਆ ਜਾਵੇ ਕਿ ਉਹ ਕਿੱਥੇ ਨੇ, ਤਾਂ ਕਿ ਉਹ ਲੋਕਾਂ ਦੀ ਸਾਰ ਆ ਕੇ ਲੈਣ। ਤਾਂ ਉਹਨਾਂ ਵੱਲੋਂ ਜਿਹੜਾ ਮੁੱਖ ਮੰਤਰੀ ਦਾ ਪਹਾੜੀਆਂ ਦੇ ਕੋਲ ਨਵਾਂ ਘਰ ਆ ਜਿਹੜਾ ਉਹਨੂੰ ਘੇਰਨ ਦੀ ਸਲਾਹ ਬਣਾਈ ਗਈ ਸੀ, ਪਰ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਲਿਆ। ਉਹਦੇ ਬਾਅਦ ਆਮ ਆਦਮੀ ਪਾਰਟੀ ਦੇ 11 ਵਿਧਾਇਕ ਤੇ ਪੰਜਾਬ ਪ੍ਰਧਾਨ ਦੇ ਇਕਲੌਤੇ ਸੰਸਦ ਮੈਂਬਰ ਜਿਹੜੇ ਭਗਵੰਤ ਮਾਨ ਨੇ, ਉਹਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਂਦਾ ਗਿਆ। ਤੇ ਇਹਦੇ ਚ 2 ਵਿਧਾਇਕ ਜਿਹੜੇ ਨੇ ਉਹ ਹਲਕੇ ਫੱਟੜ ਵੀ ਹੋਏ ਧੱਕਾ ਮੁੱਕੀ ਦੇ ਵਿੱਚ। ਤਾਂ ਮੁੱਖ ਮੰਤਰੀ ਨੂੰ ਲੱਭਣ ਗਏ ਸੀ ਜੀ। ਅੱਜ ਉਹਨਾਂ ਨੇ ਮੁਹਿੰਮ ਚਲਾਈ ਹੈ ਮੁੱਖ ਮੰਤਰੀ ਨੂੰ ਲੱਭਣ ਦੇ ਲਈ। ਪੰਜਾਬ ਚ ਅੱਗੇ ਵੀ ਉਹ ਪ੍ਰਦਰਸ਼ਨ ਕਰਦੇ ਰਹਾਂਗੇ। ਤਾਂ ਉਹਨਾਂ ਨੂੰ ਅਰੈਸਟ ਕਰਕੇ ਫਿਰ ਥਾਣੇ ਦੇ ਵਿੱਚ ਰੱਖਿਆ ਗਿਆ ਤੇ ਸ਼ਾਮ ਨੂੰ ਜਿਹੜਾ ਰਿਹਾ ਉਹ ਕਰ ਦਿੱਤਾ ਗਿਆ। ਇਹਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਪ ਵਿਧਾਇਕਾਂ ਨੇ ਇਹੀ ਕਿਹਾ ਕਿ ਮੁੱਖ ਮੰਤਰੀ ਨੂੰ ਬਾਹਰ ਆ ਕੇ ਲੋਕਾਂ ਦੀ ਸਾਰ ਜਿਹੜੀ ਉਹ ਲੈਣੀ ਚਾਹੀਦੀ ਹੈ, ਲੋਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਸ਼ਰਾਬ ਮਾਫੀ ਨਿੱਜੀ ਤੌਰ ਦੇ ਵਿੱਚ ਜਿਹੜਾ ਸਾਹਮਣੇ ਆ ਕੇ ਮੁੱਖ ਮੰਤਰੀ ਨੂੰ ਕਾਰਵਾਈ ਕਰਾਉਣੀ ਚਾਹੀਦੀ ਹੈ, ਤਾਂ ਕਿ ਸਿਆਸੀ ਇਨਵੋਲਵਮੈਂਟ ਵਾਲੇ ਵਿਅਕਤੀ ਵੀ ਨਾ ਬਚਣ ਤੇ ਅਫਸਰਸ਼ਾਹੀ ਵਿਰੁੱਧ ਕਾਰਵਾਈ ਹੋ ਰਹੀ ਹੈ ਤੇ ਹੋਰ ਅਫਸਰਾਂ ਵਿਰੁੱਧ ਵੀ ਜਿਹੜੀ ਕਾਰਵਾਈ ਉਹ ਕੀਤੀ ਜਾਵੇ ਜੀ। ਬਿਲਕੁਲ ਜੀ, ਆਪਣੇ ਨਾਲ ਆਪਣੇ ਜਿਹੜੇ ਪ੍ਰਾਊਡ ਸਪਾਂਸਰ ਨਰਦੇਵ ਸਿੱਧੂ ਹੁਣੇ ਜੁੜ ਚੁੱਕੇ, ਉਹਨਾਂ ਦੇ ਕੋਲ ਆਪਾਂ ਗੱਲਬਾਤ ਕਰਾਂਗੇ। ਜਿਹੜੀ ਹੋਮ ਐਕਟੀਵਿਟੀ ਆ ਉਹਦੇ ਵਾਸਤੇ ਵੀਜ਼ਾ, ਤੁਹਾਡੇ ਵੀਜ਼ੇ ਭਰ ਜਾਂਦੇ ਆ, ਜਾਂ ਜਿਹੜੇ ਸੈਲਫ ਇੰਪਲਾਈ ਆ ਉਹਨਾਂ ਨੂੰ ਜਿਹੜੀ ਮੌਰਗੇਜ ਦੇ ਵਿੱਚ ਕਿੱਦਾਂ ਦੀਆਂ ਪ੍ਰੋਬਲਮਾਂ ਆ ਉਹਦਾ ਸਾਹਮਣਾ ਕਰਨਾ ਪੈਂਦਾ। ਤੁਸੀਂ ਬਹੁਤ ਜ਼ਿਆਦਾ ਇੰਟਰਸਟ ਪੇ ਕਰਦੇ ਹੋ, ਜਿਹੜੇ ਆਪਣੇ ਵੀਜ਼ਾ ਕਾਰਡ ਆ, ਮਾਸਟਰ ਕਾਰਡ ਆ, ਉਹਨਾਂ ਨੂੰ ਤੁਸੀਂ ਕਿੱਦਾਂ ਉਹਦੇ ਤੇ ਮੌਰਗੇਜ ਲੈ ਕੇ ਤੇ ਉਹਨੂੰ ਕਿੱਦਾਂ ਸਾਰਾ ਮਸਲੇ ਦਾ ਹੱਲ ਕਰ ਸਕਦੇ ਆ। ਕਰਦੇ ਸਵਾਗਤ ਵੀਰ ਜੀ ਉਹਨਾਂ ਦੇ ਜੀ। ਵੀਰ ਜੀ ਸਵਾਗਤ ਆ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਚੰਦੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਤੁਹਾਡੇ ਨਾਲ ਜੁੜੇ ਹੋਏ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਜੀ ਬੜਾ ਤੁਹਾਡਾ ਸੋਹਣਾ ਸਵਾਲ ਹੈ ਜੀ ਕਿ ਜਿਹੜੇ ਭੈਣ ਭਰਾਵਾਂ ਨੇ ਕਿਸੇ ਕਾਰਨ ਕਰਕੇ ਕਰਜ਼ੇ ਚੱਕੇ ਹੁੰਦੇ ਹੈਗੇ ਆ ਤੇ ਮਹਿੰਗੇ ਭਾਅ ਦੇ ਕੋਈ ਵੀਜ਼ੇ ਕਾਰਡਾਂ ਤੇ ਹੈਗੇ ਆ, ਕੋਈ ਮਾਸਟਰ ਕਾਰਡਾਂ ਤੇ ਜਾਂ ਕੋਈ ਹੋਰ ਹੈਗੇ ਆ, ਉਹਨਾਂ ਨੂੰ ਕਿਵੇਂ ਆਪਾਂ ਉਹਨਾਂ ਦਾ ਜਿਹੜਾ ਹੈਗਾ ਜੀ ਇੰਟਰਸਟ ਰੇਟ ਘੱਟ ਕਰ ਸਕਦੇ ਹੈਗੇ ਆ, ਕਿਸ ਤਰ੍ਹਾਂ ਉਹਨਾਂ ਦੇ ਆਪਾਂ ਪੈਸੇ ਬਚਾ ਸਕਦੇ ਹੈਗੇ ਆ। ਉਹਦੇ 'ਚ ਇਹ ਹੁੰਦਾ ਕਿ ਅਗਰ ਤੁਹਾਡੇ ਕੋਲੇ ਘਰ ਹੈਗਾ ਤੇ ਆਪਾਂ ਕੋਈ ਨਾ ਕੋਈ ਤੁਹਾਡੇ ਵਾਸਤੇ ਜਿਹੜਾ ਹੱਲ ਹੈ ਜੀ ਉਹ ਜ਼ਰੂਰ ਕੱਢ ਕੇ ਦੇ ਸਕਦੇ ਹੁੰਦੇ ਆ ਜੀ। ਤੇ ਉਹਦੇ 'ਚ ਇਹ ਹੈ ਕਿ ਆਪਣਾ ਪਹਿਲੀ ਗੱਲ ਹੁੰਦੀ ਹੈ ਕਿ ਆਪਾਂ ਤੁਹਾਡੀ ਜਿਹੜੀ ਮੌਰਗੇਜ ਹੈਗੀ ਹੈ ਜੀ ਉਹਨੂੰ ਰੀਫਾਈਨਾਂਸ ਕਰਕੇ ਸਾਰੇ ਜਿਹੜੇ ਤੁਹਾਡੇ ਕਰਜ਼ੇ ਹੁੰਦੇ ਆ ਉਹਨਾਂ ਨੂੰ ਆਪਾਂ ਮੌਰਗੇਜ ਦੇ ਵਿੱਚ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕਰ ਦਿੰਦੇ ਹੈਗੇ ਆ। ਉਹਦੇ ਨਾਲ ਤੁਹਾਡੀ ਕਾਫੀ ਸੇਵਿੰਗ ਹੁੰਦੀ ਹੈਗੀ ਆ, ਤੁਹਾਡਾ ਜਿਹੜਾ ਹੈਗਾ ਜੀ ਤੁਹਾਡੀ ਪੇਮੈਂਟ ਵੀ ਘਟ ਜਾਂਦੀ ਹੈਗੀ ਹੈ, ਮੰਥਲੀ ਪੇਮੈਂਟ ਜਿਹੜੀ ਹੁੰਦੀ ਹੈ। ਦੂਸਰੀ ਚੀਜ਼ ਹੁੰਦੀ ਹੈ ਕਿਸੇ ਕਾਰਨ ਕਰਕੇ ਆਪਾਂ ਰੀਫਾਈਨਾਂਸਿੰਗ ਨਹੀਂ ਕਰਦੇ ਹੈਗੇ ਤੇ ਆਪਣੀ ਪਹਿਲੀ ਮੌਰਗੇਜ ਚੰਗੇ ਰੇਟ ਤੇ ਹੁੰਦੀ ਹੈਗੀ, ਉਹਨੂੰ ਆਪਾਂ ਨਹੀਂ ਤੋੜਨਾ ਚਾਹੁੰਦੇ ਕਿਉਂਕਿ ਪੈਨਲਟੀ ਕਈ ਵਾਰ ਕਾਫੀ ਪੈ ਜਾਂਦੀ ਹੈ। ਸੋ ਅਗਰ ਆਪਾਂ ਉਹ ਨਹੀਂ ਕਰਨਾ ਚਾਹੁੰਦੇ ਨੋ ਪ੍ਰੋਬਲਮ, ਤੇ ਉਹਦੇ ਨਾਲ ਆਪਾਂ ਤੁਹਾਨੂੰ ਤੁਹਾਡੇ ਘਰ ਦੇ ਉੱਪਰ ਸਿਕਿਉਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ। ਉੱਥੋਂ ਪੈਸੇ ਚੱਕ ਕੇ ਆਪਾਂ ਤੁਹਾਡੇ ਜਿਹੜੇ ਮਹਿੰਗੇ ਭਾਅ ਦੇ ਵੀਜ਼ੇ ਮਾਸਟਰ ਕਾਰਡ ਆ ਜੀ ਉਹਨਾਂ ਨੂੰ ਆਪਾਂ ਪੇ ਕਰ ਸਕਦੇ ਹਾਂ ਤੇ ਕਾਫੀ ਆਪਣੀ ਸੇਵਿੰਗ ਹੋ ਜਾਂਦੀ ਉਸ ਚੀਜ਼ ਦੇ ਨਾਲ। ਤੀਸਰੀ ਚੀਜ਼ ਹੁੰਦੀ ਹੈ ਕਿਸੇ ਕਾਰਨ ਕਰਕੇ ਇਹ ਦੋਨੋਂ ਚੀਜ਼ਾਂ ਨਹੀਂ ਵਰਕਆਊਟ ਕਰਦੀਆਂ ਤੇ ਉਸ ਸਿਚੁਏਸ਼ਨ ਦੇ ਵਿੱਚ ਕੁਝ ਕੇਸਿਸ ਦੇ ਵਿੱਚ ਪ੍ਰਾਈਵੇਟ ਸੈਕੰਡ ਮੌਰਗੇਜ ਵੀ ਕੀਤੀ ਜਾ ਸਕਦੀ ਹੈਗੀ ਹੈ। ਸੋ ਹਰ ਕਿਸੇ ਇੰਡੀਵਿਜੂਅਲ ਦੀ ਸਿਚੁਏਸ਼ਨ ਡਿਫਰੈਂਟ ਹੋ ਸਕਦੀ ਹੈ ਜੀ। ਉਹਨਾਂ ਦੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਆਪਾਂ ਕੋਈ ਨਾ ਕੋਈ ਉਹਨਾਂ ਦੀ ਮੁਸ਼ਕਲ ਦਾ ਹੱਲ ਕੱਢ ਕੇ ਦਿੰਨੇ ਆ। ਉਦਾਹਰਨ ਦੇ ਤੌਰ ਤੇ ਕਿਸੇ ਨੇ ਅਗਰ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ ਤੋਂ ਮਹਿੰਗੇ ਭਾਅ ਦੇ ਚੱਕੇ ਹੈ ਤੇ ਤਕਰੀਬਨ $1,500 ਦੇ ਆਸ-ਪਾਸ ਭੈਣ ਭਰਾ ਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ। ਦੂਸਰੇ ਪਾਸੇ ਜਿਹੜੀਆਂ ਆਪਾਂ ਤਿੰਨੋਂ ਆਪਸ਼ਨ ਡਿਸਕਸ ਕੀਤੀਆਂ ਹੈ ਜੀ ਇਹਨਾਂ 'ਚੋਂ ਆਪਾਂ ਕੋਈ ਵੀ ਡਿਪੈਂਡ ਕਰਦਾ ਕਿਹੜੀ ਆਪਟ ਕਰਦੇ ਆ ਜਾਂ ਕਿਹੜੀ ਆਪਣੇ ਆਪਾਂ ਐਲੀਜੀਬਲ ਹੁੰਦੇ ਕਿਹੜੀ ਵਾਸਤੇ, ਤੇ ਉਸੇ $50,000 ਦੇ ਪਿੱਛੇ ਜੀ ਪਹਿਲਾਂ $1,500 ਪੇ ਕਰਦੇ ਆ, ਬਾਅਦ ਦੇ ਵਿੱਚ $190 ਤੋਂ ਲੈ ਕੇ $450-500 ਦੀ ਮਹੀਨੇ ਦੀ ਕਿਸ਼ਤ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਆਪਾਂ ਨੂੰ ਤਕਰੀਬਨ $1,000 ਤੋਂ $1,300 ਦੇ ਆਸ-ਪਾਸ ਸੇਵਿੰਗ ਹੋ ਸਕਦੀ ਹੈ। ਸੋ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਤੁਹਾਡੇ ਤੇ ਕਰਜ਼ੇ ਚੜੇ ਹੋਏ ਘਰ ਹੈਗਾ ਤੇ ਆਪਣਾ ਦੇਖਣਾ ਚਾਹੁੰਦੇ ਹੋ ਕੀ ਆਪਸ਼ਨ ਹੋ ਸਕਦੇ ਆ, ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 647 294 5503, ਨਰਦੇਵ ਸਿੱਧੂ 647 2945503 ਤੇ ਨਾਲ ਦੀ ਨਾਲ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਕਰਾਂਗੀ ਜੀ ਜਿਹੜੇ ਭੈਣ ਭਰਾ ਸੈਲਫ ਇੰਪਲਾਇਡ ਹੁੰਦੇ ਆ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮੌਰਗੇਜ ਲੈਣ ਵਾਸਤੇ। ਉਹਦਾ ਰੀਜ਼ਨ ਆਮ ਤੌਰ ਤੇ ਇਹ ਹੁੰਦਾ ਜੀ ਕਿ ਉਹਨਾਂ ਦੀ ਜਿਹੜੀ ਨੋਟਿਸ ਆਫ ਅਸੈਸਮੈਂਟ ਤੇ ਇਨਕਮ ਕਾਫੀ ਘੱਟ ਹੁੰਦੀ ਹੈ ਕਿਉਂਕਿ ਉਹਨਾਂ ਦੇ ਬਿਜ਼ਨਸ ਦੇ ਖਰਚੇ ਵਗੈਰਾ ਆਪਣੇ ਉਹਨਾਂ ਰਾਈਟ ਅਪ ਕੀਤੇ ਹੁੰਦੇ ਜਾਂ ਕਰਨੇ ਹੁੰਦੇ ਆ। ਉਹਦੇ ਕਰਕੇ ਉਹਨਾਂ ਨੂੰ ਆਮ ਤੌਰ ਤੇ ਦੇਖਣ 'ਚ ਲੱਗਦਾ ਹੈ ਕਿ ਉਹਨਾਂ ਨੂੰ ਉਹਨਾਂ ਦੀ ਮੌਰਗੇਜ ਨਹੀਂ ਹੋ ਸਕਦੀ। ਉਹਦੇ ਕਰਕੇ ਕਈ ਵਾਰੀ ਉਹਨਾਂ ਨੂੰ ਮੁਸ਼ਕਲਾਂ ਵੀ ਆਉਂਦੀਆਂ। ਚੰਗੀ ਗੱਲ ਇਹ ਹੈ ਜੀ ਕਿ ਬਹੁਤ ਸਾਰੇ ਅਜਿਹੇ ਲੈਂਡਰਸ ਦੇ ਨਾਲ ਆਪਾਂ ਕੰਮ ਕਰਦੇ ਹਾਂ ਜਿਨ੍ਹਾਂ ਤੋਂ ਸੈਲਫ ਇੰਪਲਾਇਡ ਭੈਣ ਭਰਾਵਾਂ ਦੀ ਮੌਰਗੇਜ ਸਟੇਟਡ ਇਨਕਮ ਪ੍ਰੋਗਰਾਮ ਦੇ ਤਹਿਤ ਕਰਵਾ ਕੇ ਦੇ ਸਕਦੇ ਹਾਂ। ਉਹਦੇ 'ਚ ਕੀ ਹੁੰਦਾ ਹੈ ਕਿ ਅਗਰ ਤੁਹਾਡੀ ਨੋਟਿਸ ਆਫ ਅਸੈਸਮੈਂਟ ਤੇ ਇਨਕਮ ਘੱਟ ਹੈਗੀ ਹੈ, ਤੁਹਾਡੇ ਬਿਜ਼ਨਸ ਦੀ ਇਨਕਮ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਤੁਹਾਡੀ ਮੌਰਗੇਜ ਕਰਵਾ ਕੇ ਦੇ ਸਕਦੇ ਹਾਂ। ਸਾਫ਼ ਸੁਥਰੇ ਢੰਗ ਦੇ ਨਾਲ ਸੋਹਣੇ ਇੰਟਰਸਟ ਰੇਟਸ ਦੇ ਉੱਪਰ ਜਿਹੜੀ ਹੈਗੀ ਜੀ ਮੌਰਗੇਜਸ ਅਵੇਲੇਬਲ ਹੋ ਸਕਦੀ ਹੈ। ਸੋ ਤੁਸੀਂ ਸੈਲਫ ਇੰਪਲਾਇਡ ਹੋ, ਮੌਰਗੇਜ ਲੈਣ 'ਚ ਤੁਹਾਨੂੰ ਕੋਈ ਪਰੇਸ਼ਾਨੀ ਆ ਰਹੀ ਹੈ, ਤੁਹਾਡੀ ਨੋਟਿਸ ਆਫ ਅਸੈਸਮੈਂਟ ਤੇ ਇਨਕਮ ਘੱਟ ਹੈਗੀ ਹੈ, ਸੰਪਰਕ ਕਰ ਸਕਦੇ ਹੋ। ਘਰ ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਘਰ ਨੂੰ ਰੀਫਾਈਨਾਂਸ ਕਰਨਾ ਹੈ ਜਾਂ ਪ੍ਰਾਈਵੇਟ ਫੰਡਸ ਦੀ ਜ਼ਰੂਰਤ ਪੈ ਗਈ ਹੈ ਜਾਂ ਫਿਰ ਤੁਸੀਂ ਨਵੇਂ ਆਏ ਹੋ ਕੈਨੇਡਾ 'ਚ ਫਸਟ ਟਾਈਮ ਬਾਹਰ ਹੋ ਤੇ ਆਪਣਾ ਤੁਹਾਨੂੰ ਪ੍ਰੀ ਅਪਰੂਵਲ ਤੁਸੀਂ ਕਰਾਉਣੀ ਚਾਹੁੰਦੇ ਦੇਖਣਾ ਚਾਹੁੰਦੇ ਕਿੰਨੀ ਮੌਰਗੇਜ ਵਾਸਤੇ ਕੁਆਲੀਫਾਈ ਕਰ ਸਕਦੇ ਹੋ, ਕਮਰਸ਼ੀਅਲ ਮੌਰਗੇਜ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਹੈ, ਰੈਂਟ ਟੂ ਓਨ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647 294 5503, ਨਰਦੇਵ ਸਿੱਧੂ 647 294 5503। ਟਾਈਮ ਦੇਣ ਲਈ ਚੰਦੀ ਸਾਹਿਬ ਧੰਨਵਾਦ ਜੀ। ਵੀਰ ਜੀ ਕਾਲ ਕਰਨ ਲਈ ਤੁਹਾਡਾ ਧੰਨਵਾਦ ਜੀ, ਇੰਨੀ ਜਾਣਕਾਰੀ ਦਿੱਤੀ। ਇੱਕ ਸਵਾਲ ਆ ਵੀਰ ਜੀ ਮੇਰੇ ਵੱਲੋਂ ਹੋਰ, ਮੰਨ ਲਓ ਬੈਂਕ ਦੇ ਕੋਲੋਂ ਕਈ ਕਹਿ ਦਿੰਦੇ ਜੀ ਜੇ ਅਸੀਂ ਪ੍ਰਾਈਵੇਟ ਮੌਰਗੇਜ ਲੈ ਲਈ ਆ ਤੇ ਮੁੜ ਕੇ ਪਤਾ ਨਹੀਂ ਕਿੰਨੀ ਦੇਰ ਦੁਬਾਰਾ ਜਿਹੜੀ ਮੌਰਗੇਜ ਨਹੀਂ ਹੋਣੀ, ਪਰ ਮੈਨੂੰ ਲੱਗਦਾ ਸ਼ਾਇਦ 6 ਮਹੀਨੇ ਜਾਂ ਸਾਲ ਬਾਅਦ ਤੁਸੀਂ ਜਿਹੜੀ ਮੌਰਗੇਜ ਆ ਦੁਬਾਰਾ ਬੈਂਕ ਦੇ ਕੋਲੋਂ ਲੈ ਸਕਦੇ ਹੋ। ਇਹਦੇ ਬਾਰੇ ਜਾਣਕਾਰੀ ਜ਼ਰੂਰ ਦਿਓ। ਬਿਲਕੁਲ ਜੀ, ਬਿਲਕੁਲ ਪੋਸੀਬਲ ਹੈ। ਇਨਫੈਕਟ ਅੱਜ ਹੀ ਆਪਾਂ ਕਿਸੇ ਦੀ ਜੀ ਅਪਰੂਵਲ ਕਰਵਾ ਕੇ ਦਿੱਤੀ ਹੈਗੀ, ਬੈਂਕ ਤੋਂ ਕਰਵਾ ਕੇ ਦਿੱਤੀ ਜੀ, ਪਿਛਲੇ ਹਫ਼ਤੇ ਕਿਸੇ ਨੂੰ ਕਰਵਾ ਕੇ ਦਿੱਤੀ ਜੀ, ਉਹਨਾਂ ਦੀ ਪਹਿਲਾਂ ਕਿਸੇ ਨਾਲ ਪ੍ਰਾਈਵੇਟ ਨਾਲ ਸੀਗੀ ਜੀ, ਲੈਂਡਰ ਦੇ ਨਾਲ ਸੀਗੀ। ਸੋ ਸਾਲ ਬਾਅਦ ਤੁਸੀਂ ਨਾਰਮਲੀ ਕਰਵਾ ਸਕਦੇ ਹੁੰਦੇ ਹੈਗੇ, ਕੁਝ ਕੇਸਿਸ ਦੇ ਵਿੱਚ ਜਲਦੀ ਵੀ ਹੋ ਸਕਦੀ ਹੈ। ਉਹ ਫਿਰ ਆਪਾਂ ਤੁਹਾਡੀ ਇੰਡੀਵਿਜੂਅਲ ਦੇ ਨਾਲ ਆਪਾਂ ਡਿਸਕਸ ਕਰਨਾ ਪਏਗਾ ਜੀ ਤੁਹਾਡੀ ਕੀ ਸਿਚੁਏਸ਼ਨ ਹੈ ਤੇ ਤੁਹਾਡੀ ਸਿਚੁਏਸ਼ਨ ਨੂੰ ਸਮਝ ਕੇ ਆਪਾਂ ਦੱਸ ਸਕਦੇ ਕਿ ਕਿੰਨਾ ਕੁ ਟਾਈਮ ਤੁਹਾਨੂੰ ਲੱਗੇਗਾ। ਸੋ ਜ਼ਿਆਦਾ ਜਾਣਕਾਰੀ ਦੇ ਲਈ ਅਗੇਨ ਭੈਣ ਭਰਾ ਸੰਪਰਕ ਕਰ ਸਕਦੇ ਆ। ਤੁਹਾਡੀ ਮੌਰਗੇਜ ਮਹਿੰਗੇ ਭਾਅ ਤੇ ਹੈਗੀ ਹੈ, ਟਰਸਟ ਕੰਪਨੀ ਦੇ ਨਾਲ ਹੈ, ਪ੍ਰਾਈਵੇਟ ਲੈਂਡਰ ਦੇ ਨਾਲ ਦੇਖਣਾ ਚਾਹੁੰਦੇ ਬੈਂਕ ਕੋਲ ਤੁਸੀਂ ਕੁਆਲੀਫਾਈ ਕਰ ਸਕਦੇ ਹੋ, ਨਹੀਂ ਕਰ ਸਕਦੇ ਕਦੋਂ ਕਰ ਸਕਦੇ ਹੋ, ਸੰਪਰਕ ਕਰ ਸਕਦੇ। ਨੰਬਰ ਹੈ ਜੀ 647 294 5503, ਨਰਦੇਵ ਸਿੱਧੂ 647 294 5503।
ਟਾਈਮ ਦੇਣ ਲਈ ਧੰਨਵਾਦ ਜੀ। ਜੀ ਵੈਲਕਮ ਜੀ। 647 294 5503 ਤੇ ਤੁਸੀਂ ਨਰਦੇਵ ਸਿੱਧੂ ਹੁਣਾਂ ਨੂੰ ਕਾਲ ਕਰ ਸਕਦੇ ਹੋ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ ਵੀਰ ਜੀ 3515 ਸਵਾਗਤ ਹੈ ਜੀ। ਹਾਂਜੀ ਚੰਦੀ ਬਾਈ ਜੀ, ਮੇਰੇ ਮਨ 'ਚ ਸਾਰੀ ਇਹ ਗੱਲਬਾਤ ਸੋਚ ਕੇ ਆ ਰਿਹਾ ਸੀ ਵੀ ਬਾਈ ਨੂੰ ਪੁੱਛਣਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਜਾਂ ਜਿਹੜੇ ਉੱਥੇ ਜਾਗਰੂਕ ਸਿੱਖ ਹੈ ਨਿੱਕੇ ਨਿੱਕੇ ਧੜੇ ਤਾਂ ਬਣਾਈ ਬੈਠੇ ਆ, ਹੋਰ ਹੀ ਕੁਛ ਲੀਡਰਾਂ ਨੇ ਬਣਵਾਦੇ ਆ, ਬਾਦਲ ਕਹਿੰਦੇ ਜਾਂ ਹੋਰ ਹੈ, ਇਹ ਕੀ ਇਨ ਫਿਊਚਰ ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਨੂੰ ਪਾਸੇ ਕਰ ਸਕਾਂਗੇ ਕਿ ਨਹੀਂ? ਕੁਐਸਚਨ ਮੇਰਾ ਇਹੀ ਹੈ। ਧੰਨਵਾਦ ਵੀਰ ਜੀ। ਮੈਂ ਅਰਸ਼ ਤੋਂ ਪਹਿਲਾਂ ਮੈਂ ਹੀ ਕਹਿ ਦੇਣਾ ਜੀ, ਇਹ ਨਹੀਂ ਹੋ ਸਕਦਾ, ਪੋਸੀਬਲ ਨਹੀਂ, ਜਿੰਨਾ ਚਿਰ ਸਾਰੇ ਇਕੱਠੇ ਨਹੀਂ ਹੁੰਦੇ। ਤੇ ਇਕੱਠੇ ਹੋਣੇ ਜਿੱਦਾਂ ਡੱਡੂਆਂ ਦੀ ਪਸੇਰੀ ਆ, ਸਮਝ ਲਓ ਵੀ ਉਹ ਇਕੱਠੇ ਕਰਨ ਵਾਲਾ ਕੰਮ ਆ। ਮਾਫ ਕਰਨਾ, ਜਥੇਦਾਰ ਆ ਜੀ ਸਾਡੇ ਤੇ ਲੀਡਰ ਵੀ ਆ ਸਾਡੇ, ਪਰ ਸਿਰ ਜੋੜ ਕੇ ਬਹਿਣਾ ਬਿਲਕੁਲ ਇਹਨਾਂ ਦੇ ਵਿੱਚ ਹੈ ਨਹੀਂ। ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ, ਇੱਕ ਦੂਜੇ ਨੂੰ ਇਨਸਲਟ ਕਰਨਾ, ਉਹਦੀ ਹਰ ਬੰਦਾ ਚਾਹੁੰਦਾ ਵੀ ਸਾਡੇ ਸਿਰ ਤੇ ਕਲਗੀ ਲੱਗੇ। ਭਾਵੇਂ ਜਥੇਦਾਰ ਹੋਣ ਜੀ ਸਾਡੇ ਅਕਾਲ ਤਖਤ ਸਾਹਿਬ ਦੇ ਰਣਜੀਤ ਸਿੰਘ ਹੋਣੀ, ਜਾਂ ਜਿਹੜੇ ਬੜੇ ਵੱਡੇ ਕੀਰਤਨੀ ਆ ਉਹ ਆ, ਜਾਂ ਜਿੰਨੇ ਵੀ ਸਾਡੇ ਲੀਡਰ ਆ, ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣੀ, ਹਰ ਬੰਦਾ ਚਾਹੁੰਦਾ ਵੀ ਪ੍ਰਧਾਨ ਮੈਂ ਹੋਵਾਂ। ਜਾਂ ਤਾਂ ਕੋਈ ਪਾਰਟੀ ਇਦਾਂ ਦੀ ਬਣੇ ਜਿਹਦੇ 'ਚ 20-25 ਪ੍ਰਧਾਨ ਹੋਣ ਤੇ 20-25 ਮੁੱਖ ਮੰਤਰੀ ਹੋਣ, ਫੇਰ ਸ਼ਾਇਦ ਕੁਝ ਹੋ ਸਕਦਾ। ਜੀ ਅਰਸ਼ਦੀਪ ਤੁਸੀਂ ਬਿਲਕੁਲ ਵਾਜਬੀ ਫਰਮਾਇਆ ਕਿ ਜਦੋਂ ਤੱਕ ਇੱਕ ਵਿਧਾਨ, ਇੱਕ ਨਿਸ਼ਾਨ ਤੇ ਇੱਕ ਸੰਵਿਧਾਨ ਤੇ ਸਾਰੇ ਇਕੱਠੇ ਨਹੀਂ ਹੁੰਦੇ, ਉਹਨਾਂ ਸਮਾਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਨਹੀਂ ਹਰਾ ਸਕਦੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਵੋਟਾਂ ਉਹਨਾਂ ਨੂੰ ਪੈ ਜਾਣਗੀਆਂ ਇੱਕ ਪਾਸੇ, ਤੇ ਦੂਜੇ ਪਾਸੇ ਜਿਹੜੀਆਂ ਵਿਰੋਧ ਵਾਲੀਆਂ ਵੋਟਾਂ ਹੁੰਦੀਆਂ ਉਹ 17 ਹਿੱਸਿਆਂ 'ਚ ਵੰਡੀਆਂ ਜਾਂਦੀਆਂ। ਜਦੋਂ 17 ਹਿੱਸਿਆਂ 'ਚ ਵੰਡੀਆਂ ਗਈਆਂ ਤਾਂ ਫਿਰ ਜਿੱਤਣਾ ਜਿਹੜਾ ਉਹ ਪੋਸੀਬਲ ਨਹੀਂ। ਇਸ ਕਰਕੇ ਜਦੋਂ ਤੱਕ ਸਾਰੇ ਹਉਮੈ ਤਿਆਗ ਕੇ, ਮੈਂ ਪ੍ਰਧਾਨਗੀ ਵਾਲੀ ਇੱਛਾ ਤਿਆਗ ਕੇ ਤੇ ਸੱਚਮੁੱਚ ਹੀ ਸੇਵਾ ਨੂੰ ਸਮਰਪਿਤ ਹੋ ਕੇ ਇੱਕ ਨਿਸ਼ਾਨ, ਇੱਕ ਵਿਧਾਨ ਤੇ ਇੱਕ ਝੰਡੇ ਦੇ ਥੱਲੇ ਇਕੱਠੇ ਨਹੀਂ ਹੁੰਦੇ, ਉਸ ਸਮੇਂ ਤੱਕ ਪੋਸੀਬਲ ਨਹੀਂ ਹੈਗਾ। ਪਰ ਫਿਲਹਾਲ ਜਿਹੜੇ ਇਹਨਾਂ ਦੇ ਸੁਰ ਥੋੜੇ ਨਰਮ ਜ਼ਰੂਰ ਹੋਏ ਆ, ਪਰ ਮੈਂ ਤਿਆਗ ਕੇ ਇਕੱਠੇ ਹੁੰਦੇ ਆ ਕਿ ਨਹੀਂ ਇਹ ਦੇਖਣਾ ਹੋਊਗਾ, ਕਿਉਂਕਿ ਇਹਨਾਂ ਦੇ ਇਕੱਠੇ ਹੋਏ ਬਿਨਾਂ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਹੜਾ ਇਹ ਨਹੀਂ ਮਾਤ ਦੇ ਸਕਦੇ ਜੀ। ਬਿਲਕੁਲ ਅਰਸ਼ਦੀਪ, ਕੋਈ ਚਾਰਾ ਵੀ ਹੈ ਨਹੀਂਗਾ, ਕਿੰਨੀ ਕੁ ਬੇਇੱਜ਼ਤੀ ਕਰਾ ਲੈਣ, ਕਿਉਂਕਿ ਲੋਕ ਬੇਇੱਜ਼ਤੀ ਬਹੁਤ ਕਰਦੇ ਆ। ਜਿੱਦਾਂ ਜਿਹੜਾ ਵੀ ਮੀਡੀਆ ਸਾਰਾ ਇਹਨਾਂ ਦੀ ਇਨਸਲਟ ਕਰਦਾ ਵੀ ਤੁਸੀਂ ਇਕੱਠੇ ਨਹੀਂ ਹੁੰਦੇ, ਗੱਲਾਂ ਤੁਸੀਂ ਬੜੀਆਂ ਵੱਡੀਆਂ ਕਰਦੇ, ਡੀਂਗਾਂ ਮਾਰਦੇ ਆ, ਪਰ ਇਕੱਠੇ ਨਹੀਂ ਹੁੰਦੇ ਤੇ ਵੱਟਿਆ ਤੁਹਾਡਾ ਜਿੱਦਾਂ ਕਹਿੰਦਾ ਬੇਰਾਂ ਵੱਟੇ ਵੀ ਕੁਝ ਨਹੀਂ ਜਾਣਾ। ਦੂਲੋ ਤੇ ਬਾਜਵਾ ਨੂੰ ਕਾਂਗਰਸ ਚੋਂ ਕੱਢਣ ਲਈ ਚਿੱਠੀ ਲਿਖ ਦਿੱਤੀ ਹੈ ਜੀ, ਕਹਿੰਦੇ ਬੜੇ ਬਾਗੀ ਸੁਰਾਂ ਹੁੰਦੀਆਂ ਜੀ ਬਾਜਵਾ ਸਾਹਿਬ ਦੀਆਂ ਤੇ ਦੂਲੋ ਸਾਹਿਬ ਦੀਆਂ। ਜੀ ਦੇਖੋ ਜੀ, ਸ਼ਮਸ਼ੇਰ ਸਿੰਘ ਦੁੱਲੋ ਤੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਕਿ ਉਹ ਹਰ ਮਸਲੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਵਾਅਦੇ ਜਿਹੜੇ ਉਹ ਯਾਦ ਕਰਵਾਉਂਦੇ ਰਹਿੰਦੇ ਆ ਕਿ ਅਸੀਂ ਆਹ ਵਾਅਦੇ ਕੀਤੇ ਸੀ ਤੇ ਇਹਨਾਂ ਵਾਅਦਿਆਂ ਤੇ ਅਸੀਂ ਖਰੇ ਨਹੀਂ ਉਤਰ ਰਹੇ। ਪ੍ਰਤਾਪ ਸਿੰਘ ਬਾਜਵਾ ਤਾਂ ਬਹੁਤ ਵਾਰ ਕਹਿ ਚੁੱਕੇ ਨੇ, ਸ਼ਮਸ਼ੇਰ ਸਿੰਘ ਦੁੱਲੋ ਕਹਿ ਚੁੱਕੇ ਨੇ, ਤੇ ਦੋਵੇਂ ਜਿਹੜੇ ਨੇ ਉਹ ਸੰਸਦ ਮੈਂਬਰ ਨੇ। ਤੇ ਹੁਣ ਦੋਵਾਂ ਵੱਲੋਂ ਜਿਹੜਾ ਇਹ ਸ਼ਰਾਬ, ਜ਼ਹਿਰੀਲੀ ਸ਼ਰਾਬ ਦਾ ਮਾਮਲਾ ਪੰਜਾਬ ਦੇ ਵਿੱਚ ਆਇਆ ਤਾਂ ਇਹ 'ਚ ਦੋਵਾਂ ਨੇ ਦਾਅਵਾ ਕੀਤਾ ਸੀਗਾ ਕਿ ਅਫਸਰਸ਼ਾਹੀ ਤੇ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਨਜਾਇਜ਼ ਸ਼ਰਾਬ ਦਾ ਮਾਫੀਆ ਚੱਲ ਹੀ ਨਹੀਂ ਸਕਦਾ। ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਫੀਆ ਖਤਮ ਕਰਨ ਦੇ ਮੁੱਦੇ ਨੂੰ ਲੈ ਕੇ ਸੱਤਾ 'ਚ ਆਏ ਸੀ। ਇਹ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ ਕਿ ਪ੍ਰੈਸ ਕਾਨਫਰੰਸ ਕਰਤੀ, ਪਰ ਇਸ ਵਾਰ ਉਹ ਪੰਜਾਬ ਦੇ ਗਵਰਨਰ ਨੂੰ, VP ਸਿੰਘ ਬਦਨੌਰ ਨੂੰ ਮੈਮੋਰੰਡਮ ਵੀ ਦੇ ਇਸ ਮਾਮਲੇ ਦੇ ਵਿੱਚ ਕਿ ਪੰਜਾਬ 'ਚ ਜਿਹੜਾ ਨਜਾਇਜ਼ ਸ਼ਰਾਬ ਮਾਫੀਆ ਇਹਦੇ 'ਚ ਕਦਮ ਚੁੱਕੇ ਜਾਣ, ਕਿਉਂਕਿ ਇਹ ਸਰਪ੍ਰਸਤੀ ਤੇ ਮਿਲੀ ਭੁਗਤ ਦੇ ਨਾਲ ਚੱਲ ਰਿਹਾ ਹੈ। ਤੇ ਇਹਦੇ ਬਾਅਦ ਕਾਂਗਰਸ ਪਾਰਟੀ ਨੂੰ ਲੱਗਿਆ ਕਿ ਬਾਗੀ ਸੁਰਾਂ ਬਹੁਤ ਜ਼ਿਆਦਾ ਤੇਜ਼ ਨੇ। ਇਹਦੇ ਬਾਅਦ ਤੀਜਾ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਅਸੀਂ ਸੰਸਦ ਦੇ ਵਿੱਚ ਵੀ ਚੁੱਕਾਂਗੇ, ਕਿਉਂਕਿ ਦੋਵੇਂ ਰਾਜ ਸਭਾ ਦੇ ਮੈਂਬਰ ਨੇ, ਦੋਵੇਂ ਸੰਸਦ ਦੇ ਵਿੱਚ ਨੇ। ਉਹਨਾਂ ਆਖਿਆ ਕਿ ਨਜਾਇਜ਼ ਸ਼ਰਾਬ ਤੇ ਜ਼ਹਿਰੀਲੀ ਸ਼ਰਾਬ ਦਾ ਜਿਹੜਾ ਮਾਮਲਾ ਹੈਗਾ ਪੰਜਾਬ ਦੇ ਵਿੱਚ, ਇਹ ਅਸੀਂ ਸੰਸਦ ਦੇ ਵਿੱਚ ਵੀ ਚੁੱਕਾਂਗੇ। ਤੇ ਇਹਦੇ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸ ਦੀ ਜਿਹੜੀ ਕੌਮੀ ਪ੍ਰਧਾਨ ਹੈ ਸੋਨੀਆ ਗਾਂਧੀ, ਉਹਨੂੰ ਚਿੱਠੀ ਲਿਖੀ ਗਈ ਹੈ ਕਿ ਦੋਵਾਂ ਨੂੰ ਕਾਂਗਰਸ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਜਾਖੜ ਨੇ ਇਹ ਵੀ ਕਿਹਾ ਕਿ ਜਿਹੜੀ ਥਾਲੀ 'ਚ ਖਾਂਦੇ ਨੇ ਉਸੇ ਥਾਲੀ 'ਚ ਛੇਕ ਕਰਦੇ ਨੇ, ਇਸ ਕਰਕੇ ਇਹਨਾਂ ਵਿਰੁੱਧ ਕਾਰਵਾਈ ਜਿਹੜੀ ਹੋਣੀ ਚਾਹੀਦੀ। ਹੁਣ ਉਹਨਾਂ ਨੇ ਚਿੱਠੀ ਜਿਹੜੀ ਹੈ ਸੋਨੀਆ ਗਾਂਧੀ ਨੂੰ ਲਿਖ ਦਿੱਤੀ ਹੈ। ਹੁਣ ਦੇਖਦੇ ਹਾਂ ਕਿ ਅੱਗੇ ਕਾਰਵਾਈ ਕੀ ਹੁੰਦੀ ਹੈ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦੀਆਂ ਭਾਜਪਾ ਨਾਲ ਨਜ਼ਦੀਕੀਆਂ ਵੀ ਚਰਚਾ ਦੇ ਵਿੱਚ ਨੇ। ਜਿਹੜੀ Z+ ਸਿਕਿਉਰਿਟੀ ਉਹਨਾਂ ਤੋਂ ਵਾਪਸ ਲਈ ਗਈ ਸੀ ਕਿਸੇ ਸਮੇਂ ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ, ਉਹਨਾਂ ਨੂੰ 15-20 ਦਿਨ ਪਹਿਲਾਂ ਜਿਹੜਾ ਉਹ ਵਾਪਸ ਕੀਤੀ ਗਈ ਹੈ। Z+ ਸਿਕਿਉਰਿਟੀ ਹੋਮ ਮਿਨਿਸਟਰੀ ਅਮਿਤ ਸ਼ਾਹ ਕੋਲ ਜਿਹੜਾ ਮਹਿਕਮਾ ਉਹਦੇ ਵੱਲੋਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੰਸਦ ਦੇ ਵਿੱਚ ਵੀ ਇੱਕ ਕਮੇਟੀ ਦੀ ਪ੍ਰਧਾਨਗੀ ਉਹਨਾਂ ਨੂੰ ਸੌਂਪ ਦਿੱਤੀ ਗਈ ਹੈ। ਤੇ ਇਹ ਚਰਚਾਵਾਂ ਵੀ ਚੱਲ ਰਹੀਆਂ ਨੇ ਕਿ ਕਿਤੇ ਪ੍ਰਤਾਪ ਸਿੰਘ ਬਾਜਵਾ ਦੀਆਂ ਨੇੜਤਾਵਾਂ BJP ਦੇ ਨਾਲ ਤਾਂ ਨਹੀਂ ਵੱਧ ਗਈਆਂ। ਉਹਨਾਂ ਦੇ ਸੁਰ ਵੀ ਲਗਾਤਾਰ ਤਿੱਖੇ ਹੋ ਰਹੇ ਨੇ। ਹੁਣ ਚਿੱਠੀ ਲਿਖੀ ਹੈ ਤਾਂ ਫੈਸਲੇ ਤੋਂ ਬਾਅਦ ਪਤਾ ਲੱਗ ਜਾਊਗਾ ਕਿ ਜੇਕਰ ਦੋਵਾਂ ਨੂੰ ਮੁਅੱਤਲ ਕੀਤਾ ਗਿਆ ਤੇ ਦੋਵੇਂ ਕਿਹੜੇ ਰਾਹਾਂ ਨੂੰ ਜਾਂਦੇ, ਪਤਾ ਲੱਗ ਜਾਊ। ਕਿਉਂਕਿ ਸ਼ਮਸ਼ੇਰ ਸਿੰਘ ਦੁੱਲੋ ਦਾ ਪਰਿਵਾਰ ਪਹਿਲਾਂ ਹੀ ਆਮ ਆਦਮੀ ਪਾਰਟੀ 'ਚ, ਉਹ ਇਕੱਲੇ ਹੀ ਕਾਂਗਰਸ ਨੇ, ਤੇ ਪ੍ਰਤਾਪ ਸਿੰਘ ਬਾਜਵਾ ਤਾਂ ਲਗਾਤਾਰ ਘੇਰੀ ਰਹੇ ਹੈ। ਜੀ
ਬਿਲਕੁਲ ਜੀ, ਜੇ ਤੁਸੀਂ ਰੀਅਲ ਏਸਟੇਟ ਦੀਆਂ ਸੇਵਾਵਾਂ ਲੈਣੀਆਂ ਜੀ, ਤੁਸੀਂ ਕਿਰਨ ਸੰਘਾ ਲਾ ਆਫਿਸ ਦੇ ਨਾਲ ਗੱਲਬਾਤ ਕਰ ਸਕਦੇ ਹੋ, ਕਾਲ ਕਰ ਸਕਦੇ ਹੋ 905 791 9200 ਤੇ। ਘਰ ਖਰੀਦਣਾ ਜਾਂ ਵੇਚਣਾ ਬੜੀਆਂ ਹੌਟ ਲਿਸਟਡ ਹੈ ਜੀ। ਜੋਤੀ ਸਿੰਘ ਮਾਨ ਉਹਨਾਂ ਨੂੰ ਕਾਲ ਕਰ ਲਓ 416 560 0005 ਦੇ ਉੱਪਰ। ਤੇ ਜੇ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ, ਫਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ ਹੈ ਜੀ, 905 672 78 99 ਤੇ ਕਾਲ ਕਰ ਸਕਦੇ ਹੋ। ਟਿਕਟਾਂ ਬਾਰੇ ਜਾਣਕਾਰੀ ਲੈਣੀ ਹੈ ਤੇ ਆਲ ਲਿੰਕ ਟਰੈਵਲ ਦੀ ਨੇੜਲੀ ਬ੍ਰਾਂਚ ਜਾਂ ਬੱਲੇ ਦਸਾਂ ਜੀ, ਉਹਨਾਂ ਨੂੰ 416 293 8700। ਟੋਰਾਂਟੋ ਤੋਂ ਮੌਂਟਰੀਅਲ ਤੋਂ ਟੋਰਾਂਟੋ ਜਾਣਾ ਜੀ 514 560 6613 ਤੇ ਕਾਲ ਕੀਤੀ ਜਾ ਸਕਦੀ ਆ। 514 560 6613 ਤੇ ਕਾਲ ਕੀਤੀ ਜਾ ਸਕਦੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 8782, ਸਵਾਗਤ ਹੈ ਵੀਰ ਜੀ। ਚੰਨੀ ਸਾਹਿਬ, ਤੁਸੀਂ ਡੱਡੂਆਂ ਦੀ ਬਨਸੇਰੀ ਦਾ ਦਰਜਾ ਦੇਤਾ ਯਾਰ, ਬਹੁਤ ਉੱਚਾ ਜੀ। ਇਹਦਾ ਗੂੰ ਦੀ ਢੇਰੀ ਕਹਿ ਦੋ ਇਹਨਾਂ ਨੂੰ, ਇਹ ਗੂੰ ਦੀ ਢੇਰੀ ਆ। ਇਹਨਾਂ ਨੇ ਨਵੇਂ ਮੁੰਡੇ ਮੂਹਰੇ ਨਹੀਂ ਆਉਂਦੇ ਨੇ, ਜਿੰਨੇ ਹੈਗੇ ਆ ਬੁੱਢੇ ਮੂਹਰੇ ਲੱਗੇ ਵੇ ਸਾਰੇ। ਕੋਈ ਬਾਦਲ ਨਾਲ ਸੈਟਿੰਗ ਕਰੀ ਬੈਠਾ, ਕੋਈ ਕਾਂਗਰਸ ਨਾਲ ਕਰੀ ਬੈਠੇ ਆ, ਚਾਹੇ ਦੱਦੂ ਵਾਲਾ, ਚਾਹੇ ਮੰਡਾ, ਚਾਹੇ ਸਿਮਰਜੀਤ ਮਾਨ ਆ, ਚਾਹੇ ਬਠਿੰਡੇ ਵਾਲਾ, ਜਿੰਨੇ ਵੀ ਇਹ ਹੈਗੇ ਆ, ਇਹ ਜਿੰਨਾ ਚਿਰ ਸਾਰੇ ਆ ਇਹਨਾਂ ਨੂੰ ਬੋਰੀ ਬੰਦ ਕਰਕੇ ਪਾਕਿਸਤਾਨ 'ਚ ਨਹੀਂ ਸੱਟਿਆ ਜਾਂਦਾ ਤੇ ਨਵੇਂ ਮੁੰਡੇ ਮੂਹਰੇ ਨਹੀਂ ਆਉਂਦੇ, ਉਹਨਾਂ ਚਿਰ ਸਿੱਖੀ ਦਾ ਕੱਖ ਨਹੀਂ ਬਣਦਾ। ਧੰਨਵਾਦ ਵੀਰ ਜੀ, ਅਸੀਂ ਔਨ 에ਅਰ ਬੈਠੇ, ਇਦਾਂ ਦੀ ਸ਼ਬਦਾਵਲੀ ਨਹੀਂ ਵਰਤ ਸਕਦੇ। ਤੁਸੀਂ ਕਾਲਰ ਹੋ ਜੀ, ਤੁਸੀਂ ਕੱਲ ਰਹੇ, ਤੁਸੀਂ ਕਹਿ ਸਕਦੇ ਪਰ ਅਸੀਂ ਨਹੀਂ ਕਹਿ ਸਕਦੇ। ਧੰਨਵਾਦ ਤੁਹਾਡਾ, ਗੱਲ ਤੁਹਾਡੀ ਸਹੀ ਹੈ। ਪਰ ਜੇ ਪਾਕਿਸਤਾਨ ਸੁੱਟਿਆ ਜੀ, ਪਾਕਿਸਤਾਨ ਵਾਲਿਆਂ ਨੇ ਆਪਣੇ ਲੀਡਰ ਚੱਕ ਕੇ ਇੱਧਰ ਸੁੱਟ ਦੇਣੇ, ਉੱਧਰ ਇਹਦੋਂ ਵੀ ਕਰਪਟ ਜ਼ਿਆਦੇ ਆ ਜੀ। ਕੋਈ ਫਰਕ ਨਹੀਂ ਇਹਨਾਂ ਦੇਸ਼ਾਂ ਦੇ ਵਿੱਚ। ਏਸ਼ੀਅਨ ਕੰਟਰੀ ਆ ਤੇ ਇੱਥੇ ਸਾਰੇ ਹੀ ਇਦਾਂ ਦੇ ਆ। ਬਿਲਕੁਲ ਅਰਸ਼ਦੀਪ, ਜਿੱਦਾਂ ਹੁਣ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਜਿਹੜਾ ਲਾ ਨਵਾਂ ਬਣਿਆ, ਕਾਨੂੰਨ ਬਣਿਆ, ਉਹਦੇ ਅਧੀਨ ਜਿਹੜਾ ਇੰਨਾ ਕੰਮ ਵਧਿਆ ਸੀਗਾ, ਉਹ ਇੱਕ ਬੰਦੇ ਨੂੰ ਛਡਾ ਦਿੱਤਾ। ਕੋਈ ਹੋਰ ਵੀ ਗਤੀਵਿਧੀ ਹੋਈ, ਕੋਈ ਉਸ ਤੋਂ ਬਾਅਦ ਗ੍ਰਿਫਤਾਰੀ ਹੋਈ ਕਿਸੇ ਦੀ? ਨਹੀਂ ਜੀ, ਉਸ ਦੇ ਬਾਅਦ ਕੋਈ ਗ੍ਰਿਫਤਾਰੀ ਨਹੀਂ ਹੋਈ, ਕਿਉਂਕਿ ਇਹ ਕਾਨੂੰਨ ਨੂੰ ਲੈ ਕੇ ਤਿੱਖਾ ਵਿਰੋਧ ਜਿਹੜਾ ਸੁਖਪਾਲ ਸਿੰਘ ਖਹਿਰਾ ਤੇ ਧਰਮਵੀਰ ਗਾਂਧੀ ਨੇ ਸ਼ੁਰੂ ਕੀਤਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜਿਹੜਾ ਇੱਥੇ ਤਿੱਖਾ ਵਿਰੋਧ ਹੁਣ ਕੀਤਾ ਜਾ ਰਿਹਾ ਹੈਗਾ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਜਿਹੜਾ ਦਖਲ ਮੰਗਿਆ ਜਾ ਰਿਹਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਉਸ ਸਿੱਖ ਨੌਜਵਾਨ ਦੇ ਘਰੇ ਜਾ ਕੇ ਆਏ ਨੇ, ਜਿਹਨੇ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਖੁਦਕੁਸ਼ੀ ਕੀਤੀ ਸੀਗੀ। ਉਹ ਵੀ ਜਿਹੜਾ NIA ਕੋਲੇ ਪੇਸ਼ ਹੋਣ ਲਈ ਗਿਆ ਸੀ ਤੇ ਨਵੀਂ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੋਈ ਨਹੀਂ ਹੋਈ ਹੈ ਜੀ। ਤੇ ਇੱਕ ਬੰਦੇ ਨੂੰ ਛਡਾਉਣ ਦੇ ਵਿੱਚ ਜਿਹੜੇ ਕਾਮਯਾਬ ਹੋਏ ਨੇ ਸੁਖਪਾਲ ਸਿੰਘ ਖਹਿਰਾ, ਤੇ ਉਹਨਾਂ ਵੱਲੋਂ ਹੁਣ ਜਿਹੜਾ ਹੈਗਾ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿਰੁੱਧ ਇਸ ਮਾਮਲੇ ਨੂੰ ਲੈ ਕੇ ਸਾਰੀਆਂ ਧਿਰਾਂ ਜਿੰਨੀਆਂ ਵੀ ਨੇ ਉਹ ਮੰਗ ਉਠਾ ਰਹੀਆਂ ਨੇ। ਰਾਜਪਾਲ ਨੂੰ ਮਿਲਣ ਦੀ ਗੱਲ ਵੀ ਜਿਹੜੀ ਕੀਤੀ ਜਾ ਰਹੀ ਹੈ। ਨਵੀਂ ਗ੍ਰਿਫਤਾਰੀ ਦੀ ਖਬਰ ਨਹੀਂ ਹੈ ਜੀ। ਹਾਂ ਬਿਲਕੁਲ ਜੀ, ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਜੀ, ਆਪਣੀ ਐਡ ਦੇਣੀ ਆ PTN 24 ਰੇਡੀਓ ਐਂਡ TV ਦੇ ਉੱਤੇ 514 916 9593 514 916 9593 ਤੇ ਕਾਲ ਕਰ ਸਕਦੇ ਹੋ। ਕਿਉਂਕਿ ਇਹ ਪ੍ਰੋਗਰਾਮ ਜਿਹੜੇ ਤੁਹਾਡੇ ਸਹਿਯੋਗ ਦੇ ਨਾਲ ਹੀ ਚੱਲਦੇ ਆ ਜੀ। ਅਸੀਂ ਸੱਚ ਬੋਲਣ ਦਾ ਜ਼ਰੂਰਤ ਰੱਖਦੇ ਹਾਂ ਤੇ ਜੇ ਤੁਸੀਂ ਸੱਚ ਸੁਣਦੇ ਹੋ ਤੇ ਗੁਰੂ ਨੂੰ ਸਮਰਪਿਤ ਹੋ ਤੇ ਜ਼ਰੂਰ ਸਾਥ ਦਿਆ ਕਰੋ, ਕਿਉਂਕਿ ਬੜੀ ਜ਼ਰੂਰਤ ਦੇ ਨਾਲ ਗੱਲ ਕਰਨੀ ਪੈਂਦੀ ਹੈ ਤੇ ਤੁਹਾਨੂੰ ਪਤਾ ਕਈ ਵਾਰੀ ਖਮਿਆਜੇ ਵੀ ਭੁਗਤਣੇ ਪੈਂਦੇ। ਸਾਨੂੰ CRTC ਵੱਲੋਂ ਨੋਟਿਸ ਵੀ ਮਿਲ ਚੁੱਕਾ, 21 ਦਿਨਾਂ ਦੇ ਵਿੱਚ ਜਵਾਬ ਦੇਵਾਂਗੇ ਜੀ ਅਸੀਂ ਉਹਦਾ। ਤੇ ਅਰਸ਼ਦੀਪ, ਬਹੁਤ ਬਹੁਤ ਧੰਨਵਾਦ ਜੀ, ਤੁਹਾਨੂੰ ਦੁਬਾਰਾ ਫਿਰ ਕੱਲ ਨੂੰ ਮਿਲਦੇ ਆ। ਨਾਲ ਹੀ ਮੈਂ ਦੱਸਣਾ ਚਾਹੁੰਦਾ ਜੀ, ਕੱਲ ਨੂੰ ਸੁੱਚਾ ਸਿੰਘ ਛੋਟੇਪੁਰ ਆਪਣੇ ਨਾਲ ਜੁੜਨਗੇ ਜੀ 9:30 ਵਜੇ ਜਦੋਂ ਆਪਣਾ ਪ੍ਰੋਗਰਾਮ ਸ਼ੁਰੂ ਹੋਊਗਾ ਤੇ ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ। ਧੰਨਵਾਦ ਅਰਸ਼ਦੀਪ, ਬਹੁਤ ਬਹੁਤ ਜੀ, ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਕਿਆ ਜੀ, ਕੱਲ ਨੂੰ ਆਪਣੇ ਨਾਲ ਸੁੱਚਾ ਸਿੰਘ ਛੋਟੇਪੁਰ ਹੀ ਹੋਣਗੇ। ਆਪਣਾ ਜਿਹੜਾ ਸਮਾਂ ਸਮਾਪਤਾ ਤੇ ਭੱਟੀ ਸਾਹਿਬ ਹੁਣੀ ਜੀ ਆ ਚੁੱਕੇ ਸਟੂਡੀਓ ਦੇ ਵਿੱਚ, ਉਹ ਤੁਹਾਡੇ ਨਾਲ ਜੁੜਨਗੇ। ਦਿਓ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਣੇ ਸਰਬੱਤ ਦਾ ਭਲਾ।